ਸਤਿ ਸ੍ਰੀ ਅਕਾਲ। ਸੁਪਰੀਮ ਕੋਰਟ ਦੇ ਫੈਸਲੇ ਦੇ ਉੱਤੇ ਅੱਜ ਗੱਲਬਾਤ ਕਰਾਂਗੇ। ਮੈਂ ਹਾਂ ਤੁਹਾਡੇ ਨਾਲ ਗੌਰਵ ਸ਼ੁਕਲਾ। ਖਬਰਾਂ ਦੇ ਪ੍ਰਾਈਮ ਟਾਈਮ ਦੇ ਵਿੱਚ ਗੱਲ ਅੱਜ ਤਕਰਾਰ ਦੀ, ਜਿੱਤ ਦੀ, ਹਾਰ ਦੀ। ਸੁਪਰੀਮ ਕੋਰਟ ਦੇ ਵਿੱਚ ਪੂਰਾ ਮਾਮਲਾ ਪਹੁੰਚਦਾ ਹੈ ਜੋ ਬਜਟ ਸੈਸ਼ਨ ਨੂੰ ਲੈ ਕੇ ਵਿਵਾਦ ਖੜਾ ਹੋਇਆ ਸੀ। ਪੰਜਾਬ ਸਰਕਾਰ ਬਜਟ ਸੈਸ਼ਨ ਦਾ ਐਲਾਨ ਕਰ ਚੁੱਕੀ ਹੈ ਕਿ 3 ਮਾਰਚ ਤੋਂ ਬਜਟ ਸੈਸ਼ਨ, 10 ਮਾਰਚ ਨੂੰ ਪੰਜਾਬ ਦਾ ਬਜਟ ਆਏਗਾ। ਰਾਜਪਾਲ ਦੀ ਮਨਜ਼ੂਰੀ ਦਾ ਇੰਤਜ਼ਾਰ ਸੀ, ਪਰ ਚਿੱਠੀਆਂ ਦੇ ਜ਼ਰੀਏ ਤਕਰਾਰ ਹੋ ਰਹੀ ਸੀ ਸਰਕਾਰ ਤੇ ਦੂਜੇ ਪਾਸੇ ਰਾਜਪਾਲ ਦੇ ਵਿਚਾਲੇ। ਸਰਕਾਰ ਪੂਰਾ ਮਾਮਲਾ ਲੈ ਕੇ ਸੁਪਰੀਮ ਕੋਰਟ ਪਹੁੰਚ ਗਈ ਤੇ ਕਿਹਾ ਗਿਆ ਕਿ ਤੁਸੀਂ ਸਾਨੂੰ ਨਹੀਂ ਰੋਕ ਸਕਦੇ, ਮਤਲਬ ਰਾਜਪਾਲ ਸਾਨੂੰ ਨਹੀਂ ਰੋਕ ਸਕਦੇ। ਹੁਣ ਸੁਪਰੀਮ ਕੋਰਟ ਸੁਣਵਾਈ ਹੋਈ। ਪਹਿਲੀ ਸੁਣਵਾਈ ਦੇ ਵਿੱਚ ਇੱਕ ਚੀਜ਼ ਤਾਂ ਕਲੀਅਰ ਹੋ ਗਈ ਕਿ 10 ਮਾਰਚ ਨੂੰ ਹੀ ਪੰਜਾਬ ਦਾ ਬਜਟ ਆਏਗਾ, 3 ਮਾਰਚ ਤੋਂ ਹੀ ਪੰਜਾਬ ਦਾ ਬਜਟ ਇਜਲਾਸ ਸ਼ੁਰੂ ਹੋਵੇਗਾ। ਪਰ ਸੁਪਰੀਮ ਕੋਰਟ ਦੀਆਂ ਟਿੱਪਣੀਆਂ ਨੇ ਬਹੁਤ ਕੁਝ ਦੋਵੇਂ ਧਿਰਾਂ ਨੂੰ ਸ਼ੀਸ਼ਾ ਦਿਖਾਉਣ ਦੀ ਕੋਸ਼ਿਸ਼ ਕੀਤੀ, ਉਹ ਚਾਹੇ ਪੰਜਾਬ ਸਰਕਾਰ ਹੋਵੇ ਚਾਹੇ ਦੂਜੇ ਪਾਸੇ ਰਾਜਪਾਲ ਹੋਣ। ਸੁਪਰੀਮ ਕੋਰਟ ਨੇ ਕਿਹਾ ਕਿ ਜੋ ਰਾਜਪਾਲ ਪੁੱਛ ਰਹੇ ਨੇ ਤੁਹਾਨੂੰ ਦੱਸਣਾ ਹੋਏਗਾ। ਸੁਪਰੀਮ ਕੋਰਟ ਨੇ ਕਿਹਾ ਕਿ ਜੇ ਸਰਕਾਰ ਚਾਹੁੰਦੀ ਹੈ ਬਜਟ ਸੈਸ਼ਨ ਬੁਲਾਉਣਾ ਤਾਂ ਤੁਸੀਂ ਰੋਕ ਨਹੀਂ ਸਕਦੇ, ਯਾਨੀ ਰਾਜਪਾਲ ਰੋਕ ਨਹੀਂ ਸਕਦੇ। ਤਾਂ ਇੱਕ ਪਾਸੇ ਜੋ ਸਥਿਤੀ ਹੈ ਇਹ ਲੱਗ ਰਿਹਾ ਕਿ ਦੋਵੇਂ ਪਾਸੇ ਵਿਨ ਵਿਨ ਸਿਚੁਏਸ਼ਨ ਜ਼ਰੂਰ ਹੈ। ਹਾਲਾਂਕਿ ਸਰਕਾਰ ਇਸ ਨੂੰ ਆਪਣੀ ਜਿੱਤ ਕਰਾਰ ਦੇ ਰਹੀ ਹੈ ਕਿ ਦੇਖੋ ਅਸੀਂ 3 ਤਰੀਕ ਨੂੰ ਕਿਹਾ ਸੀ ਸੈਸ਼ਨ ਸੱਦਿਆ ਜਾਣਾ, ਤਾਂ 3 ਤਰੀਕ ਨੂੰ ਹੀ ਸੈਸ਼ਨ ਸੱਦਿਆ ਜਾਵੇਗਾ। ਖੈਰ ਅੱਜ ਚਰਚਾ ਇਸ ਮੁੱਦੇ ਉੱਤੇ ਹੀ, ਕਿਉਂਕਿ ਇਹ ਕੋਈ ਨਵੀਂ ਗੱਲ ਨਹੀਂ ਹੈ ਕਿ ਜਦੋਂ ਰਾਜਪਾਲ ਅਤੇ ਸਰਕਾਰ ਦੇ ਵਿਚਾਲੇ ਕੋਈ ਤਲਖ ਕਲਾਮੀ ਜਾਰੀ ਹੋਵੇ ਜਾਂ ਤਲਖੀ ਹੋ ਰਹੀ ਹੋਵੇ। ਔਰ ਪਿਛਲੇ 8-10 ਮਹੀਨਿਆਂ ਦੇ ਵਿੱਚ ਕਰੀਬ 8-10 ਮਾਮਲੇ ਅਜਿਹੇ 10 ਮਾਮਲੇ ਅਜਿਹੇ ਹੋ ਚੁੱਕੇ ਨੇ ਜਦੋਂ ਸਰਕਾਰ ਤੇ ਗਵਰਨਰ ਆਮੋ ਸਾਹਮਣੇ ਸੀ। ਅੱਜ ਚਰਚਾ ਇਸ ਮੁੱਦੇ ਉੱਤੇ ਹੀ, ਸੁਪਰੀਮ ਕੋਰਟ ਦੀਆਂ ਟਿੱਪਣੀਆਂ ਦੇ ਨਾਲ ਕੀ ਕਿਆਸ ਲਗਾਏ ਜਾਣ ਜਾਂ ਕੀ ਨਿਚੋੜ ਕੱਢਿਆ ਜਾਵੇ ਕਿ ਕਿਸ ਦੀ ਜਿੱਤ ਹੈ ਕਿਸ ਦੀ ਹਾਰ ਹੈ। ਪੁਆਇੰਟ ਨੰਬਰ 2 ਜਿਸ ਦੇ ਉੱਤੇ ਅੱਜ ਚਰਚਾ ਹੋਣੀ ਜ਼ਰੂਰੀ ਹੈ ਕਿ ਵਾਕਈ ਹੀ ਇਹ ਮਸਲਾ ਇੰਨਾ ਉਲਝਾਉਣ ਦੀ ਜ਼ਰੂਰਤ ਸੀ ਕਿ ਸੁਪਰੀਮ ਕੋਰਟ ਤੱਕ ਪਹੁੰਚ ਗਿਆ ਕਿ ਵਾਕਈ ਹੀ ਰਾਜਪਾਲ ਤੇ ਸਰਕਾਰ ਦੇ ਵਿਚਾਲੇ ਜੋ ਇਹ ਵਿਵਾਦ ਹੋਇਆ ਸੁਪਰੀਮ ਕੋਰਟ ਤੱਕ ਲੈ ਕੇ ਜਾਣ ਦੀ ਜ਼ਰੂਰਤ ਸੀ। ਜੇਕਰ ਨਹੀਂ ਤਾਂ ਫਿਰ ਇਸ ਦੀ ਜ਼ਿੰਮੇਵਾਰੀ ਕਿਸ ਦੀ ਹੈ। ਪੁਆਇੰਟ ਇਹ ਵੀ ਜਿਸ ਦੇ ਉੱਤੇ ਅੱਜ ਗੱਲਬਾਤ ਕਰਾਂਗੇ ਕਿ ਸੁਪਰੀਮ ਕੋਰਟ ਦੀਆਂ ਟਿੱਪਣੀਆਂ ਤੋਂ ਬਾਅਦ ਕੀ ਉਮੀਦ ਕਰੀਏ ਕਿ ਜਿਹੜਾ ਪਿਛਲੇ 10-12 ਮਹੀਨੇ ਤੋਂ 11 ਮਹੀਨੇ ਤੋਂ ਤਕਰਾਰ ਚੱਲਦੀ ਨਜ਼ਰ ਆ ਰਹੀ ਹੈ ਕਿ ਉਹ ਖਤਮ ਹੋ ਜਾਏਗੀ ਜਾਂ ਫਿਰ ਇਹ ਗੱਲਬਾਤ ਇਸ ਤਰੀਕੇ ਨਾਲ ਹੀ ਅਗਲੇ ਵੱਖ-ਵੱਖ ਇਸ਼ੂਜ਼ ਤੇ ਜਾਰੀ ਰਹੇਗੀ। ਖੈਰ ਅੱਜ ਚਰਚਾ ਕਰਾਂਗੇ ਇਸ ਮੁੱਦੇ ਉੱਤੇ ਹੀ। ਵੱਖ-ਵੱਖ ਪਾਰਟੀਆਂ ਦੇ ਨੁਮਾਇੰਦੇ ਸਾਡੇ ਨਾਲ ਹੋਣਗੇ। ਗੱਲ ਹੋਵੇਗੀ ਕਿਸ ਦੀ ਜਿੱਤ ਕਿਸ ਦੀ ਹਾਰ। ਮਹਿਮਾਨ ਸਾਡੇ ਨਾਲ ਜੁੜਨਗੇ। ਪਹਿਲਾਂ ਇੱਕ ਰਿਪੋਰਟ ਦੇਖੋ ਸੁਪਰੀਮ ਕੋਰਟ ਦੇ ਵਿੱਚ ਕੀ ਕੁਝ ਹੋਇਆ ਹੈ। ਇਸ ਰਿਪੋਰਟ ਤੋਂ ਬਾਅਦ ਅਸੀਂ ਚਰਚਾ ਦੀ ਸ਼ੁਰੂਆਤ ਕਰਾਂਗੇ। ਮੁੱਖ ਮੰਤਰੀ ਤੇ ਗਵਰਨਰ ਦੇ ਵਿਚਕਾਰ ਲੜਾਈ ਸੁਪਰੀਮ ਕੋਰਟ ਪਹੁੰਚੀ। ਪੰਜਾਬ ਸਰਕਾਰ ਨੇ ਗਵਰਨਰ ਦੇ ਖਿਲਾਫ ਸੁਪਰੀਮ ਕੋਰਟ ਦਾ ਰੁਖ ਕੀਤਾ। ਮੁੱਦਾ ਸੀ ਬਜਟ ਇਜਲਾਸ ਨੂੰ ਮਨਜ਼ੂਰੀ ਨਾ ਮਿਲਣਾ ਤੇ ਆਖਰ ਮੰਗਲਵਾਰ ਨੂੰ ਕੋਰਟ ਦੇ ਵਿੱਚ ਸੁਣਵਾਈ ਹੋਈ ਤੇ ਕੋਰਟ ਵੱਲੋਂ ਕੇਸ ਦਾ ਨਿਪਟਾਰਾ ਕਰ ਦਿੱਤਾ ਗਿਆ ਤੇ ਸਰਕਾਰ ਵੱਲੋਂ ਤੈਅ ਤਰੀਕ ਦੇ ਮੁਤਾਬਿਕ 3 ਮਾਰਚ ਨੂੰ ਹੀ ਬਜਟ ਇਜਲਾਸ ਸ਼ੁਰੂ ਹੋਵੇਗਾ। ਇਸ ਦੌਰਾਨ ਅਦਾਲਤ ਨੇ ਕਿਹਾ ਕਿ ਗਵਰਨਰ ਕੈਬਨਿਟ ਦੀ ਸਲਾਹ ਤੇ ਕੰਮ ਕਰਨਗੇ। ਗਵਰਨਰ ਇਜਲਾਸ ਬੁਲਾਉਣ ਤੋਂ ਮਨਾ ਨਹੀਂ ਕਰ ਸਕਦਾ। ਗਵਰਨਰ ਵਿਧਾਨ ਸਭਾ ਦਾ ਸੈਸ਼ਨ ਨਹੀਂ ਰੋਕ ਸਕਦਾ। ਬਜਟ ਇਜਲਾਸ ਦੀ ਮਨਜ਼ੂਰੀ ਦੇਣ ਦੇ ਲਈ ਕਾਨੂੰਨੀ ਸਲਾਹ ਦੀ ਲੋੜ ਨਹੀਂ ਸੀ। ਨਾਲ ਹੀ ਕੋਰਟ ਨੇ ਵੀ ਸਾਫ਼ ਕੀਤਾ ਹੈ ਕਿ ਗਵਰਨਰ ਦੇ ਕੋਲ ਸਰਕਾਰ ਤੋਂ ਸੂਚਨਾ ਮੰਗਣ ਦਾ ਅਧਿਕਾਰ ਹੈ। ਸਰਕਾਰ ਗਵਰਨਰ ਨੂੰ ਜਵਾਬ ਦੇਣ ਦੇ ਲਈ ਪਾਬੰਦ ਹੈ। ਸੁਪਰੀਮ ਕੋਰਟ ਨੇ ਇਹ ਵੀ ਟਿੱਪਣੀ ਕੀਤੀ ਹੈ ਕਿ ਸੀਐਮ ਦੇ ਵੱਲੋਂ ਵਰਤੀ ਭਾਸ਼ਾ ਦੀ ਜ਼ਰੂਰਤ ਨਹੀਂ ਸੀ। ਆਪਸੀ ਸੰਵਾਦ ਦੇ ਦੌਰਾਨ ਸੰਵਿਧਾਨਿਕ ਮਰਿਆਦਾ ਦਾ ਧਿਆਨ ਰੱਖਿਆ ਜਾਵੇ। ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਦੌਰਾਨ ਗਵਰਨਰ ਤੇ ਪੰਜਾਬ ਸਰਕਾਰ ਦੇ ਵਕੀਲਾਂ ਵੱਲੋਂ ਆਪੋ ਆਪਣੀਆਂ ਦਲੀਲਾਂ ਵੀ ਦਿੱਤੀਆਂ ਗਈਆਂ। ਗਵਰਨਰ ਦੇ ਵਕੀਲ ਨੇ ਸੀਐਮ ਦੀ ਭਾਸ਼ਾ ਤੇ ਇਤਰਾਜ਼ ਜਤਾਇਆ, ਜਦਕਿ ਪੰਜਾਬ ਸਰਕਾਰ ਨੇ ਕਿਹਾ ਕਿ ਗਵਰਨਰ ਪਰੇਸ਼ਾਨ ਕਰ ਰਹੇ ਨੇ। ਗਵਰਨਰ ਦੇ ਵਕੀਲ ਦੇ ਵੱਲੋਂ ਕਿਹਾ ਗਿਆ ਕਿ ਸੰਵਿਧਾਨ ਅਜਿਹੀ ਭਾਸ਼ਾ ਦੀ ਇਜਾਜ਼ਤ ਨਹੀਂ ਦਿੰਦਾ, ਜਿਸ ਤੇ ਪੰਜਾਬ ਸਰਕਾਰ ਨੇ ਕਿਹਾ ਕਿ ਗਵਰਨਰ ਸੰਵਿਧਾਨ ਨੂੰ ਹਾਈਜੈਕ ਕਰ ਰਹੇ ਨੇ। ਗਵਰਨਰ ਦੇ ਵਕੀਲ ਨੇ ਪੱਖ ਰੱਖਿਆ ਕਿ ਗਵਰਨਰ ਨੇ ਮਨਜ਼ੂਰੀ ਨਹੀਂ ਰੋਕੀ ਸੀ, ਤਾਂ ਪੰਜਾਬ ਸਰਕਾਰ ਨੇ ਕਿਹਾ ਕਿ ਮਨਮੁਟਾਵ ਤੇ ਇਜਲਾਸ ਨਹੀਂ ਰੋਕਿਆ ਜਾ ਸਕਦਾ। ਸਰਕਾਰ ਨੂੰ ਕੋਰਟ ਦੇ ਦਖਲ ਤੋਂ ਬਾਅਦ ਇਜਲਾਸ ਦੀ ਮਨਜ਼ੂਰੀ ਮਿਲੀ ਤਾਂ ਆਪ ਨੇ ਇਸ ਨੂੰ ਵੱਡੀ ਜਿੱਤ ਦੱਸਿਆ, ਜਦਕਿ ਬੀਜੇਪੀ ਦਾ ਕਹਿਣਾ ਹੈ ਕਿ ਸੁਪਰੀਮ ਕੋਰਟ ਜਾਣ ਦੀ ਜ਼ਰੂਰਤ ਹੀ ਨਹੀਂ ਸੀ। ਉਹ ਜਿਹੜੀਆਂ ਤਾਕਤਾਂ ਜਿਹੜੀਆਂ ਲਗਾਤਾਰ ਸੱਤਾ ਦੇ ਨਸ਼ੇ 'ਚ ਕੇਂਦਰ ਦੇ ਰਾਹੀਂ ਡੈਮੋਕ੍ਰੇਸੀ ਦਾ ਘਾਣ ਕਰ ਰਹੀ ਹੈ,
ਸਾਡੇ ਜਿਹੜੇ ਇੰਸਟੀਟਿਊਸ਼ਨਸ ਹੈ, ਸੰਸਥਾਵਾਂ ਹੈ, ਉਹਨਾਂ ਦਾ ਰਾਜਨੀਤੀਕਰਨ ਕਰ ਰਹੀਆਂ, ਉਹਨਾਂ ਦੇ ਮੂੰਹ ਤੇ ਕਰਾਰਾ ਤਮਾਚਾ ਅੱਜ ਸੁਪਰੀਮ ਕੋਰਟ ਨੇ ਮਾਰਿਆ, ਕਰਾਰਾ ਤਮਾਚਾ। ਮਾਨਯੋਗ ਸੁਪਰੀਮ ਕੋਰਟ ਨੇ ਅੱਜ ਆਦੇਸ਼ ਦਿੱਤਾ ਕਿ ਬਜਟ ਸੈਸ਼ਨ ਹੋਏਗਾ, ਪਰ ਗਵਰਨਰ ਸਾਹਿਬ ਦੀ ਤਰਫੋਂ ਸੋਲੀਸਿਟਰ ਜਨਰਲ ਨੇ ਮਾਨਯੋਗ ਅਦਾਲਤ ਨੂੰ ਦੱਸਿਆ ਕਿ ਇਹਦੀ ਪਰਮਿਸ਼ਨ ਦਿੱਤੀ ਜਾ ਚੁੱਕੀ ਆ ਬਜਟ ਸੈਸ਼ਨ ਦੀ, ਤੇ ਮੈਨੂੰ ਨਹੀਂ ਸਮਝ ਆਉਂਦੀ ਕਿ ਕੋਈ ਸੁਪਰੀਮ ਕੋਰਟ ਜਾਣ ਦੀ ਜ਼ਰੂਰਤ ਸੀ। ਸੋ ਆਖਿਰ ਇਜਲਾਸ ਨੂੰ ਲੈ ਕੇ ਪੰਜਾਬ ਤੋਂ ਸ਼ੁਰੂ ਹੋਈ ਲੜਾਈ ਸੁਪਰੀਮ ਕੋਰਟ ਜਾ ਕੇ ਖਤਮ ਹੋਈ ਤੇ ਹੁਣ ਤੈਅ ਸਮੇਂ ਮੁਤਾਬਿਕ 3 ਮਾਰਚ ਨੂੰ ਬਜਟ ਇਜਲਾਸ ਸ਼ੁਰੂ ਹੋਣ ਜਾ ਰਿਹਾ ਹੈ ਤੇ 10 ਮਾਰਚ ਨੂੰ ਬਜਟ ਪੇਸ਼ ਕੀਤਾ ਜਾਵੇਗਾ। ਦਿੱਲੀ ਤੋਂ ਸੁਸ਼ੀਲ ਪਾਂਡੇ, ਨਿਊਜ਼ 18 ਪੰਜਾਬ। ਤਾਂ ਚਰਚਾ ਜਿਸ ਦੇ ਉੱਤੇ ਕਿ ਇਹ ਪੂਰਾ ਮਾਮਲਾ ਜੋ ਸੁਪਰੀਮ ਕੋਰਟ ਤੱਕ ਪਹੁੰਚ ਗਿਆ ਕਿ ਵਾਕਈ ਪਹੁੰਚਣਾ ਚਾਹੀਦਾ ਸੀ। ਹੁਣ ਸਵਾਲ ਇਹ ਵੀ ਹੈ ਕਿ ਜਿੱਤ ਕਿਸ ਦੀ, ਹਾਰ ਕਿਸ ਦੀ, ਜਾਂ ਫਿਰ ਦੋਵੇਂ ਪਾਸੇ ਹੀ ਸੁਪਰੀਮ ਕੋਰਟ ਦੀਆਂ ਟਿੱਪਣੀਆਂ ਦੋਵੇਂ ਧਿਰਾਂ ਨੂੰ ਰਾਹਤ ਦੇਣ ਵਾਲੀਆਂ ਨੇ, ਜਾਂ ਕਹੀਏ ਕਿ ਆਪੋ ਆਪਣੇ ਪਾਲੇ ਦੇ ਵਿੱਚ ਦੋਵੇਂ ਧਿਰਾਂ ਕਹਿ ਸਕਦੀਆਂ ਨੇ ਕਿ ਸਾਡੀ ਜਿੱਤ ਹੋਈ ਹੈ। ਇਸ ਦੇ ਉੱਤੇ ਗੱਲਬਾਤ ਕਰਾਂਗੇ। ਸ਼ੁਰੂਆਤ ਕਰਦੇ ਹਾਂ, ਸਭ ਤੋਂ ਪਹਿਲਾਂ ਤੁਹਾਡਾ ਤਾਰੁਫ ਕਰਵਾਉਂਦੇ ਅੱਜ ਦੇ ਮਹਿਮਾਨਾਂ ਦੇ ਨਾਲ ਜਿਹੜੇ ਚਰਚਾ ਦੇ ਵਿੱਚ ਸਾਡੇ ਨਾਲ ਸ਼ਾਮਲ ਹੋ ਰਹੇ ਨੇ। ਗੋਵਿੰਦਰ ਮਿੱਤਲ ਜੀ ਜੁੜ ਰਹੇ ਨੇ, ਆਮ ਆਦਮੀ ਪਾਰਟੀ ਨੂੰ ਰਿਪਰੈਜ਼ੈਂਟ ਕਰਨਗੇ, ਸਾਡੇ ਨਾਲ ਸਟੂਡੀਓ ਦੇ ਵਿੱਚ ਅੱਜ ਮੌਜੂਦ ਨੇ। ਸਰ ਬਹੁਤ-ਬਹੁਤ ਸਵਾਗਤ ਹੈ ਤੁਹਾਡਾ। ਸਾਡੇ ਨਾਲ ਅਰਸ਼ਦੀਪ ਖੜਿਆਲ ਜੀ ਜੁੜ ਰਹੇ ਨੇ, ਕਾਂਗਰਸ ਨੂੰ ਰਿਪਰੈਜ਼ੈਂਟ ਕਰਨਗੇ। ਖੜਿਆਲ ਸਾਹਿਬ ਬਹੁਤ-ਬਹੁਤ ਸਵਾਗਤ ਹੈ। ਜੈਬੰਸ ਜੀ ਜੁੜ ਰਹੇ ਨੇ, ਬੀਜੇਪੀ ਨੂੰ ਰਿਪਰੈਜ਼ੈਂਟ ਕਰਨਗੇ। ਜੈਬੰਸ ਜੀ ਬਹੁਤ-ਬਹੁਤ ਸਵਾਗਤ ਹੈ। ਨਾਲ ਹੀ ਸਾਡੇ ਨਾਲ ਹਰੀਸ਼ ਰਾਏ ਟਾਂਡਾ ਜੀ ਜੁੜ ਰਹੇ ਨੇ, ਸ਼੍ਰੋਮਣੀ ਅਕਾਲੀ ਦਲ ਨੂੰ ਰਿਪਰੈਜ਼ੈਂਟ ਕਰਨਗੇ। ਟਾਂਡਾ ਸਾਹਿਬ ਬਹੁਤ-ਬਹੁਤ ਸਵਾਗਤ ਹੈ। ਸਾਰੇ ਮਹਿਮਾਨਾਂ ਦਾ ਸਵਾਗਤ ਹੈ। ਸ਼ੁਰੂਆਤ ਮੈਂ ਆਮ ਆਦਮੀ ਪਾਰਟੀ ਤੋਂ ਕਰਦਾ। ਮਿੱਤਲ ਜੀ ਸਾਡੇ ਨਾਲ ਜੁੜੇ ਹੋਏ ਨੇ। ਮਿੱਤਲ ਜੀ, ਜਿੱਤ ਤੁਸੀਂ ਕਰਾਰ ਦੇ ਰਹੇ ਹੋ, ਕਿਵੇਂ ਲੋਕਾਂ ਨੂੰ ਸਮਝਾਓ ਕਿ ਦੇਖੋ ਦੋ ਸੰਵਿਧਾਨਿਕ ਅਹੁਦਿਆਂ ਉੱਤੇ ਜਿਹੜੇ ਬੈਠੇ ਹੋਏ ਲੋਕ ਜਦੋਂ ਸੁਪਰੀਮ ਕੋਰਟ ਜਾ ਕੇ ਆਪੋ ਆਪਣੇ ਤਰਕ ਦੇਣ ਤਾਂ ਬਹੁਤ ਸੁਖਾਵਾਂ ਮਾਹੌਲ ਤਾਂ ਉਹ ਨਹੀਂ ਹੋ ਸਕਦਾ, ਪਰ ਸੁਪਰੀਮ ਕੋਰਟ ਦੀਆਂ ਟਿੱਪਣੀਆਂ ਸੁਣਨ ਤੋਂ ਬਾਅਦ ਆਮ ਆਦਮੀ ਪਾਰਟੀ ਨੂੰ ਆਪਣੀ ਜਿੱਤ ਕਿਵੇਂ ਲੱਗ ਰਹੀ ਹੈ? ਦੇਖੋ ਗੌਰਵ ਜੀ, ਗੱਲ ਇਹ ਆ, ਦੇਖੋ ਹਿੰਦੁਸਤਾਨ ਦੇ ਸੰਵਿਧਾਨ ਦੀ ਕਿੱਡੀ ਵੱਡੀ ਇੱਕ ਖੂਬਸੂਰਤੀ ਆ ਕਿ ਜਦੋਂ ਦੋ ਟੌਪ ਦੀਆਂ ਇੱਕ ਸ਼ਕਤੀਆਂ ਜਦੋਂ ਆਪਸ ਵਿੱਚ ਭਿੜਦੀਆਂ ਨੇ ਤਾਂ ਉਹਨਾਂ ਦਾ ਫੈਸਲਾ ਜਦੋਂ ਸੰਵਿਧਾਨ ਦੇ ਮੁਤਾਬਕ ਸੁਪਰੀਮ ਕੋਰਟ ਜਾ ਕੇ ਕਿਸ ਤਰ੍ਹਾਂ ਕਰਦਾ। ਤੇ ਸੁਪਰੀਮ ਕੋਰਟ ਨੇ ਬੜੀ ਅੱਜ ਐਗਜ਼ਾਮਪਲ ਸੈੱਟ ਕੀਤੀ ਆ ਕਿ ਉਹਨਾਂ ਨੇ ਦੇਖੋ ਤੁਹਾਡੇ ਚੈਨਲ ਦੇ ਉੱਤੇ ਬ੍ਰੇਕਿੰਗ ਨਿਊਜ਼ ਵੀ ਨੀਚੇ ਚੱਲ ਰਹੀ ਹੈ ਕਿ ਕਿਸੇ ਵੀ ਰਾਜ ਦਾ ਜਿਹੜਾ ਹੈਗਾ ਪ੍ਰਸ਼ਾਸਨ ਜਿਹੜਾ ਹੈਗਾ ਚੁਣਿਆ ਹੋਇਆ ਸੀਐਮ ਹੁੰਦਾ, ਸੀਐਮ ਦੇ ਕੋਲੇ ਸਾਰੇ ਅਧਿਕਾਰ ਹੁੰਦੇ ਨੇ, ਤੁਸੀਂ ਵੀ ਚਲਾ ਰਹੇ ਹੋ। ਇਹ ਸੁਪਰੀਮ ਕੋਰਟ ਨੇ ਟਿੱਪਣੀ ਕੀਤੀ ਹੈ। ਇੱਥੇ ਇੱਕ ਗੱਲ ਕਲੀਅਰ ਹੋ ਗਈ ਹੈ ਕਿ ਗਵਰਨਰ ਕੋਲੇ ਕੋਈ ਪਾਵਰ ਨਹੀਂ ਹੈ। ਗਵਰਨਰ ਸਿਰਫ ਇੱਕ ਸੰਵਿਧਾਨਕ ਜਿਹੜੀ ਹੈਗੀ ਉਹਨਾਂ ਦੀ ਇੱਕ ਸੰਵਿਧਾਨਕ ਅਹੁਦਾ ਹੈਗਾ। ਗਵਰਨਰ ਨੇ ਐਜ਼ ਪਰ ਐਕਟ ਐਂਡ ਐਡਵਾਈਸ ਆਫ ਕਾਉਂਸਲ ਆਫ ਮਿਨਿਸਟਰਸ ਐਕਟ ਕਰਨਾ ਹੁੰਦਾ। ਜਿੱਦਾਂ ਜਿਹੜੀ ਮੰਤਰੀ ਪ੍ਰੀਸ਼ਦ ਹੈਗੀ ਆ, ਉਹਨਾਂ ਨੇ ਜੋ ਵੀ ਐਕਟ ਕੀਤਾ, ਜੋ ਵੀ ਐਡਵਾਈਸ ਕੀਤੀ, ਤੇ ਉਹਦੇ ਮੁਤਾਬਕ ਗਵਰਨਰ ਨੇ ਆਪਣਾ ਜਿਹੜਾ ਹੈਗਾ ਐਕਟ ਐਂਡ ਐਡਵਾਈਸ ਕਰਨੀ ਹੈਗੀ ਆ। ਗਵਰਨਰ ਕੋਲੇ ਸਿਰਫ ਇੱਕ ਫਾਰਮਲ ਅਥਾਰਟੀ ਹੈਗੀ ਹੈ ਕਿ ਤੁਸੀਂ ਅਗਰ ਸੈਸ਼ਨ ਦਾ ਹੈਗਾ, ਤੁਸੀਂ ਸੈਸ਼ਨ ਕਾਲ ਕੀਤਾ ਤੇ ਗਵਰਨਰ ਨੇ ਇਨਫੋਰਮ ਕੀਤਾ ਤੇ ਗਵਰਨਰ ਨੇ ਉਹ ਅਲਾਉ ਕਰ ਦੇਣਾ। ਪਰ ਜਦ ਗਵਰਨਰ ਜਾ ਕੇ ਆਪਣੀਆਂ ਪਾਵਰਾਂ ਤੋਂ ਬਾਹਰ ਜਾ ਕੇ ਕੰਮ ਕਰ ਰਿਹਾ ਤੇ ਫਿਰ ਮੁੱਖ ਮੰਤਰੀ ਸਾਹਿਬ ਕੋਲੇ ਜਾਂ ਸਰਕਾਰ ਕੋਲੇ ਤੇ ਕੀ ਵਿਕਲਪ ਰਹਿ ਜਾਂਦੇ ਨੇ? ਸਰਕਾਰ ਤਾਂ ਸੁਪਰੀਮ ਕੋਰਟ ਪਿਛਲੀ ਵਾਰ ਵੀ ਜਦੋਂ ਅਸੀਂ ਸਪੈਸ਼ਲ ਸੈਸ਼ਨ ਕਾਲ ਕਰਨ ਦੀ ਗੱਲ ਕੀਤੀ ਸੀ ਤੇ ਉਦੋਂ ਵੀ ਗਵਰਨਰ ਨੇ ਕਿਹਾ ਕਿ ਮੈਂ ਨਹੀਂ ਕਾਲ ਕਰਦਾ, ਫਿਰ ਉਸ ਤੋਂ ਬਾਅਦ ਕਾਲ ਕਰਨਾ ਪਿਆ। ਅੱਜ ਅਗਰ ਸੋਲਿਸਿਟਰ ਜਨਰਲ ਨੇ ਸੁਪਰੀਮ ਕੋਰਟ ਦੇ ਵਿੱਚ ਬਿਆਨ ਦੇਣਾ ਹੀ ਸੀਗਾ ਕਿ ਹਾਂਜੀ ਇਹ ਸਰਕਾਰ ਬੁਲਾ ਸਕਦੀ ਹੈ ਸੈਸ਼ਨ, ਬਜਟ ਸੈਸ਼ਨ, ਤੇ ਪਹਿਲਾਂ ਹੀ ਕਿਉਂ ਨਾ ਅਲਾਉ ਕੀਤਾ ਸੁਪਰੀਮ ਕੋਰਟ ਤੋਂ ਬਾਹਰ? ਅਗਰ ਤੁਸੀਂ ਐਡਾ ਗੈਰ ਜ਼ਿੰਮੇਵਾਰਾਨਾ ਰਵੱਈਆ ਗਵਰਨਰ ਹਾਊਸ ਤੋਂ ਚੱਲ ਰਿਹਾ ਤੇ ਤੁਸੀਂ ਬਾਹਰ ਗੱਲ ਕੁਝ ਹੋਰ ਕਰ ਰਹੇ ਹੋ ਤੇ ਸੁਪਰੀਮ ਕੋਰਟ 'ਚ ਜਾ ਕੇ ਤੁਹਾਡਾ ਵਕੀਲ ਬਿਆਨ ਦੇ ਰਿਹਾ, ਤੇ ਫਿਰ ਇਹ ਬੜੀ ਸ਼ਰਮਨਾਕ ਗੱਲ ਹੈ। ਅਸੀਂ ਤਾਂ ਇੱਕ ਸਿਰਫ ਇੰਨੀ ਗੱਲ ਜ਼ਰੂਰ ਕਹਿੰਦੇ ਆ ਕਿ ਗਵਰਨਰ ਹਾਊਸ ਨੂੰ ਰਾਜਨੀਤੀ ਦਾ ਅਖਾੜਾ ਨਹੀਂ ਬਣਾਉਣਾ ਚਾਹੀਦਾ। ਗਵਰਨਰ ਟਿੱਪਣੀਆਂ ਦਾ ਜ਼ਿਕਰ ਕਰ ਰਹੇ ਹੋ, ਉਹਨਾਂ ਦੇ ਵਿੱਚ ਇੱਕ ਟਿੱਪਣੀ ਇਹ ਵੀ ਹੈ ਕਿ ਪਾਬੰਦ ਹੋਵੇਗਾ ਜਾਣਕਾਰੀ ਦੇਣ ਦੇ ਲਈ। ਨਹੀਂ, ਦੇਖੋ ਅਸੀਂ ਜਾਣਕਾਰੀ ਕਦੇ ਵੀ ਚੁਣੀ ਹੋਈ ਸਰਕਾਰ ਕੋਈ ਵੀ ਹੋਵੇ, ਜੇ ਗਵਰਨਰ ਨੂੰ ਜਾਣਕਾਰੀ ਚਾਹੀਦੀ ਹੈ ਤੇ ਉਹ ਕਦੇ ਵੀ ਮਨਾ ਨਹੀਂ ਕਰਦੀ। ਮਸਲਾ ਤਾਂ ਇਹ ਹੈ ਕਿ ਅਸੀਂ ਡੇ ਟੂ ਡੇ ਅਫੇਅਰਸ ਦੇ ਵਿੱਚ ਇੰਟਰਫੇਅਰਸ ਕਰਨਾ, ਠੀਕ ਹੈ, ਦਿੱਲੀ ਦੇ ਆਕਾਮਾਂ ਤੋਂ ਆਦੇਸ਼ ਲੈਣਾ, ਉਹਦੇ ਤੇ ਜਾ ਕੇ ਪੋਲੀਟੀਕਲ ਸਟੇਟਮੈਂਟ ਜਾਰੀ ਕਰਨੀ, ਉਹਦੇ ਤੇ ਜਾ ਕੇ ਪੋਲਿਟਿਕਸ ਕਰਨੀ। ਅੱਜ ਕਿੱਥੇ ਜਿੱਥੇ ਬੀਜੇਪੀ ਦੀਆਂ ਸਰਕਾਰਾਂ ਨੇ ਉੱਥੇ ਮੈਨੂੰ ਤੁਸੀਂ ਦੱਸੋ ਵੀ ਗਵਰਨਰ ਕਿੱਥੇ ਇਦਾਂ ਡੇ ਟੂ ਡੇ ਇੰਟਰਫੇਅਰਸ ਕਰਦੇ ਆ? ਅੱਜ ਕਾਂਗਰਸ ਦੀਆਂ ਸਰਕਾਰਾਂ ਰੇਲ ਕੀਤੀਆਂ ਨੇ ਗਵਰਨਰ ਨੇ, ਸੈਂਟਰ ਨੇ ਕੀਤੀਆਂ ਨਹੀਂ ਹੈ। ਕਰਨਾਟਕਾ ਦੀ ਐਗਜ਼ਾਮਪਲ ਲੈ ਲਓ, ਤੁਸੀਂ ਮੱਧ ਪ੍ਰਦੇਸ਼ ਦੀ ਐਗਜ਼ਾਮਪਲ ਲੈ ਲਓ, ਤੁਸੀਂ ਗੋਆ ਦੀ ਐਗਜ਼ਾਮਪਲ ਲੈ ਲਓ, ਕਿੱਥੇ ਤੁਸੀਂ ਐਗਜ਼ਾਮਪਲ ਤੁਸੀਂ ਕਹਿ ਰਹੇ ਹੋ ਕਿ ਡੀਰੇਲ ਕਰਨ, ਸਰਕਾਰ ਨੂੰ ਡੀਰੇਲ ਕਰਨ ਦੀ ਕੋਸ਼ਿਸ਼ ਜਿਹੜੀ ਨਾਕਾਮ ਹੋ ਗਈ। ਗਵਰਨਰ ਨਾਕਾਮ, ਬਿਲਕੁਲ ਨਾਕਾਮ ਹੋਣੀ ਹੈ, ਕਿਉਂਕਿ ਹਿੰਦੁਸਤਾਨ ਦੇ ਵਿੱਚ ਇੰਡੀਪੈਂਡੈਂਟ ਜੁਡੀਸ਼ਰੀ ਹੈ। ਤੁਸੀਂ ਸੰਵਿਧਾਨ ਕੀ ਕਹਿੰਦਾ? ਸੰਵਿਧਾਨ ਦੀ ਪ੍ਰੀਐਮਬਲ ਅਗਰ ਤੁਸੀਂ ਪੜੋਗੇ ਤਾਂ ਸੰਵਿਧਾਨ ਕਹਿੰਦਾ ਕਿ ਹਿੰਦੁਸਤਾਨ ਇਜ਼ ਏ ਸੋਸ਼ਲਿਸਟ ਰਿਪਬਲਿਕ, ਡੈਮੋਕ੍ਰੈਟਿਕ ਐਂਡ ਰਿਪਬਲਿਕ ਕੰਟਰੀ। ਡੈਮੋਕ੍ਰੈਟਿਕ ਰਿਪਬਲਿਕ ਕਿਵੇਂ ਬਣਦਾ? ਡੈਮੋਕ੍ਰੈਟਿਕ ਰਿਪਬਲਿਕ ਗਵਰਨਰ ਨਾਲ ਥੋੜੀ ਬਣਦਾ। ਡੈਮੋਕ੍ਰੈਟਿਕ ਰਿਪਬਲਿਕ ਤਾਂ ਚੁਣੀ ਹੋਈ ਸਰਕਾਰ ਨਾਲ ਬਣਦਾ। ਜਿੱਥੇ ਪੰਜਾਬ ਦੇ 3 ਕਰੋੜ ਲੋਕਾਂ ਨੇ ਵੋਟ ਪਾਈ ਹੈ, ਜਿੱਥੇ ਉਹਨਾਂ ਨੇ ਚੁਣੀ ਹੋਈ ਸਰਕਾਰ 42% ਵੋਟਾਂ ਦੇ ਨਾਲ 92 ਸੀਟਾਂ ਦੇ ਕੇ ਆਮ ਆਦਮੀ ਪਾਰਟੀ ਨੂੰ ਪਾਵਰ ਦੇ ਵਿੱਚ ਲੈ ਕੇ ਆਂਦਾ। ਇਹ ਡੈਮੋਕ੍ਰੈਟਿਕ ਔਰ ਰਿਪਬਲਿਕ ਦਾ ਕਨਸੈਪਟ ਹੈ। ਗਵਰਨਰ ਕਦੇ ਫਲੈਗ ਹੋਸਟਿੰਗ ਨਹੀਂ ਕਰਦਾ। ਡੈਮੋਕ੍ਰੈਟਿਕ ਰਿਪਬਲਿਕ ਆਪਾਂ ਮੈਂ ਬਾਕੀ ਮਹਿਮਾਨਾਂ ਦਾ ਰੁਖ ਕਰਾਂ, ਜਾਣਕਾਰੀ ਤਾਂ ਦੇਣੀ ਹੋਏਗੀ ਨਾ ਸਰ, ਜਾਣਕਾਰੀ ਨਹੀਂ ਦੇਣੀ ਹੋਏਗੀ। ਦੇਖਿਆ 15 ਅਗਸਤ ਦਾ 26 ਜਨਵਰੀ ਨੂੰ ਕਦੇ ਗਵਰਨਰ ਦਾ ਪ੍ਰੈਰੋਗੇਟਿਵ ਹੈ? ਗਵਰਨਰ ਫਲੈਗ ਹੋਸਟਿੰਗ ਕਰਦਾ? ਪ੍ਰੈਜ਼ੀਡੈਂਟ ਆਫ ਇੰਡੀਆ ਕਰਦੇ ਆ।
ਜਦ ਮੰਤਰੀ ਕਰਦੇ ਆ, ਮੁੱਖ ਗਵਰਨਰ ਵੀ ਮੰਤਰੀ ਕਰਦੇ ਕਰਦੇ ਆ, ਆ, ਪ੍ਰਾਈਮ I ਮਿਨਿਸਟਰ think so, ਕਰਦੇ ਆ, ਗਵਰਨਰ ਕਰਦੇ ਆ। ਕਿਤੇ ਜਿੱਥੇ ਗਵਰਨਰੀ ਰੂਲ ਹੁੰਦਾ ਉਦੋਂ ਕਰਦੇ ਆ। ਨਹੀਂ ਸਟੇਟ ਦੇ ਵਿੱਚ ਵੀ ਉਹ ਕਿਤੇ ਨਾ ਕਿਤੇ ਜਾ ਕੇ ਤਾਂ ਕਰਦੇ ਹੀ ਹੋਣਗੇ, ਜਿਵੇਂ ਸੀਐਮ ਕਰਦੇ ਹੋਏ ਬਾਕੀ ਕੈਬਨਿਟ ਮੰਤਰੀ ਕਰਦੇ ਆ। ਚਲੋ ਆਪਾਂ ਉਸ ਵਾਲੇ ਪਾਸੇ ਨਹੀਂ ਜਾਣਾ। ਮੈਂ ਰੁਕ ਕਰਦਾ। ਜੈਬਾਨ ਜੀ ਸਾਡੇ ਨਾਲ ਨੇ, ਬੀਜੇਪੀ ਨੂੰ ਰਿਪਰੈਜ਼ੈਂਟ ਕਰ ਰਹੇ ਨੇ। ਜੈਬਾਨ ਜੀ, ਇਹ ਕੋਸ਼ਿਸ਼ ਸੀ ਜਿਹੜੀ ਸੁਪਰੀਮ ਕੋਰਟ ਨੇ ਨਾਕਾਮ ਕਰ ਦਿੱਤੀ, ਆਮ ਆਦਮੀ ਪਾਰਟੀ ਕਹਿ ਰਹੀ ਹੈ ਕਿ ਸਰਕਾਰ ਨੂੰ ਡੀਰੇਲ ਕਰਨ ਦੀ ਇਹ ਪੂਰੀ ਕੋਸ਼ਿਸ਼ ਕੀਤੀ ਗਈ ਸੀ ਗਵਰਨਰ ਦੇ ਜ਼ਰੀਏ, ਜਿਸ ਨੂੰ ਸੁਪਰੀਮ ਕੋਰਟ ਨੇ ਸਪਸ਼ਟ ਸ਼ਬਦਾਂ ਦੇ ਵਿੱਚ ਕਹਿ ਦਿੱਤਾ ਹੈ ਕਿ ਸਰਕਾਰ ਲੋਕਾਂ ਵੱਲੋਂ ਚੁਣੀ ਗਈ ਹੀ ਹੈ। ਇਹ ਆਮ ਆਦਮੀ ਪਾਰਟੀ ਦਾ ਤਰਕ ਹੈ। ਥੈਂਕ ਯੂ ਗੌਰਵ ਜੀ। ਪਹਿਲੀ ਗੱਲ ਤੇ ਜਿਹੜਾ ਇਹਨਾਂ ਨੇ ਲਫ਼ਜ਼ ਕਿਹਾ ਨਾ ਕਿ ਸੁਪਰੀਮ ਕੋਰਟ ਨੇ ਫੈਸਲਾ ਦਿੱਤਾ ਹੈ, ਸੁਪਰੀਮ ਕੋਰਟ ਨੇ ਕੋਈ ਫੈਸਲਾ ਨਹੀਂ ਦਿੱਤਾ, ਕਿਉਂਕਿ ਕੇਸ ਸੁਪਰੀਮ ਕੋਰਟ 'ਚ ਸ਼ੁਰੂ ਹੋਣ ਤੋਂ ਪਹਿਲੇ ਹੀ ਸੁਪਰੀਮ ਕੋਰਟ ਨੂੰ ਦੱਸ ਦਿੱਤਾ ਗਿਆ ਸੀਗਾ ਕਿ ਅਸੈਂਬਲੀ ਜਿਹੜੀ ਸੈਸ਼ਨ ਹੈ ਉਹ ਬੁਲਾ ਚੁੱਕੀ ਸੀਗੀ ਉਦੋਂ ਤੱਕ, ਤੇ ਉਹ ਕੇਸ ਜਿਹੜਾ ਉਹ ਇਨਵੈਲਿਡ ਹੈ। ਉਹਦੇ ਬਾਅਦ ਫਿਰ ਜਿਹੜੀਆਂ ਦਹਲੀਜ਼ਾਂ ਹੋਈਆਂ ਉਹਦੇ ਵਿੱਚ ਦੋਵੇਂ ਪਾਸਿਆਂ ਨੂੰ ਕੋਈ ਹਦਾਇਤ ਦਿੱਤੀ ਸੁਪਰੀਮ ਕੋਰਟ ਨੇ। ਤੇ ਦੂਸਰੀ ਗੱਲ ਇਹ ਹੈ, ਤੁਸੀਂ ਕਿਹਾ ਸੀਗਾ ਕਿ ਕੌਣ ਜਿੱਤਿਆ ਕੌਣ ਹਾਰਿਆ, ਅੱਜ ਦਾ ਇਹ ਤੁਹਾਡਾ ਇਹ ਸਬਜੈਕਟ ਹੈ। ਮੈਂ ਕਹਿੰਦਾ ਕਿ ਪੰਜਾਬ ਹਾਰਿਆ। ਪੰਜਾਬ ਦੀ ਫੇਰ ਚੋਂ ਇੱਕ ਵਾਰ ਕੁਛ ਐਸੀ ਬੇਇੱਜ਼ਤੀ ਹੋ ਗਈ ਕਿ ਐਡੇ ਵੱਡਾ ਜਿਹੜਾ ਚੀਫ ਮਿਨਿਸਟਰ ਹੈ ਉਹਨੇ ਜਾ ਕੇ ਸਟੇਟ ਦੇ ਹੀ ਗਵਰਨਰ ਦੀ ਪਹਿਲੇ ਤੇ ਲੈਟਰਸ ਦੇ ਵਿੱਚ ਤੇ ਟਵੀਟ ਤੇ ਬੇਇੱਜ਼ਤੀ ਕੀਤੀ, ਤੇ ਫਿਰ ਵੇਟ ਕਰਨ ਦੇ ਬਗੈਰ, ਇੱਕ ਦਿਨ ਵੀ ਵੇਟ ਕਰਨ ਦੇ ਬਗੈਰ ਸੁਪਰੀਮ ਕੋਰਟ 'ਚ ਜਾ ਕੇ ਤੇ ਕੇਸ ਪਾਤਾ। ਜਿਹੜਾ ਕੇਸ ਜਿਹੜਾ ਉਹ ਇੱਕਦਮ ਖਾਰਿਜ ਹੋ ਗਿਆ, ਕਿਉਂਕਿ ਕੇਸ ਦੇ ਵਿੱਚ ਕੋਈ ਬੁਨਿਆਦ ਹੀ ਨਹੀਂ ਸੀਗੀ। ਉਹ ਡੇਟ ਜਿਹੜੀ ਹੈ ਅਸੈਂਬਲੀ ਇਲੈਕਸ਼ਨ ਦੀ ਦੇ ਦਿੱਤੀ ਸੀਗੀ। ਮੇਰਾ ਤੀਸਰਾ ਪੁਆਇੰਟ ਹੈ ਜੋ ਕਿ ਦਰਸ਼ਕਾਂ ਨੂੰ ਵੀ ਦੱਸਣਾ ਪਏਗਾ ਜ਼ਰੂਰੀ, ਕਿ ਇਹ ਦੱਸਣ ਸਾਡੇ ਮਿੱਤਲ ਸਾਹਿਬ ਕਿ ਅਭਿਸ਼ੇਕ ਸੰਘਵੀ ਨੂੰ ਹਾਇਰ ਕਰਨ ਵਾਸਤੇ ਉਹਨੂੰ ਕਿੰਨੇ ਪੈਸੇ ਦਿੱਤੇ, ਤੇ ਉਹ ਪੈਸੇ ਇਹਨਾਂ ਨੇ ਕਿਹੜੇ ਅਕਾਊਂਟ ਦੇ ਵਿੱਚੋਂ ਕੱਢੇ ਨੇ, ਤੇ ਕਿੰਨਾ ਕੁ ਇਹਨਾਂ ਨੇ ਆਪਣੇ ਈਗੋ ਦੇ ਵਾਸਤੇ ਤੇ ਆਪਣੀ ਇੱਕ ਫਾਲਸ ਬਰਾਵਡੋ ਵਾਸਤੇ ਇਹਨਾਂ ਨੇ ਨੁਕਸਾਨ ਕਰਾਤਾ ਸਾਡੇ ਐਕਸਚੇਕਰ ਦਾ ਜੀ। ਦੂਸਰਾ, ਇਹਨਾਂ ਦੀ ਆਮ ਆਦਮੀ ਪਾਰਟੀ ਦੀ ਤੁਸੀਂ ਪਹਿਲੇ ਪੁਰਾਣੀ ਦੇਖ ਲਓ, ਅੱਜ ਤੱਕ ਕੋਈ ਵੀ ਐਸਾ ਗਵਰਨਰ ਨਹੀਂ ਆਇਆ, ਕੋਈ ਵੀ ਲੈਫਟੀਨੈਂਟ ਗਵਰਨਰ ਨਹੀਂ ਆਇਆ ਜਿਨ੍ਹਾਂ ਨਾਲ ਇਹਨਾਂ ਦੀ ਬਣਦੀ ਹੋਏ। ਇਹਨਾਂ ਦੀ ਪਾਲਿਸੀ ਹੈ ਕਿ ਤੁਸੀਂ ਗਵਰਨਰ ਲੈਫਟੀਨੈਂਟ ਗਵਰਨਰ ਦੇ ਨਾਲ ਇੱਕ ਲੜਾਈ ਤੇ ਵਿਵਾਦ ਪਾ ਕੇ ਰੱਖੋ, ਤੇ ਉਹਦੇ ਨਾਲ ਕੁਝ ਥੋੜੇ ਜਿਹੇ ਸੈਂਸੇਸ਼ਨਲਿਸਟ ਮੀਡੀਆ ਪੁਆਇੰਟਸ ਜਿਹੜੇ ਕਮਾਉਣ ਦੀ ਕੋਸ਼ਿਸ਼ ਕਰੋ ਬੀਜੇਪੀ ਦੇ ਨਾਲ। ਇਹ ਆਪਣੀ ਨਾਦਾਨੀ ਦੇ ਵਿੱਚ ਇਹ ਨਹੀਂ ਸਮਝਦੇ ਕਿ ਜਿਹੜਾ ਗਵਰਨਰ ਹੁੰਦਾ ਜਾਂ ਲੈਫਟੀਨੈਂਟ ਗਵਰਨਰ ਹੁੰਦਾ ਉਹ ਇੱਕ ਕਨਸਟੀਟਿਊਸ਼ਨਲ ਅਪਾਇੰਟਮੈਂਟ ਹੈ, ਉਹਦਾ ਬੀਜੇਪੀ ਦੇ ਨਾਲ ਕੋਈ ਲੈਣਾ ਦੇਣਾ ਹੀ ਨਹੀਂ ਹੈ। ਤੇ ਉਹਦੀ ਕੋਈ ਮਰਿਆਦਾ ਹੈ, ਉਹਦੇ ਆਫਿਸ ਦੀ ਮਰਿਆਦਾ ਹੈ। ਬਾਰ-ਬਾਰ ਇਹ ਗਵਰਨਰ ਦੀ ਬੇਇੱਜ਼ਤੀ ਕਰਦੇ ਨੇ, ਇਹ ਸੋਚ ਕੇ ਕਿ ਗਵਰਨਰ ਤੇ ਲੈਫਟੀਨੈਂਟ ਗਵਰਨਰ ਦੀ ਬੇਇੱਜ਼ਤੀ ਕਰਕੇ ਬੀਜੇਪੀ ਦੀ ਬੇਇੱਜ਼ਤੀ ਕਰ ਰਹੇ ਨੇ। ਬੀਜੇਪੀ ਦੀ ਬੇਇੱਜ਼ਤੀ ਨਹੀਂ ਕਰ ਰਹੇ, ਆਪਣੀ ਸਟੇਟ ਦੀ ਬੇਇੱਜ਼ਤੀ ਕਰ ਰਹੇ ਨੇ, ਆਪਣੀ ਪਾਰਟੀ ਦੀ ਬੇਇੱਜ਼ਤੀ ਕਰ ਰਹੇ ਨੇ, ਆਪਣੇ ਤਰੀਕੇ ਦੀ ਬੇਇੱਜ਼ਤੀ ਕਰ ਰਹੇ ਨੇ। ਗਵਰਨਰ ਨੇ ਕੋਈ ਐਸੀ ਗੱਲ ਨਹੀਂ ਸੀ ਪੁੱਛੀ ਜਿਹੜੀ ਕਿ ਗਲਤ ਸੀਗੀ। ਇਹ ਗੱਲ ਤੇ ਕਹਿਤੀ ਹੈ ਨਾ ਸੁਪਰੀਮ ਕੋਰਟ ਨੇ ਕਿ ਉਹਨੇ ਐਸੀ ਕੋਈ ਗੱਲ ਨਹੀਂ ਸੀ ਪੁੱਛੀ ਜਿਹੜੀ ਗਲਤ ਸੀਗੀ। ਤੇ ਉਹਨਾਂ ਗਵਰਨਰ ਸੁਪਰੀਮ ਕੋਰਟ ਨੇ ਇਹ ਵੀ ਕਿਹਾ ਕਿ ਤੁਹਾਡਾ ਟੋਨ ਐਂਡ ਟੈਨਰ ਆਫ ਯੋਰ ਲੈਟਰ ਵਾਸ ਨਾਟ ਗੁੱਡ, ਤੇ ਇਸ ਤਰੀਕੇ ਦੇ ਨਾਲ ਇਹਨਾਂ ਨੂੰ ਧਕਾਰਿਆ ਗਿਆ ਹੈ। ਤੇ ਇਹਨਾਂ ਨੂੰ ਮੇਰੇ ਖਿਆਲ ਇਹਦੇ ਬਾਅਦ ਸਮਝ ਆ ਜਾਣੀ ਚਾਹੀਦੀ ਹੈ ਕਿ ਇਹਨਾਂ ਨੂੰ ਗਵਰਨਰ ਦੇ ਨਾਲ ਬਣਾ ਕੇ ਰੱਖਣੀ ਹੋਈ, ਨਾਲ ਪੇਸ਼ ਆਣਾ ਚਾਹੀਦਾ। ਠੀਕ ਹੈ। ਮੈਂ ਤੁਹਾਡੇ ਕੋਲ ਵਾਪਸ ਆਉਣਾ, ਸਾਰੀਆਂ ਸਟੇਟ ਦੇ ਵਿੱਚ ਆਉਂਦੇ ਨੇ। ਮੈਂ ਇੱਥੇ ਦੁਬਾਰਾ ਇਹ ਕਹਿਣਾ ਚਾਹੁੰਦਾ, ਮੈਂ ਪਹਿਲੇ ਵੀ ਦੱਸਿਆ ਕਿ ਇਸੇ ਸਟੇਟ ਦੇ ਵਿੱਚ ਪਹਿਲੇ ਵੀਪੀ ਸਿੰਘ ਬਡਨੌਰ ਸੀਗੇ ਤੇ ਨਾਲ ਕਾਂਗਰਸ ਦੀ ਸਰਕਾਰ ਸੀਗੀ। ਇੱਕ ਵਾਰ ਵੀ ਕੋਈ ਉਹਨਾਂ ਦਾ ਕੋਈ ਪ੍ਰੋਬਲਮ ਨਹੀਂ ਆਇਆ, ਕੋਈ ਐਸੀ ਗੱਲ ਨਹੀਂ ਹੋਈ। ਅਗਰ ਪ੍ਰੋਬਲਮ ਸੀਗੀ ਤੇ ਉਹ ਆਪਸ ਦੇ ਵਿੱਚ ਉਹਨੂੰ ਨਿਪਟਾ ਲੈਂਦੇ ਸੀਗੇ, ਇੱਕ ਬੜੇ ਮੈਚੁਰ ਤੇ ਕਨਸਟੀਟਿਊਸ਼ਨਲ ਤਰੀਕੇ ਨਾਲ ਨਿਪਟਾਉਂਦੇ ਸੀਗੇ। ਘੱਟ ਤੋਂ ਘੱਟ ਇਸ ਤਰੀਕੇ ਦੇ ਨਾਲ ਸਾਡਾ ਮੀਡੀਆ ਦੇ ਵਿੱਚ ਪੰਜਾਬ ਦੀ ਬੇਇੱਜ਼ਤੀ ਨਹੀਂ ਸੀ ਕਰਵਾਉਂਦੇ, ਜਿੱਦਾਂ ਆਮ ਆਦਮੀ ਪਾਰਟੀ ਨੇ ਹੁਣ ਕਰਵਾਤੀ ਹੈ। ਠੀਕ ਹੈ ਮਿੱਤਲ ਜੀ, ਤੁਸੀਂ ਇਕੱਠੇ ਜਵਾਬ ਦਿਓ। ਇੱਕ ਵਾਰ ਮੈਂ ਸਾਰਿਆਂ ਨੂੰ ਐਡ ਕਰ ਲਵਾਂ। ਮੈਂ ਰੁਕ ਕਰਦਾ ਕਾਂਗਰਸ ਦਾ। ਖੜਿਆਲ ਸਾਹਿਬ ਸਾਡੇ ਨਾਲ ਨੇ। ਖੜਿਆਲ ਸਾਹਿਬ, ਕਿਸ ਦੀ ਜਿੱਤ ਕਿਸ ਦੀ ਹਾਰ ਕਾਂਗਰਸ ਦੀ ਨਜ਼ਰ ਦੇ ਨਾਲ? ਹਾਰ ਜੇ ਕਿਸੇ ਦੀ ਗੌਰਵ ਜੀ ਹੋਈ ਹੈ ਤੇ ਉਹ ਪੰਜਾਬ ਦੀ ਹੋਈ ਹੈ, ਪੰਜਾਬ ਦੇ ਲੋਕਾਂ ਦੀ ਹੋਈ ਹੈ ਤੇ ਪੰਜਾਬ ਦੇ ਫਿਊਚਰ ਦੀ ਹੋਈ ਹੈ। ਇਹ ਗਵਰਨਰ ਸਾਹਿਬ ਤੇ ਸਰਕਾਰ ਦੇ ਵਿੱਚ ਜਿਹੜੀ ਟਸਲ ਹੈ ਇਹ ਹੁਣ ਨਹੀਂ ਗੌਰਵ ਜੀ ਸ਼ੁਰੂ ਹੋਈ, ਇਹ ਤੋਂ ਪਹਿਲਾਂ ਵੀ ਇਨਸੀਡੈਂਟਸ ਹੋਏ ਆ। ਤੁਸੀਂ ਦੇਖੋ ਗਵਰਨਰ ਸਾਹਿਬ ਨੇ 3 ਦੌਰੇ ਕੀਤੇ ਸੀਗੇ 10 ਮਹੀਨਿਆਂ ਦੇ ਵਿੱਚ, ਉਹ ਤੋਂ ਪਹਿਲਾਂ ਵੀ ਇਹ ਜੇ ਇਸ਼ੂਸ ਹੋ ਰਹੇ ਸੀ। ਸੋ ਆਮ ਆਦਮੀ ਪਾਰਟੀ ਦੇ ਗਵਰਨਰ ਸਾਹਿਬ ਕਰਕੇ ਜੇ ਕੋਈ ਸਫਰ ਕਰ ਰਿਹਾ ਤੇ ਉਹ ਹੈ ਪੰਜਾਬ। ਹੁਣ ਦੂਜੀ ਗੱਲ ਗੌਰਵ ਜੀ, ਜ਼ਰੂਰੀ ਗੱਲ ਕਿ ਆਮ ਆਦਮੀ ਪਾਰਟੀ ਸੁਪਰੀਮ ਕੋਰਟ ਤਾਂ ਜਾ ਵੜੀ, ਲੇਕਿਨ ਮੈਂ ਇਹਨਾਂ ਨੂੰ ਪੁੱਛਣਾ ਚਾਹਣਾ ਵੀ ਕਿਤੇ ਗਵਰਨਰ ਸਾਹਿਬ ਨੇ ਕੀ ਲਿਖਿਆ ਸੀਗਾ ਵੀ ਮੈਂ ਸੈਸ਼ਨ ਨਹੀਂ ਬੁਲਾਉਣਾ, ਕਿਤੇ ਰਿਫਿਊਜ਼ ਕੀਤਾ ਸੀਗਾ ਜੋ ਤੁਸੀਂ ਸੁਪਰੀਮ ਕੋਰਟ ਗਏ? ਉਹਨਾਂ ਨੇ ਇਹ ਗੱਲ ਕਹੀ ਸੀ ਕਿ ਮੈਨੂੰ ਲੀਗਲ ਓਪੀਨੀਅਨ ਲੈਣਾ ਪੈਣਾ ਹੈ ਕਿਉਂਕਿ ਸੀਐਮ ਸਾਹਿਬ ਦੀ ਜਿਹੜੀ ਸ਼ਬਦਾਵਲੀ ਹੈ ਲੈਟਰ ਦੇ ਵਿੱਚ ਉਹ ਡੈਰੋਗੇਟਰੀ ਤੇ ਅਨਪਾਰਲੀਮੈਂਟਰੀ ਹੈ।
ਤੇ ਆਮ ਆਦਮੀ ਪਾਰਟੀ ਇਹ ਗੱਲ ਦੱਸੇ ਹੁਣ ਜੋ ਜੈਬੰਦ ਸਾਹਿਬ ਨੇ ਪੁੱਛਿਆ ਹੈ, ਮੇਰਾ ਵੀ ਸਵਾਲ ਸੀਗਾ ਪੈਸਾ ਕਿੰਨਾ ਖਰਚਾ ਗਿਆ ਤੇ ਕਿਹਨੇ ਖਰਚਿਆ, ਤੇ ਜ਼ਰੂਰੀ ਗੱਲ ਗੌਰਵਜੋਤ ਵੀ ਜ਼ਰੂਰੀ ਕਿ ਪੰਜਾਬ ਦੇ ਏਜੀ ਆਫਿਸ ਚੋਂ ਕੋਈ ਨਹੀਂ ਜਾ ਸਕਦਾ ਸੀਗਾ। ਤੁਸੀਂ ਏਜੀ ਅਪਾਇੰਟ ਕੀਤੇ ਨੇ, ਤੁਸੀਂ ਉਹਨਾਂ ਤੇ ਆਪਦਾ ਕੌਨਫੀਡੈਂਸ ਸ਼ੋ ਕੀਤਾ ਹੈ, ਪੰਜਾਬ ਦੀ ਇੱਕ ਟੀਮ ਬਣਾਈ ਹੈ, ਤੇ ਫਿਰ ਉਹਦੇ ਬਾਵਜੂਦ ਤੁਸੀਂ ਏਜੀ ਆਫਿਸ ਚੋਂ ਨਹੀਂ ਭੇਜਿਆ ਕਿਸੇ ਨੂੰ ਰਿਪਰੈਜ਼ੈਂਟ ਕਰਨ ਲਈ, ਤੁਹਾਨੂੰ ਇੱਕ ਪ੍ਰਾਈਵੇਟ ਲਾਇਰ ਇੰਗੇਜ ਕਰਨੇ ਪਏ। ਤੇ ਆਮ ਆਦਮੀ ਪਾਰਟੀ ਇਸ ਗੱਲ ਦਾ ਜਵਾਬ ਦੇਵੇ ਵੀ ਕਿਉਂ ਨਹੀਂ ਕੌਨਫੀਡੈਂਸ ਸ਼ੋ ਕੀਤਾ ਆਪਦੀ ਟੀਮ ਤੇ ਜੋ ਆਪ ਇਹਨਾਂ ਨੇ ਬੇਸਿਕਲੀ ਇੱਥੇ ਸਿਲੈਕਟ ਕੀਤੀ ਹੈ। ਅਗਲੀ ਗੌਰਵ ਜੀ ਇਹ ਹੈ ਕਿ ਸੁਪਰੀਮ ਕੋਰਟ ਨੇ ਕਲੀਅਰ ਕਰਤਾ ਕਿ ਗਵਰਨਰ ਦੀ ਵੀ ਡੈਰੀਲਿਕਸ਼ਨ ਹੈ, ਕਮੀ ਪੇਸ਼ੀ ਹੈ, ਤੇ ਸਰਕਾਰ ਦੀ ਵੀ ਕਮੀ ਪੇਸ਼ੀ ਰਹੀ ਹੈ। ਲੇਕਿਨ ਇੱਕ ਆਬਜ਼ਰਵੇਸ਼ਨ ਉਹਨਾਂ ਨੇ ਦਿੱਤੀ, ਆਬਜ਼ਰਵੇਸ਼ਨ ਇਹ ਹੈ ਕਿ ਆਰਟੀਕਲ 167 ਦੇ ਤਹਿਤ ਗਵਰਨਰ ਸਾਹਿਬ ਸਵਾਲ ਪੁੱਛ ਸਕਦੇ ਹੈ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਡਿਊਟੀ ਬਾਉਂਡ ਹੈ ਟੂ ਫਰਨਿਸ਼ ਇਨਫੋਰਮੇਸ਼ਨ। ਇਹ ਕਲੀਅਰ ਹੋ ਗਿਆ, ਸੁਪਰੀਮ ਕੋਰਟ ਨੇ ਕਰਤਾ। ਆਮ ਆਦਮੀ ਪਾਰਟੀ ਅੰਬੇਦਕਰ ਸਾਹਿਬ ਦੀ ਫੋਟੋ ਲਾਉਂਦੀ ਆਪਦੇ ਪਿੱਛੇ, ਉਹੀ ਅੰਬੇਦਕਰ ਸਾਹਿਬ ਨੇ ਸੰਵਿਧਾਨ ਬਣਾਇਆ ਹੈ ਜਿਹਦੇ ਵਿੱਚ ਆਰਟੀਕਲ 167 ਲਿਖਿਆ ਹੋਇਆ ਹੈ। ਤੇ ਹੁਣ ਆਮ ਆਦਮੀ ਪਾਰਟੀ ਤੋਂ ਗੌਰਵ ਜੀ ਸਵਾਲ ਲਓ ਵੀ ਕਿਹੜੀ ਤਰੀਕ ਤੱਕ ਉਹ ਸਵਾਲਾਂ ਦੇ ਜਵਾਬ ਦਊਗੀ ਆਮ ਆਦਮੀ ਪਾਰਟੀ, ਕਿਉਂਕਿ ਗਵਰਨਰ ਸਾਹਿਬ ਨੂੰ ਵੀ ਪੰਜਾਬ ਦੇ ਲੋਕਾਂ ਨੇ ਲਿਖਿਆ ਇਹ ਲੈਟਰ। ਨਹੀਂ, ਪਰ ਸੁਪਰੀਮ ਕੋਰਟ ਨੇ, ਖੜਿਆਲ ਸਾਹਿਬ, ਸੁਪਰੀਮ ਕੋਰਟ ਨੇ ਇਹ ਵੀ ਕਹਿ ਦਿੱਤਾ, ਮਿੱਤਲ ਜੀ ਉਸਦੇ ਉੱਪਰ ਰਿਐਕਟ ਕਰਨਗੇ, ਪਰ ਮੈਂ ਐਡ ਕਰ ਦਵਾਂ ਕਿਉਂਕਿ ਸੁਪਰੀਮ ਕੋਰਟ ਦੇ ਵਿੱਚ ਇਹ ਵੀ ਟਿੱਪਣੀ ਹੈ ਸੁਪਰੀਮ ਕੋਰਟ ਦੇ ਵੱਲੋਂ। ਉਹ ਕਹਿੰਦੇ ਨੇ ਕਿ ਤੁਸੀਂ ਰੋਕ ਨਹੀਂ ਸਕਦੇ ਸੈਸ਼ਨ ਬੁਲਾਉਣ ਤੋਂ, ਬਹੁਤ ਕਲੀਅਰ ਹੈ ਕਿ ਤੁਸੀਂ ਰੋਕ ਨਹੀਂ ਸਕਦੇ ਸੈਸ਼ਨ ਬੁਲਾਉਣ ਤੋਂ। 100% governor has to act on the aid and advice of the council of ministers, no doubt about that, but ਇੱਥੇ ਗੱਲ 174 ਦੀ ਨਹੀਂ ਹੋ ਰਹੀ, ਗੱਲ 167 ਦੀ ਹੋ ਰਹੀ ਹੈ। ਗਵਰਨਰ ਸਾਹਿਬ ਦੀ ਵੀ ਡੈਰੀਲਿਕਸ਼ਨ ਕੀਤੇ ਤੋਂ ਪਹਿਲਾਂ ਮੈਂ ਕਿਹਾ ਤੇ ਕੀਤੀ ਸਰਕਾਰ ਨੇ ਵੀ, ਪਰ ਜੇ ਸਰਕਾਰ ਪਹਿਲੇ ਹੀ ਜਵਾਬ ਦੇ ਦਿੰਦੀ ਗੌਰਵ ਜੀ ਤਾਂ ਟਾਈਮ, ਸਾਡਾ ਪੈਸਾ, ਸਾਡੀ એનર્ਜੀ ਸਭ ਕੁਝ ਸੇਵ ਹੋ ਸਕਦਾ ਸੀਗਾ। ਤੇ ਹੁਣ ਆਮ ਆਦਮੀ ਪਾਰਟੀ ਇਹ ਦੱਸ ਦੇ, ਹੁਣ ਇਹ ਕਲੈਰੀਫਾਈ ਕਰਤਾ ਸੁਪਰੀਮ ਕੋਰਟ ਨੇ, ਆਮ ਆਦਮੀ ਪਾਰਟੀ ਨੇ ਜਿਹੜੇ ਪ੍ਰਿੰਸੀਪਲ ਭੇਜੇ ਸੀਗੇ, ਕ੍ਰਾਈਟੇਰੀਆ ਕੀ ਸੀ ਸਿਲੈਕਟ ਕਰਨ ਦਾ, ਕਿੰਨਾ ਪੈਸਾ ਖਰਚਾ ਗਿਆ, ਉਹਨਾਂ ਦੀ ਲੌਜਿਕ ਤੇ ਉਹਨਾਂ ਦੀ ਟਰੈਵਲ ਤੇ। ਦੂਜਾ ਦੱਸ ਦੇ, ਲਾਸਟ ਪੁਆਇੰਟ ਹੈ, ਐਡ ਤੇ ਕਿੰਨਾ ਪੈਸਾ ਖਰਚਿਆ ਅਜੇ ਤੱਕ, ਇਹ ਦੱਸ ਦੇ ਵੀ ਜਿਹੜੇ ਐਸਸੀ ਬੱਚਿਆਂ ਦਾ ਉਹਨਾਂ ਦਾ ਫਿਊਚਰ ਖਰਾਬ ਹੋ ਗਿਆ, ਪੜ੍ਹਾਈ ਛੁੱਟ ਗਈ ਕਿਉਂਕਿ ਤੁਸੀਂ ਪੈਸਾ ਨਹੀਂ ਦਿੱਤਾ, ਉਹ ਕਿਉਂ ਹੋਇਆ? ਨਵਲ ਅਗਰਵਾਲ ਸੀਨੀਅਰ ਆਫੀਸਰਸ ਦੀ ਮੀਟਿੰਗ 'ਚ ਕਿਉਂ ਬੈਠੇ ਨੇ ਜਦੋਂ ਉਹਨਾਂ ਕੋਲੇ ਅਹੁਦਾ ਕੋਈ ਨਹੀਂ ਸੀਨੀਅਰ ਆਫੀਸਰ ਦਾ, ਤੇ ਉਹ ਕੀ ਕੌਨਫੀਡੈਂਸ਼ੀਅਲ ਤੇ ਸਿਕਿਉਰਿਟੀ ਨੂੰ ਕੰਪਰੋਮਾਈਜ਼ ਨਹੀਂ ਕਰਦਾ? ਇਹ ਵੀ ਆਮ ਆਦਮੀ ਪਾਰਟੀ ਦੱਸੇ ਜਿਹੜੇ ਚੇਅਰਮੈਨ ਲਾਏ ਹੈ ਕਿ ਉਹਨਾਂ ਦੇ ਖਿਲਾਫ। ਚਲੋ ਮੈਂ ਇੱਕ ਵਾਰੀ ਉਹਨਾਂ ਦਾ ਜਵਾਬ ਲਾਉਂਗਾ, ਮੈਂ ਸਾਰਿਆਂ ਨੂੰ ਇਕੱਠੇ ਜਵਾਬ ਲੈਣ ਦੀ ਕੋਸ਼ਿਸ਼ ਕਰਾਂਗਾ। ਤੁਹਾਡੇ 2-3 ਪੁਆਇੰਟਸ ਨੇ, ਖਰਚੇ ਵਾਲਾ ਤੁਸੀਂ ਵੀ ਸਵਾਲ ਚੁੱਕਿਆ, ਜੈਬੰਸ਼ ਜੀ ਨੇ ਵੀ ਸਵਾਲ ਚੁੱਕਿਆ। ਇਸ ਦੇ ਨਾਲ ਦੇਖੋ ਪੁਆਇੰਟ ਤੁਸੀਂ ਇਹ ਵੀ ਚੁੱਕਿਆ ਕਿ ਜੇ ਜਵਾਬ ਪਹਿਲਾਂ ਦੇ ਦਿੱਤਾ ਜਾਂਦਾ ਤਾਂ ਸ਼ਾਇਦ ਸੁਪਰੀਮ ਕੋਰਟ ਜਾਣ ਦੀ ਜ਼ਰੂਰਤ ਨਾ ਪੈਂਦੀ। ਮੈਂ ਟਾਂਡਾ ਸਾਹਿਬ ਦਾ ਰੁਖ ਕਰਦਾ, ਮਿੱਤਲ ਜੀ ਉਸ ਤੋਂ ਬਾਅਦ ਤੁਸੀਂ ਰਿਐਕਟ ਕਰਿਓ। ਹਰੀਸ਼ ਰਾਏ ਟਾਂਡਾ ਜੀ, ਤੁਸੀਂ ਇਸ ਨੂੰ ਕਿਵੇਂ ਦੇਖਦੇ ਹੋ? ਦੇਖੋ ਪੁਆਇੰਟ ਇਹ ਹੈ ਕਿ ਲੋਕਤੰਤਰ ਦੀ ਇੱਕ ਖੂਬਸੂਰਤੀ ਵੀ ਹੈ ਕਿ ਜਦੋਂ ਕੋਈ ਦਿੱਕਤ ਹੋਵੇ ਤਾਂ ਫਿਰ ਅਦਾਲਤਾਂ ਹੈਗੀਆਂ ਨੇ ਕਿ ਚਲਿਆ ਜਾਵੇ ਕੋਈ ਸੁਪਰੀਮ ਕੋਰਟ। ਬੇਸ਼ੱਕ ਅੱਜ ਆਪਾਂ ਗੱਲ ਕਰ ਰਹੇ ਹਾਂ ਕਿ ਦੋ ਬਹੁਤ ਵੱਡੇ ਅਹੁਦਿਆਂ ਦੇ ਉੱਤੇ ਬੈਠੇ ਜਿਹੜੇ ਅਹੁਦੇਦਾਰ ਨੇ ਉਹਨਾਂ ਨੂੰ ਸੁਪਰੀਮ ਕੋਰਟ ਜਾਣਾ ਪਿਆ ਜਾਂ ਉਹਨਾਂ ਦੇ ਮੁੱਦੇ ਨੂੰ ਲੈ ਕੇ ਸੁਪਰੀਮ ਕੋਰਟ ਜਾਣਾ ਪਿਆ, ਪਰ ਇਹ ਵੀ ਲੋਕਤੰਤਰ ਹੈ ਨਾ। ਠੀਕ ਹੈ, ਕਿਸੇ ਨੂੰ ਕਿਸੇ ਗੱਲ ਦੇ ਉੱਤੇ ਇਤਰਾਜ਼ ਹੈ, ਚਾਹੇ ਗਵਰਨਰ ਨੇ ਚਾਹੇ ਸੀਐਮ ਨੇ, ਤਾਂ ਸੁਪਰੀਮ ਕੋਰਟ ਦੇ ਦਰਵਾਜ਼ੇ ਖੁੱਲੇ ਸੀ, ਉੱਥੇ ਚਲੇ ਗਏ ਤੇ ਉੱਥੋਂ ਦੋਵਾਂ ਨੂੰ ਟਿੱਪਣੀਆਂ ਮਿਲ ਗਈਆਂ, ਵਾਪਸ ਆ ਕੇ ਸੈਸ਼ਨ ਕਰਨਗੇ। ਗੌਰਵ ਜੀ, ਤੁਸੀਂ ਪੁੱਛਿਆ ਹੋਇਆ ਕੀ ਹੈ? ਪੰਜਾਬ ਸਰਕਾਰ ਲੈਡ ਬਾਈ ਭਗਵੰਤ ਸਿੰਘ ਮਾਨ ਹੈਜ਼ lost face and grace both, ਹਾਰ ਰਹੀ ਹੈ। ਇਸ ਮਤਲਬ ਜਿਹੜੀਆਂ ਟਿੱਪਣੀਆਂ ਉਸ ਦੇ ਨਾਲ ਐਗਜ਼ੈਕਟਲੀ ਟਿੱਪਣੀ ਨਹੀਂ, ਪੂਰਾ ਕਿਰਿਆਕਰਮ ਦੇਖੋ। ਗਵਰਨਰ ਹੈਡ ਨੈਵਰ ਰਿਫਿਊਜ਼ਡ, ਗਵਰਨਰ ਹੈਡ ਸੈਡ ਹੋਲਡ ਔਨ ਬਿਫੋਰ ਆਈ ਰਿਪਲਾਈ, ਕਿਉਂਕਿ ਤੁਸੀਂ ਜੋ ਮੈਨੂੰ ਸ਼ਬਦ ਵਰਤੇ ਹੈ ਉਹ ਡੈਰੋਗੇਟਰੀ ਹੈ, ਇਨਸਲਟਿੰਗ ਹੈ ਪਾਰਲੀਮੈਂਟਰੀ। ਨਾਓ ਭਗਵੰਤ ਮਾਨ ਜੀ ਦਾ ਬਿਹੇਵੀਅਰ ਏਦਾਂ ਸੀ ਜਿਵੇਂ ਇੱਕ ਰੁੜਦਾ ਜਵਾਕ ਪੰਗੂੜੇ 'ਚ ਅੰਗੂਠਾ ਚੁੱਪੇ ਤੇ ਮਾਂ ਅੰਗੂਠਾ ਕੱਢ ਦੇਵੇ ਤੇ ਉਹ ਜਿੰਨੇ ਖਿਡੌਣੇ ਆ ਭਗਾ ਭਗਾ ਕੇ ਮਾਰੇ। ਇਹ ਇੰਨਾ ਇਮੈਚੁਰ ਐਟੀਟਿਊਡ ਸੀਗਾ। ਇਹ ਭਗਵੰਤ ਮਾਨ ਜੀ ਨੂੰ ਰਿਅਲਾਈਜ਼ ਕਰਨਾ ਪੈਣਾ ਹੈ ਕਿ ਕਨਫਰੰਟੇਸ਼ਨ ਅਵੋਇਡੇਬਲ ਹੁੰਦੀ ਹੈ, ਲੋੜ ਨਹੀਂ ਹੁੰਦੀ। ਹੀ ਇਜ਼ ਇਮੈਚੁਰ ਇਨ ਗਵਰਨੈਂਸ। ਇਹਦੇ ਇਲਾਵਾ ਹੁਣ ਤੁਸੀਂ ਕਹਿੰਦੇ ਹੋ ਕਿ ਜਿਵੇਂ ਤੁਸੀਂ ਪੁੱਟ ਕਰਦੇ ਸੀਗੇ ਕਿ ਆਮ ਆਦਮੀ ਪਾਰਟੀ ਦੇ ਪੱਖ ਨੂੰ ਤੁਸੀਂ ਰੱਖ ਰਹੇ ਸੀਗੇ ਕਿ ਉਹਨੇ ਗਵਰਨਰ ਨੂੰ ਵੀ ਕਹਿ ਦਿੱਤਾ ਨਹੀਂ ਰੋਕ ਸਕਦਾ। ਨਹੀਂ, ਦੈਟ ਇਜ਼ ਅ ਪਾਸਿੰਗ ਰੈਫਰੈਂਸ ਕਿ ਯੈਸ
ਗਵਰਨਰ ਕੈਨੋਟ ਸਟਾਪ, ਬਟ ਐਟ ਦ ਸੇਮ ਟਾਈਮ ਤੁਸੀਂ ਜਵਾਬਦੇਹੀ ਹੋ। ਇਫ ਹੀ ਵਾਂਟਸ ਆਨਸਰਸ ਫਰਮ ਯੂ, ਇਫ ਯੂ ਪੁੱਟਸ ਕੁਐਸਚਨਸ ਟੂ ਯੂ, ਤੁਸੀਂ ਉਹਦੇ ਜਵਾਬ ਦੇਣੇ ਹੈ। ਇਹ ਕਹਿਣਾ ਕਿ ਇਹ ਕੌਣ ਹੁੰਦਾ ਮੈਨੂੰ ਪੁੱਛਣ ਵਾਲਾ, ਇਹ ਕਿਹੜਾ ਹੁੰਦਾ ਹੈ, ਮੈਂ 3 ਕਰੋੜ ਬੰਦਿਆਂ ਨੂੰ ਜਵਾਬ ਦੇ ਦੂੰਗਾ, ਮੈਂ ਇਹਨੂੰ ਜਵਾਬ ਨਹੀਂ ਦੇਣਾ। ਐਂਡ ਹੁਣ ਵੀ ਕਨਸਟੀਟਿਊਸ਼ਨ ਦੀ ਤਾਰੀਫ ਕੀਤੀ ਜਾ ਰਹੀ ਸੀ ਬੁਲਾਰੇ ਵੱਲੋਂ, ਆਮ ਆਦਮੀ ਪਾਰਟੀ ਵੱਲੋਂ। ਸਰ, ਡਿਊ ਅਪੋਲੋਜੀਜ਼, ਕਨਸਟੀਟਿਊਸ਼ਨ ਦੇ ਵਿੱਚ ਹੀ ਗਵਰਨਰ ਦਾ ਪ੍ਰੋਵੀਜ਼ਨ ਹੈ। ਉਸ ਗਵਰਨਰ ਨੂੰ ਕਹਿਣਾ ਇਹਨੂੰ ਹਟਾ ਦਿਓ, ਮੇਰੇ ਖਿਲਾਫ ਇਲੈਕਸ਼ਨਾਂ ਲੜਾ, ਜਾਂ 91 ਵਾਲਾ ਇਹਨਾਂ ਦਾ ਐਮਐਲਏ ਕਹਿੰਦਾ ਹੈ, ਟਰਾਈ ਟੂ ਅੰਡਰਸਟੈਂਡ ਇਟ। ਇੰਨਾ ਜ਼ਿਆਦਾ ਡਰਟੀ ਲਿਨਨ ਜਿਹੜਾ ਤੁਸੀਂ ਪਬਲਿਕ ਚ ਵਾਸ਼ ਕੀਤਾ ਹੈ, ਪਲੀਜ਼ ਇਟ ਇਜ਼ ਅਵੋਇਡੇਬਲ, ਡੋਂਟ ਡੂ ਇਟ ਇਨ ਫਿਊਚਰ। ਠੀਕ ਹੈ। ਐਂਡ ਪਹਿਲਾਂ ਵੀ ਰਹੇ ਆ ਗਵਰਨਮੈਂਟਸ, ਪਹਿਲਾਂ ਵੀ ਗਵਰਨਮੈਂਟਸ ਰਹੀਆਂ, ਕੈਪਟਨ ਅਮਰਿੰਦਰ ਰਹੇ ਹੈ, ਸਰ ਪ੍ਰਕਾਸ਼ ਸਿੰਘ, ਕਾਂਗਰਸ ਦੀ ਗਵਰਨਮੈਂਟਸ ਰਹੀਆਂ, ਪ੍ਰਾਈਮ ਮਿਨਿਸਟਰ ਡਾਕਟਰ ਮਨਮੋਹਨ ਸਿੰਘ ਰਹੇ ਹੈ। ਕਦੇ ਡਿਸਕੋਰਸ ਹੈ ਜਿਹੜਾ ਚੀਫ ਮਿਨਿਸਟਰ ਦਾ ਤੇ ਗਵਰਨਰ ਦਾ, ਉਹ ਇੰਨੀ ਗਿਰਾਵਟ ਚ ਮਹੱਲਾ ਫਾਈਟ ਮੰਗੋ ਨਹੀਂ ਆਇਆ ਜਿਹੜੀ ਮਹੱਲਾ ਫਾਈਟ ਭਗਵੰਤ ਮਾਨ ਜੀ ਨੇ ਬਣਾਈ ਹੈ। ਪਲੀਜ਼ ਡੋਂਟ ਡੂ ਇਟ, ਦਿਸ ਹੈਜ਼ ਕਾਜ਼ਡ ਹਾਰਮ ਟੂ ਅਸ, ਇਮੈਂਸ ਹਾਰਮ। ਡੋਂਟ ਸੇ ਕੌਣ ਜਿੱਤਿਆ ਕੌਣ ਹਾਰਿਆ, ਆਪਾਂ ਸਭ ਹਾਰੇ। ਆਪਾਂ ਪੰਜਾਬ ਦਾ ਚਿਹਰਾ ਕਾਲਾ ਕੀਤਾ, ਆਪਾਂ ਅਨਨੈਸੈਸਰਲੀ ਵੋਟ ਪੜੇ ਆ, ਕੀ ਬੜਨ ਦੀ ਲੋੜ ਸੀਗੀ। ਡੋਂਟ ਡੂ ਇਟ। ਇਹ ਕਹਿਣਾ ਕਿ ਇਹ ਸੰਵਿਧਾਨ ਦੀ ਇੱਕ ਗ੍ਰੇਸਫੁਲ ਐਕਟ ਹੈ, ਸੁਪਰੀਮ ਕੋਰਟ ਨੇ ਫੈਸਲਾ ਕਰਤਾ, ਨਹੀਂ, ਆਈ ਡਿਸਐਗਰੀ ਵਿਦ ਯੂ। ਆਈ ਸੇ ਕਿ ਤੁਸੀਂ ਇਹੋ ਜਿਹੇ ਮਸਲੇ ਨੂੰ ਲੈ ਕੇ ਕਿਉਂ ਗਏ ਸੁਪਰੀਮ ਕੋਰਟ 'ਚ? ਵਾਈ ਆਰ ਯੂ ਵੇਸਟਿੰਗ ਦ ਟਾਈਮ ਆਫ ਸੁਪਰੀਮ ਕੋਰਟ ਨੇ ਇਹੋ ਜਿਹੇ ਮਸਲਿਆਂ ਤੇ? ਆਪ ਹੀ ਤੈਅ ਕਰੋ। ਭਗਵੰਤ ਮਾਨ ਜੀ ਸ਼ੁਡ ਹੈਵ ਵਾਕਡ ਟੂ ਦ ਗਵਰਨਰਸ ਹਾਊਸ ਵਿਦ ਦ ਐਕਸਪਲੇਨੇਸ਼ਨ ਕਿ ਹੇਅਰ ਇਜ਼ ਦ ਐਕਸਪਲੇਨੇਸ਼ਨ, ਵਾਟ ਇਜ਼ ਦ ਪ੍ਰੋਬਲਮ? ਜੇ ਤੁਸੀਂ ਕੁਝ ਲੁਕਾਉਣਾ ਨਹੀਂ ਹੈ, ਸ਼ਰਮ ਕੀ ਹੈ ਪੰਚ? ਵਾਟ ਇਜ਼ ਦ ਪ੍ਰੋਬਲਮ? ਇਹਨੂੰ ਇਨ ਫਿਊਚਰ ਅਵੋਇਡ ਕਰੀਏ। ਇਟ ਹੈਜ਼ ਬ੍ਰੌਟ ਅ ਬੈਕ। ਚਲੋ, ਤੁਹਾਡਾ ਪੁਆਇੰਟ ਜੋ ਮੇਨ ਆ ਰਿਹਾ, ਤੁਸੀਂ ਸਾਰੇ ਇਹੀ ਕਹਿ ਰਹੇ ਹੋ ਕਿ ਅਵੋਇਡੇਬਲ ਸੀ, ਇਸ ਨੂੰ ਇੰਨੀ ਐਕਸਟ੍ਰੀਮ ਪੋਜੀਸ਼ਨ ਤੱਕ ਪਹੁੰਚ ਜਾਵੇ, ਉਹ ਟਾਲਿਆ ਜਾ ਸਕਦਾ ਸੀ। ਗੋਵਿੰਦਰ ਮਿੱਤਲ ਜੀ, ਇੱਕ ਕਰਕੇ ਪੁਆਇੰਟ ਨੰਬਰ 1, ਪੰਜਾਬ ਹਾਰਿਆ, ਤੁਹਾਡੇ ਸਾਰੇ ਵਿਰੋਧੀਆਂ ਨੂੰ ਲੱਗ ਰਿਹਾ, ਤੁਸੀਂ ਬੇਸ਼ੱਕ ਇਸ ਨੂੰ ਜਿੱਤ ਕਹਿ ਰਹੇ ਹੋ। ਪੁਆਇੰਟ ਨੰਬਰ 2, ਕਿ ਜੇਕਰ ਤੁਸੀਂ ਪਹਿਲਾਂ ਹੀ ਲੈਟਰ ਦਾ ਜਵਾਬ ਦੇ ਦਿੰਦੇ, ਜੇਕਰ ਤੁਸੀਂ ਉਹਨਾਂ ਨੇ ਪੁੱਛਿਆ ਸੀ ਤਾਂ ਤੁਸੀਂ ਉਸੇ ਤਰੀਕੇ ਨਾਲ ਚਿੱਠੀ ਦਾ ਜਵਾਬ ਦੇ ਦਿੰਦੇ, ਤਾਂ ਗੱਲ ਇੰਨੀ ਵੱਧਦੀ ਨਾ, ਫਿਰ ਗੱਲ ਉੱਥੇ ਹੀ ਖਤਮ ਹੋ ਜਾਂਦੀ, ਤੇ ਅੱਗੇ ਨੂੰ ਵੀ ਸ਼ਾਇਦ ਗਵਰਨਰ ਉਸ ਤਰੀਕੇ ਨਾਲ ਪੁੱਛਦੇ ਨੇ, ਜਾਂ ਫਿਰ ਇਹ ਪੂਰਾ ਵਿਵਾਦ ਹੁੰਦਾ ਨਾ। ਦੇਖੋ ਗੌਰਵ ਜੀ, ਗੱਲ ਇਹ ਆ, ਸਭ ਤੋਂ ਪਹਿਲਾਂ ਤਾਂ ਮੈਨੂੰ ਸ਼ਰਮ ਆਉਂਦੀ ਆ ਅਕਾਲੀ ਦਲ ਵਰਗੀ ਜਮਾਤ ਜਿਹੜੀ ਹਮੇਸ਼ਾ ਫੈਡਰਲ ਢਾਂਚੇ ਦੀ ਗੱਲ ਕਰਦੀ ਹੈ, ਜਿਹੜੀ ਹਮੇਸ਼ਾ ਸੰਘੀ ਢਾਂਚੇ ਦੀ ਵਕਾਲਤ ਕਰਦੀ ਹੈ, ਜਿਹੜੀ ਕਹਿੰਦੀ ਹੈ ਚੁਣੀ ਹੋਈ ਸਰਕਾਰ ਜਿਹੜੀ ਹਮੇਸ਼ਾ ਸੁਪਰੀਮ ਹੈ, ਸੂਬੇ ਦੇ ਕੋਲ ਵੱਧ ਅਧਿਕਾਰ ਚਾਹੀਦੇ ਨੇ। ਅੱਜ ਉਹਨਾਂ ਦੇ ਨੁਮਾਇੰਦੇ ਇੱਥੇ ਬੈਠ ਕੇ ਅਗਰ ਗਵਰਨਰ ਸਾਹਿਬ ਨੂੰ ਡਿਫੈਂਡ ਕਰ ਰਹੇ ਨੇ, ਤੇ ਇੱਕ ਬੜੀ ਸ਼ਰਮਨਾਕ ਗੱਲ ਹੈ, ਸਿਰਫ ਇਸੇ ਕਰਕੇ। ਤੁਹਾਨੂੰ ਲੱਗਦਾ ਕਿ ਅਕਾਲੀ ਦਲ ਗਵਰਨਰ ਨੂੰ ਡਿਫੈਂਡ ਕਰ ਰਹੇ ਨੇ? ਬਿਲਕੁਲ ਕਰ ਰਹੇ ਨੇ, ਬਿਲਕੁਲ ਕਰ ਰਹੇ ਨੇ। ਅਕਾਲੀ ਦਲ ਵੀ, ਅੱਜ ਕਾਂਗਰਸ ਵੀ, ਕਾਂਗਰਸ ਪੀੜਤ ਰਹੀ ਹੈ ਖੁਦ, ਅਰੁਣਾਚਲ ਪ੍ਰਦੇਸ਼ ਤੋਂ ਲੈ ਕੇ ਕਰਨਾਟਕਾ, ਗੋਆ ਤੱਕ ਕਾਂਗਰਸ ਪੀੜਤ ਹੈ। ਗਵਰਨਰ ਜਿਹੜਾ ਗਵਰਨਰ ਫੋਬੀਆ ਜਿਹੜਾ ਚੱਲ ਰਿਹਾ, ਜਿਹੜਾ ਕੇਂਦਰ ਸਰਕਾਰ ਗਵਰਨਰ ਦੇ ਇਸ਼ਾਰੇ, ਗਵਰਨਰ ਦੇ ਰਾਹੀਂ ਸੂਬੇ ਦੀਆਂ ਸਰਕਾਰਾਂ ਆਪੋਜੀਸ਼ਨ ਵਾਲੀਆਂ ਨੇ ਉਹਨਾਂ ਨੂੰ ਡਰੇਲ ਕਰਦੀ ਆ, ਉਹਦੀ ਕਾਂਗਰਸ ਵੀ ਪੀੜਤ ਹੈ। ਅੱਜ ਕਾਂਗਰਸ ਇੱਥੇ ਬੈਠ ਕੇ ਗਵਰਨਰ ਨੂੰ ਡਿਫੈਂਡ ਕਰ ਰਹੀ ਹੈ, ਸਿਰਫ ਐਸੇ ਕਰਕੇ ਕਿ ਸੂਬੇ ਦੇ ਵਿੱਚ ਉਹਨਾਂ ਦੀ ਵਿਰੋਧੀ ਪਾਰਟੀ ਦੀ ਸਰਕਾਰ ਹੈ, ਉਹਨਾਂ ਨੇ ਆਪਣੀ ਰਾਜਨੀਤੀ ਕਰਨੀ ਆ, ਉਹਨਾਂ ਨੇ ਪੰਜਾਬ। ਅਕਾਲੀ ਦਲ ਕਿਵੇਂ, ਮੈਂ ਇੱਕ ਸਪੈਸੀਫਿਕ ਕਰਨਾ, ਤੁਸੀਂ ਪਹਿਲਾਂ ਅਕਾਲੀ ਦਲ ਦੱਸੋ, ਤੁਹਾਨੂੰ ਕਿਵੇਂ ਲੱਗ ਰਿਹਾ ਕਿ ਅਕਾਲੀ ਦਲ ਦਾ ਪੱਖ ਪੂਰ ਰਹੇ ਨੇ ਇਸ ਸਮੇਂ ਰਾਜਪਾਲ ਦਾ? ਮੈਂ ਬਿਲਕੁਲ ਉਹੀ ਗੱਲ ਕਰ ਰਿਹਾ, ਤੁਹਾਡੇ ਸਾਹਮਣੇ ਟਾਂਡਾ ਸਾਹਿਬ ਬੋਲ ਰਹੇ ਨੇ। ਅੱਜ ਮੈਂ ਤਾਂ ਕੱਲ ਕਹਿ ਰਿਹਾ ਕਿ ਪੰਜਾਬ ਦੇ ਲੋਕਾਂ ਦੀ ਜਿੱਤ ਹੈ। ਅੱਜ ਪੰਜਾਬ ਦੇ ਲੋਕਾਂ ਨੂੰ ਅਗਰ ਤੁਸੀਂ ਸੈਸ਼ਨ ਬੁਲਾਉਣ ਨਹੀਂ ਦਿੱਤਾ ਜਾ ਰਿਹਾ, ਅੱਜ ਸੈਸ਼ਨ ਦੇ ਵਿੱਚ ਬਜਟ ਪੇਸ਼ ਹੋਣਾ, ਬਜਟ ਦੇ ਵਿੱਚ ਹੈਲਥ ਤੇ ਗੱਲ ਹੋਣੀ ਆ, ਐਜੂਕੇਸ਼ਨ ਨੂੰ ਪੈਸਾ ਅਲਾਟ ਹੋਣਾ, ਬਿਜਲੀ ਪਾਣੀ ਤੇ ਗੱਲ ਹੋਣੀ ਆ, এনवायरमेंट ਨੂੰ ਲੈ ਕੇ ਗੱਲ ਹੋਣੀ ਆ, ਨੌਜਵਾਨਾਂ ਦੇ ਜੌਬਸ ਦੀ ਗੱਲ ਹੋਣੀ ਆ, ਵੂਮਨਸ ਦੇ ਰਾਈਟਸ ਦੀ ਗੱਲ ਹੋਣੀ ਆ, ਸਾਰੀ ਉੱਥੇ ਗੱਲ ਹੋਣੀ ਆ। ਅਗਰ ਅੱਜ ਤੁਸੀਂ ਸੈਸ਼ਨ ਨਹੀਂ ਬੁਲਾਉਣ ਦਿੱਤਾ ਜਾ ਰਿਹਾ, ਤੁਸੀਂ ਕਹਿ ਰਹੇ ਹੋ ਗਵਰਨਰ ਨੇ ਇਨ ਰਾਈਟਿੰਗ ਕਦੋਂ ਦਿੱਤਾ ਜੀ? ਗਵਰਨਰ ਦੇ ਖਿਲਾਫ ਭਾਸ਼ਾ ਡੈਰੋਗੇਟਰੀ ਸੀ ਜੀ। ਤੁਸੀਂ ਇਹ ਕਿਉਂ ਨਹੀਂ ਕਹਿ ਰਹੇ ਕਿ ਗਵਰਨਰ ਆਪਣੀਆਂ ਪਾਵਰਾਂ ਤੋਂ ਬਾਹਰ ਜਾ ਕੇ ਗੱਲ ਕਰ ਰਹੇ ਨੇ? ਗਵਰਨਰ ਅਗਰ ਸਾਤੋਂ ਡੇ ਟੂ ਡੇ ਰਿਪੋਰਟ ਮੰਗੀ ਜਾ ਰਹੀ ਆ, ਹੂ ਇਜ਼ ਗਵਰਨਰ? ਗਵਰਨਰ ਕੋਈ ਆਡਿਟ ਆਫੀਸਰ ਥੋੜੀ ਆ ਕਿ ਅਸੀਂ ਕਿੰਨਾ ਖਰਚਾ ਕਰਿਆ ਜੀ, ਕਿਹੜੇ ਟੀਚਰ ਬਾਹਰ ਭੇਜੇ? ਦੀ ਟਿੱਪਣੀ ਪੜ੍ਹੀ ਹੈ ਗੋਵਿੰਦਰ ਮਿੱਤਲ ਜੀ? ਨਹੀਂ ਸਰ, ਸੁਪਰੀਮ ਕੋਰਟ ਦੇ ਅਸੀਂ ਸੁਪਰੀਮ ਕੋਰਟ ਕਹਿ ਰਿਹਾ ਕਿ ਤੁਹਾਨੂੰ ਪਾਬੰਦ ਹੋ, ਤੁਸੀਂ ਤੁਹਾਨੂੰ ਦੱਸਣਾ ਪੈਣਾ। ਮੈਂ ਗੱਲ ਇਹ ਕਰ ਰਿਹਾ, ਬਿਲਕੁਲ ਪਾਬੰਦ ਆ, ਮੈਂ ਤੁਹਾਡੀ ਗੱਲ ਨਾਲ ਵੀ ਸਹਿਮਤ ਹਾਂ, ਸੁਪਰੀਮ ਕੋਰਟ ਦੀ ਗੱਲ ਦਾ ਵੀ ਸਤਿਕਾਰ ਕਰਦੇ ਹਾਂ। ਅਸੀਂ ਗਵਰਨਰ ਨੂੰ ਕਦੇ ਡਿਨਾਈ ਨਹੀਂ ਕੀਤਾ ਕਿ ਅਸੀਂ ਇਨਫੋਰਮੇਸ਼ਨ ਨਹੀਂ ਦਵਾਂਗੇ, ਅਸੀਂ ਗਵਰਨਰ ਨੂੰ ਇਨਫੋਰਮੇਸ਼ਨ ਦਵਾਂਗੇ ਜਦੋਂ ਗਵਰਨਰ ਮੰਗਣਗੇ। ਪਰ ਅਗਰ ਗਵਰਨਰ ਕਹਿਣਗੇ ਕਿ ਮੈਂ ਆਡਿਟ ਕਰਨਾ, ਤੁਸੀਂ ਦੱਸੋ ਜੀ ਕਿਹੜੇ ਟੀਚਰ ਤੇ ਕਿੰਨਾ ਖਰਚਾ ਹੋਇਆ, ਕਿਹੜਾ ਪ੍ਰਿੰਸੀਪਲ ਭੇਜਿਆ ਜੀ? ਇਹ ਗਵਰਨਰ ਦਾ ਰਾਈਟ ਥੋੜੀ ਆ ਕਿ ਤੁਸੀਂ ਸਾਡਾ ਆਡਿਟ ਕਰੋਗੇ। ਤੁਸੀਂ ਇਨਫੋਰਮੇਸ਼ਨ ਮੰਗੀ, ਤੁਹਾਨੂੰ ਇਨਫੋਰਮੇਸ਼ਨ ਦੂਜੀ ਗੱਲ ਅੱਜ ਜੈਵੰਸ਼ੀ ਬੈਠੇ ਨੇ, ਕਹਿੰਦੇ ਜੀ ਬੀਜੇਪੀ ਦਾ ਕੋਈ ਰੋਲ ਨਹੀਂ ਹੈ। ਤੁਸੀਂ ਬੀਜੇਪੀ ਦੇ ਪ੍ਰਵਕਤਾ ਹੋ ਕੇ ਗਵਰਨਰ ਨੂੰ ਡਿਫੈਂਡ ਕਰ ਰਹੇ ਹੋ ਲਗਾਤਾਰ, ਤੁਹਾਡਾ ਗਵਰਨਰ ਕੀ ਲੱਗਦਾ ਫਿਰ? ਠੀਕ ਹੈ, ਚਲੋ ਭਾਈ ਇੱਕ ਰਿਐਕਸ਼ਨ ਲਈਏ ਨਾ, ਗੱਲ ਨਹੀਂ ਕਰ ਇੱਕ ਰਿਐਕਸ਼ਨ ਲਈਏ। ਟਾਂਡਾ ਸਾਹਿਬ, ਤੁਸੀਂ ਡਿਫੈਂਡ ਕਰ ਰਹੇ ਹੋ, ਤੁਸੀਂ ਫੈਡਰਲ ਸਿਸਟਮ ਦਾ ਜ਼ਿਕਰ ਕਰਦੇ ਹੋ, ਮੈਂ ਖੜਿਆਲ ਸਾਹਿਬ ਤੁਹਾਡੇ ਕੋਲ ਆ ਰਿਹਾ। ਇੱਕ ਸੈਕਿੰਡ ਮਿੱਤਲ ਸਾਹਿਬ, ਇੱਕ ਸੈਕਿੰਡ ਜਵਾਬ ਲੈ ਲੈਣ ਦਿਓ। ਮੈਂ ਖੜਿਆਲ ਸਾਹਿਬ ਤੁਹਾਡੇ ਕੋਲ ਆ ਰਿਹਾ। ਪਹਿਲਾਂ ਟਾਂਡਾ ਜੀ, ਤੁਸੀਂ ਫੈਡਰਲ ਸਿਸਟਮ ਦਾ ਜ਼ਿਕਰ ਕਰਦੇ ਹੋ, ਅਕਾਲੀ ਦਲ ਆਮ ਆਦਮੀ ਪਾਰਟੀ ਕਹਿ ਰਹੀ ਹੈ, ਪਰ ਤੁਸੀਂ ਅੱਜ ਡਿਫੈਂਡ ਕਰ ਰਹੇ ਹੋ ਗਵਰਨਰ ਨੂੰ। ਮੈਂ ਗਵਰਨਰ ਨੂੰ 1% ਵੀ ਡਿਫੈਂਡ ਨਹੀਂ ਕੀਤਾ। ਮੈਂ ਤਾਂ ਮੇਰੇ ਦੋਸਤ ਬੈਠੇ ਆ ਜਿਵੇਂ ਗਵਰਨਰ ਕਹਿ ਕੇ ਗੱਲ ਕਰ ਰਹੇ ਆ। ਇਟ ਇਜ਼ ਅਨਪਾਰਲੀਮੈਂਟਰੀ। ਮਾਨਯੋਗ ਗਵਰਨਰ ਕਹਿੰਚ ਗੁਰੇਜ਼ ਨਹੀਂ ਹੈ, ਤੁਸੀਂ ਕੁਝ ਲੂਜ਼ ਨਹੀਂ ਕਰਦੇ।
ਐਂਡ ਤੁਸੀਂ ਇੰਨਾ ਜ਼ਿਆਦਾ ਮਾਫ ਕਰਨਾ ਗਲਤ ਬਿਆਨੀ ਕਰ ਜਾਂਦੇ ਹੋ, ਗੱਲਾਂ ਕਰਦੇ ਕਰਦੇ ਆਪਣੇ ਅੰਦਾਜ਼ ਦੇ ਵਿੱਚ। ਸੁਪਰੀਮ ਕੋਰਟ ਨੇ ਤੁਹਾਨੂੰ ਡਾਇਰੈਕਟ ਇਸ਼ਾਰਾ ਕੀਤਾ ਹੈ ਕਿ ਯੂ ਆਰ ਆਨਸਰੇਬਲ ਟੂ ਗਵਰਨਰ, ਪਲੀਜ਼ ਅੰਡਰਸਟੈਂਡ ਦੈਟ। ਅਸੀਂ ਅੱਜ ਵੀ ਕਹਿੰਦੇ ਆ ਕਿ ਸੂਬਿਆਂ ਨੂੰ ਖੁਦ ਮੁਖਤਿਆਰੀ ਮਿਲਣੀ ਚਾਹੀਦੀ ਹੈ, ਜਿੰਨੇ ਪਾਵਰਸ ਹੈ ਘੱਟ ਹੈ ਤੋਂ ਵੱਧ ਮਿਲਣੀ ਚਾਹੀਦੀ ਹੈ। ਇੱਕ ਜਿਹੜੇ ਤੁਸੀਂ ਅੰਬੇਦਕਰ ਸਾਹਿਬ ਦੇ ਕਨਸਟੀਟਿਊਸ਼ਨ ਦਾ ਜ਼ਿਕਰ ਕਰਦੇ ਹੋ, ਉਸ ਕਨਸਟੀਟਿਊਸ਼ਨ ਨੂੰ ਅਸੀਂ ਬ੍ਰੀਚ ਕਰਦੇ ਹਾਂ, ਕਹਿੰਦੇ ਆ ਹੋਰ ਪਾਵਰ ਦਿਓ, ਹੋਰ ਖੁਦ ਮੁਖਤਿਆਰੀ ਦਿਓ ਸੂਬਿਆਂ ਨੂੰ, ਅਸੀਂ ਐਗਰੀ ਕਰਦੇ ਹਾਂ ਉਹਦੇ ਤੇ। ਬਟ ਤੁਸੀਂ ਗਵਰਨਰ ਨੂੰ ਪਬਲਿਕਲੀ ਬੈਸ਼ਿੰਗ ਕਰੋਗੇ, ਪਲੀਜ਼ ਜੇ ਤੁਹਾਨੂੰ ਇੰਨੀ ਸ਼ਰਮ ਹੀ ਆਉਂਦੀ ਹੈ ਇਸ ਕਿਸਮ ਦੀਆਂ ਗੱਲਾਂ, ਫਿਰ ਘੁੰਡ ਕੱਢ ਕੇ ਰੱਖਿਆ। ਤੁਸੀਂ ਸ਼ਰਮ ਹੀ ਕਰੀ ਚੱਲੋਗੇ ਹਮੇਸ਼ਾ, ਤੁਸੀਂ ਇਹੋ ਜਿਹਾ ਬੋਲਣੋਂ ਹਟੋਗੇ, ਅਵੋਇਡ ਕਰੋ। ਮੈਂ ਤਾਂ ਸੁਝਾਅ ਦਿੱਤਾ ਹੈ ਤੁਹਾਨੂੰ ਕਿ ਇਹਨੂੰ ਅਵੋਇਡ ਕਰੀਏ। ਮੈਂ ਕਦ ਕਿਹਾ ਗਵਰਨਰ, ਦੇਖੋ ਗਵਰਨਰ ਸਾਹਿਬ ਨੂੰ ਕਦੇ ਵੀ ਪੋਲੀਟੀਕਲ ਬੈਟਿੰਗ ਨਹੀਂ ਕਰਨੀ ਚਾਹੀਦੀ, ਇਟਸ ਫੈਕਟ, ਠੀਕ ਹੈ। ਪਰ ਜੇ ਤੁਸੀਂ ਅੰਨੀ ਪਾਓਗੇ, ਤੁਸੀਂ ਐਕਸਾਈਜ਼ ਪਾਲਿਸੀ ਦੇ ਵਿੱਚ ਮੋਨੋਪੋਲੀ ਕ੍ਰੀਏਟ ਕਰਕੇ ਦੋ ਬੰਦਿਆਂ ਨੂੰ ਦੇ ਕੇ 5% ਕਮਿਸ਼ਨ ਤੋਂ 12% ਕਹਿ ਕੇ ਅੰਡਰ ਦੀ ਟੇਬਲ ਖਾਓਗੇ, ਤਾਂ ਗਵਰਨਰ ਕੁਐਸਚਨ ਕਰ ਸਕਦਾ ਉਹਦੇ ਤੇ। ਇੱਥੇ ਤਾਂ ਗੱਲ ਹੀ ਨਹੀਂ ਹੋ ਰਹੀ ਟਾਂਡਾ ਸਾਹਿਬ, ਗੱਲ ਇਸ਼ੂ ਕੋਈ ਹੋਰ ਹੈ। ਕੋਈ ਇਸ਼ੂ ਹੋਰ ਨਹੀਂ ਹੈ, ਤੁਸੀਂ ਇਸ਼ੂ ਕਹਿੰਦੇ ਹੋ ਕਿ ਤੂੰ ਕੌਣ ਹੈ। This is not the way to ask governor. This is not the say ਕਿ appointed ਨਹੀਂ ਕਰਨਗੇ, elected ਕਰਨਗੇ। ਅੱਛਾ ਗਵਰਨਰ ਜਿੱਥੇ ਬੀਜੇਪੀ ਦੀਆਂ ਸਰਕਾਰਾਂ ਨੇ ਉੱਥੇ ਗਵਰਨਰ ਕਿਉਂ ਨਹੀਂ ਇਸ ਤਰੀਕੇ ਨਾਲ ਬਿਹੇਵ ਕਰਦੇ? ਸਰ that is not the issue। ਕਿਉਂ ਨਹੀਂ ਇਸ਼ੂ ਹੈ? ਪੂਰੇ ਹਿੰਦੁਸਤਾਨ ਵਿੱਚ ਗਵਰਨਰ ਦੀਆਂ ਪਾਵਰਾਂ ਦੇ ਉੱਤੇ ਸਾਨੂੰ ਡਿਸਕਸ ਕਰਨਾ ਪੈਣਾ, ਡਿਬੇਟ ਕਰਨੀ ਪੈਣੀ ਆ ਕਿ ਗਵਰਨਰ ਕਿੱਥੋਂ ਤੱਕ ਜਾ ਸਕਦੇ ਨੇ, ਗਵਰਨਰ ਦੇ ਕੀ ਰਾਈਟਸ ਨੇ, ਗਵਰਨਰ ਦੀਆਂ ਕੀ ਡਿਊਟੀਆਂ ਨੇ, ਗਵਰਨਰ ਦੀ ਅਕਾਊਂਟੇਬਿਲਟੀ ਕੌਣ ਤੈਅ ਕਰੇਗਾ? ਇੱਕ ਇੱਕ ਕਰਕੇ ਗਵਰਨਰ ਦੀ ਅਕਾਊਂਟੇਬਿਲਟੀ ਕੌਣ ਤੈਅ ਕਰੇਗਾ? ਇੱਕ ਕਰਕੇ ਸਰ ਲੋਕਾਂ ਨੂੰ ਸਮਝ ਆਏ। ਤੁਸੀਂ ਇੱਕ ਹੋਰ ਵਿਕਲਪ ਸੀ ਤੁਹਾਡੇ ਕੋਲ ਜਿਹੜਾ ਤੁਸੀਂ ਹਲੇ ਇਸਤੇਮਾਲ ਨਹੀਂ ਕੀਤਾ। ਭਗਵੰਤ ਮਾਨ ਜੀ ਨੂੰ ਲਿਜਾ ਕੇ ਪੂਰੇ ਪੰਜਾਬ ਦੇ ਮੰਤਰੀ ਬੈਠ ਕੇ ਧਰਨਾ ਦੇ ਦੇਣਾ ਸੀ। ਜੋ ਤੁਸੀਂ ਕਾਰਨਾਮੇ ਅੱਜ ਤੱਕ ਕਰਦੇ ਹੋ, ਚੀਪ ਪਬਲਿਕ ਪੋਲਿਟਿਕਸ ਕਰਦੇ ਹੋ, ਨਾ ਕਰੋ ਇਹ, ਠੀਕ ਹੈ, ਮੈਚੁਰਡ ਹੋ। ਧਰਨਾ ਤਾਂ ਤੁਸੀਂ ਵੀ ਬਾਰਡਰ ਤੇ ਬੀਐਸਐਫ ਦੇ ਖਿਲਾਫ ਦਿੱਤਾ ਸੀ, ਧਰਨਾ ਤਾਂ ਤੁਸੀਂ ਵੀ ਚਲੋ ਥੋੜਾ ਹੋਲਡ ਕਰੋ, ਮੈਂ ਇੱਕ ਵਾਰੀ ਸਾਰੇ ਮਹਿਮਾਨਾਂ ਨੂੰ ਐਡ ਕਰਾਂ, ਥੋੜੇ ਇੱਕ ਵਾਰੀ ਇੱਕ ਇੱਕ ਕਰਕੇ ਜਵਾਬ ਦਿੰਦੇ ਰਹੋ, ਆਪਾਂ ਪਰਸਨਲ ਵਾਲੇ ਪਾਸੇ ਨਾ ਹੋ ਜਾਈਏ, ਡੀਰੇਲ ਨਾ ਹੋ ਜਾਏ। ਖੜਿਆਲ ਸਾਹਿਬ ਕੁਝ ਕਹਿਣਾ ਚਾਹ ਰਹੇ ਸੀ। ਖੜਿਆਲ ਜੀ, ਪਹਿਲਾਂ ਤਾਂ ਗੌਰਵ ਜੀ ਮੈਂ ਸਪਸ਼ਟ ਕਰਦਾ ਕਿ ਆਮ ਆਦਮੀ ਪਾਰਟੀ ਕਹਿ ਰਹੀ ਨੇ ਸਾਡੀ ਬਹੁਤ ਵੱਡੀ ਜਿੱਤ ਹੋ ਗਈ। ਸੁਪਰੀਮ ਕੋਰਟ ਦੀ ਹੀਅਰਿੰਗ ਸ਼ੁਰੂ ਹੋਣ ਤੋਂ ਪਹਿਲਾਂ ਇਹ ਆਰਡਰ ਆ ਗਿਆ ਸੀਗਾ ਗਵਰਨਰ ਸਾਹਿਬ ਦੁਆਰਾ ਕਿ ਬਜਟ ਸੈਸ਼ਨ ਬੁਲਾਇਆ ਜਾਊਗਾ, ਤੇ ਸੁਪਰੀਮ ਕੋਰਟ ਦੇ ਵਿੱਚ ਜਿਹੜਾ ਰਿਲੀਫ ਲੈਣ ਗਏ ਆ ਉਹ ਰਿਲੀਫ ਗੌਰਵ ਜੀ ਕਦੇ ਡਿਨਾਈ ਕੀਤਾ ਹੀ ਨਹੀਂ ਗਿਆ ਸੀ, ਕਦੇ ਨਾ ਨਹੀਂ ਕੀਤੀ ਗਈ ਸੀ। ਆਮ ਆਦਮੀ ਪਾਰਟੀ ਫॉर ਵਾਂਸ ਕੁਡ ਹੈਵ ਆਸਕਡ ਕਿ ਗਵਰਨਰ ਸਾਹਿਬ ਇੱਕ ਕਲੈਰੀਫਿਕੇਸ਼ਨ ਲੈਟਰ ਲਿਖ ਦਿੰਦੇ ਵੀ ਗਵਰਨਰ ਸਾਹਿਬ ਹਾਂ ਜਾਂ ਨਾ ਦੱਸ ਦਿਓ ਵੀ ਤੁਸੀਂ ਸੈਸ਼ਨ ਬੁਲਾਉਣਾ ਹੈ ਨਹੀਂ ਬੁਲਾਉਣਾ। ਇਹਨਾਂ ਨੇ ਇੱਕ ਕਲੈਰੀਫਿਕੇਸ਼ਨ ਲੈਟਰ ਨਹੀਂ ਲਿਖਿਆ। ਇਹ ਆਮ ਆਦਮੀ ਪਾਰਟੀ ਇਸ਼ੂ ਬਣਾਉਣਾ ਚਾਹੁੰਦੀ ਸੀਗੀ। ਆਮ ਆਦਮੀ ਪਾਰਟੀ ਦੇ ਜਿਹੜੇ ਬਲੰਡਰ ਸੀਗੇ, ਇਹਨਾਂ ਦੇ ਬਠਿੰਡਾ ਰੂਰਲ ਦੇ ਐਮਐਲਏ, ਇਹਨਾਂ ਦੇ ਹੋਰ ਇਸ਼ੂ, ਸਿਸੋਦੀਆ ਸਾਹਿਬ ਦੇ ਇਸ਼ੂ, ਸਾਰੀ ਅਟੈਂਸ਼ਨ ਉਹ ਚੀਜ਼ਾਂ ਤੋਂ ਹਟ ਕੇ ਇਹ ਚੀਜ਼ ਤੇ ਹੋ ਗਈ। ਆਮ ਆਦਮੀ ਪਾਰਟੀ ਦਾ ਪਰਪਸ ਵੀ ਸਰਵ ਹੋ ਗਿਆ। ਹੁਣ ਦੂਜੀ ਗੱਲ ਕਰੋ, ਸੁਪਰੀਮ ਕੋਰਟ ਨੇ ਇੱਕ ਆਬਜ਼ਰਵੇਸ਼ਨ ਦਿੱਤੀ ਹੈ ਵੀ ਜੋ ਸੀਐਮ ਸਾਹਿਬ ਨੇ ਲੈਟਰ ਲਿਖਿਆ ਉਹਦਾ ਟੋਨ ਤੇ ਟੈਨਰ ਠੀਕ ਨਹੀਂ ਸੀਗਾ। ਇਟ ਵਾਸ ਨਾਟ ਓਕੇ, ਉਹ ਠੀਕ ਨਹੀਂ। ਆਮ ਆਦਮੀ ਪਾਰਟੀ ਨੇ ਪੁੱਛਿਆ ਪਤਾ ਕੀ, ਗਵਰਨਰ ਸਾਹਿਬ ਤੁਸੀਂ ਸਾਨੂੰ ਪੁੱਛ ਰਹੇ ਹੋ ਪ੍ਰਿੰਸੀਪਲ ਕਿਵੇਂ ਸਿਲੈਕਟ ਕੀਤੇ, ਅਸੀਂ ਤੁਹਾਨੂੰ ਪੁੱਛਦੇ ਹਾਂ ਵੀ ਤੁਸੀਂ ਗਵਰਨਰਸ ਕਿਵੇਂ ਇਲੈਕਟ ਹੁੰਦੇ ਹੈ, ਸੈਂਟਰਲ ਗਵਰਨਮੈਂਟ ਕਿਵੇਂ ਇਲੈਕਟ ਕਰਦੀ ਹੈ ਗਵਰਨਰਸ ਨੂੰ। ਇਹਨਾਂ ਨੇ ਇਹ ਸਵਾਲ ਪੁੱਛਿਆ ਤੇ ਮੈਂ ਆਦਮੀ ਪਾਰਟੀ ਨੂੰ ਦਾਦ ਦੇਣਾ ਵੀ ਤੁਹਾਡੇ ਲੈਟਰਸ ਕੌਣ ਲਿਖਦਾ ਹੈ, ਕਿਉਂਕਿ ਗਵਰਨਰਸ ਆਰ ਨਾਟ ਇਲੈਕਟਡ, ਉਹ ਅਪਾਇੰਟ ਹੁੰਦੇ ਹੈ ਤੇ ਨਾਲੇ ਸੈਂਟਰਲ ਗਵਰਨਮੈਂਟ ਨਹੀਂ ਕਰਦੀ, ਦੇਸ਼ ਦੇ ਪ੍ਰੈਜ਼ੀਡੈਂਟ ਕਰਦੇ ਹੈ, ਰਾਸ਼ਟਰਪਤੀ ਕਰਦੇ ਹੈ। ਨਾਮ ਕਿੱਥੋਂ ਆਉਂਦਾ ਵਿੱਚ ਨਾ ਜੇ ਮੇਰੇ ਟਾਈਮ ਚ ਬੋਲੂਗਾ ਮੈਂ ਤੁਹਾਡੇ ਟਾਈਮ ਚ ਬੋਲੂਗਾ। ਨਾਮ ਕਿੱਥੋਂ ਆਉਂਦਾ ਗਵਰਨਰ ਦਾ? ਮਿੱਤਲ ਸਾਹਿਬ ਨਹੀਂ ਮੈਂ ਸਵਾਲ ਪੁੱਛ ਰਿਹਾ, ਤੁਸੀਂ ਕਰ ਲਓ, ਕੰਟੀਨਿਊ ਕਰੋ। ਮੈਂ ਤੁਹਾਨੂੰ ਇਹਨਾਂ ਪੁੱਛ ਰਿਹਾ ਗਵਰਨਰ ਦਾ ਨਾਮ ਕਿੱਥੋਂ ਆਉਂਦਾ? ਆਮ ਆਦਮੀ ਪਾਰਟੀ ਨੂੰ ਮੈਂ ਇਹ ਗੱਲ ਪੁੱਛਦਾ ਹੈ ਨਾਮ ਕਿੱਥੋਂ ਆਉਂਦਾ ਆਮ ਆਦਮੀ ਪਾਰਟੀ ਗੌਰਵ ਜੀ ਫਿਰ ਮੈਂ ਤੇ ਟਾਈਮ ਚ ਲਗਾਤਾਰ ਬੋਲੂੰਗਾ ਜੇ ਮੇਰੇ ਨਹੀਂ ਪਲੀਜ਼ ਤੁਸੀਂ ਕੰਪਲੀਟ ਕਰ ਲਓ। ਮੈਂ ਤੁਹਾਨੂੰ ਮੇਰੇ ਵੀਰ ਇੱਕ ਸਵਾਲ ਪੁੱਛ ਰਿਹਾ ਵੀ ਗਵਰਨਰ ਦਾ ਨਾਮ ਕਿੱਥੋਂ ਉਹੀ ਕਹਿ ਰਹੇ ਕਿ ਕਰਕੇ ਗੱਲ ਰੱਖੋ ਤਾਂ ਸਮਝ ਆਏਗੀ ਲੋਕਾਂ ਨੂੰ। ਨਹੀਂ ਠੀਕ ਹੈ, ਖੜਿਆਲ ਸਾਹਿਬ ਉਹਨਾਂ ਦਾ ਤਰਕ ਹੈ, ਮੈਂ ਐਡ ਕਰ ਦਿੰਦਾ। ਉਹਨਾਂ ਦਾ ਤਰਕ ਹੈ ਕਿ ਜਿਹੜੇ ਨਾਮ ਨੇ, ਜਿਹੜੇ ਗਵਰਨਰ ਕੌਣ ਹੋਏਗਾ ਗਵਰਨਰ, ਉਹ ਤਾਂ ਸੈਂਟਰ ਦੀ ਸਰਕਾਰ ਹੀ ਤੈਅ ਕਰਦੀ ਹੈ ਨਾ, ਉਹ ਰਾਸ਼ਟਰਪਤੀ ਨੂੰ ਭੇਜ ਦਿੱਤੇ ਜਾਂਦੇ ਨੇ, ਉਸ ਤੇ ਮੋਹਰ ਲੱਗ ਜਾਂਦੀ ਹੈ। ਇਹ ਪ੍ਰੋਸੈਸ ਹੈ, ਤੁਸੀਂ ਵੀ ਸਮਝਦੇ ਇਸ ਗੱਲ। ਨਹੀਂ ਹੁਣ ਮੈਂ ਜਵਾਬ ਦਿੰਦਾ। ਇਹਨਾਂ ਨੇ ਗੱਲ ਪਤਾ ਕੀ ਹੈ, ਬਗੈਰ ਕੁਆਲੀਫਿਕੇਸ਼ਨ ਦੇ ਗਵਰਨਰਸ ਕਿਵੇਂ ਇਲੈਕਟ ਹੁੰਦੇ ਆ ਸੈਂਟਰਲ ਗਵਰਨਮੈਂਟ ਦੁਆਰਾ। ਨਾ ਤਾਂ ਉਹ ਇਲੈਕਟ ਹੁੰਦੇ ਆ, ਨਾ ਸੈਂਟਰਲ ਗਵਰਨਮੈਂਟ ਕਰੇ, ਤੇ ਕਹਿ ਰਹੇ ਵੀ ਨਾ ਕੁਆਲੀਫਿਕੇਸ਼ਨ ਕੋਈ ਨਹੀਂ, ਇਹ ਡੈਰੋਗੇਟਰੀ ਹੈ, ਸੁਪਰੀਮ ਕੋਰਟ ਨੇ ਵੀ ਕਹਿਤਾ। ਤੇ ਦੂਜਾ ਹੁਣ ਆਮ ਆਦਮੀ ਪਾਰਟੀ ਇੱਥੇ ਕਹਿ ਰਹੀ ਅਸੀਂ ਤਾਂ ਕਦੇ ਜਵਾਬ ਦੇਣ ਤੋਂ ਨਾ ਹੀ ਨਹੀਂ ਕੀਤਾ। ਤੇ ਜੇ ਨਾ ਨਹੀਂ ਕੀਤਾ ਤੇ ਅੱਜ ਤੱਕ ਜਿਹੜੇ ਸਵਾਲ ਗਵਰਨਰ ਸਾਹਿਬ ਨੇ ਪੁੱਛੇ ਸੀ ਉਹਨਾਂ ਦਾ ਜਵਾਬ ਕਿਉਂ ਨਹੀਂ ਆਇਆ? ਤੇ ਗੌਰਵ ਜੀ ਤੁਸੀਂ ਦੋ ਸਵਾਲ ਨਹੀਂ ਇਹਨਾਂ ਤੋਂ ਪੁੱਛੋ, ਰਿਪੀਟ ਕਰ ਰਿਹਾ ਮੈਂ। ਪੈਸਾ ਕਿੰਨਾ ਖਰਚ ਹੋਇਆ, ਕਿਹਨੇ ਦਿੱਤਾ, ਤੇ ਨਾਲੇ ਆਮ ਆਦਮੀ ਪਾਰਟੀ ਛੋਟਾ ਰੱਖੋ, ਮੈਂ ਜੈਵੰਸ਼ ਜੀ ਦਾ ਰੁਕ ਕਰਨਾ ਜੋ ਗੌਰਵ ਜੀ ਬੜਾ ਜ਼ਰੂਰੀ ਪੁਆਇੰਟ ਹੈ, ਕੱਢ 10 ਸੈਕਿੰਡ।
ਤੇ ਨਾਲੇ ਇਹ ਦੱਸੇ ਵੀ ਇਹ ਸਵਾਲਾਂ ਦੇ ਜਵਾਬ ਹੁਣ ਸੁਪਰੀਮ ਕੋਰਟ ਨੇ ਕਲੈਰੀਫਾਈ ਕਰਤਾ, ਦੇਣਾ ਪਊਗਾ ਜਵਾਬ, ਕਦੋਂ ਤੱਕ ਦੇਣਗੇ। ਤੇ ਲਾਸਟ ਚੀਜ਼, ਆਮ ਆਦਮੀ ਪਾਰਟੀ ਮੈਨੂੰ ਇੱਕ ਗੱਲ ਦੱਸ ਦੇ ਕਿ ਇਹਨਾਂ ਨੂੰ ਨਹੀਂ ਪਤਾ ਵੀ ਪੰਜਾਬ ਜਿਹੜਾ ਗਵਰਨਰ ਤੇ ਸਰਕਾਰ ਦੋਵਾਂ ਨੇ ਮਿਲ ਕੇ ਚਲਾਉਣਾ, ਇਨ ਟੈਂਡਮ ਦੇ ਹੈਵ ਟੂ ਵਰਕ। ਪੰਜਾਬ ਦੇ ਫਿਊਚਰ ਨੂੰ ਨਾ ਕੰਪਰੋਮਾਈਜ਼ ਕਰੋ, ਇਹ ਬਹੁਤ ਗਲਤ ਪ੍ਰੈਸੀਡੈਂਟ ਸੈਟਅਪ ਕਰ ਰਹੇ ਹੋ। ਮੈਂ ਛੋਟਾ ਜਿਹਾ ਜਵਾਬ ਲੈ ਲਵਾਂ, ਮੈਂ ਜਵਾਬ ਲੈ ਲਵਾਂ ਛੋਟਾ ਜਿਹਾ, ਮੈਂ ਉਸ ਤੋਂ ਬਾਅਦ ਆਣਾ। ਮੈਂ ਜੈਬੰਸ਼ ਦਾ ਰੁਖ ਕਰੂੰਗਾ। ਗੋਵਿੰਦਰ ਮਿੱਤਲ ਜੀ, ਪੈਸਾ ਵਾਲਾ ਬੜਾ ਜ਼ਿਕਰ ਹੋ ਰਿਹਾ, ਕਹਿੰਦੇ ਜਿਹੜੇ ਪੈਸੇ ਖਰਚ ਹੋਏ ਉਹਦਾ ਵੀ ਹਿਸਾਬ ਦੇ ਦਿਓ। ਨਹੀਂ ਦੇਖੋ, ਗੱਲ ਇਹ ਆ, ਮੈਂ ਪਹਿਲੀ ਵੀ ਗੱਲ ਗੌਰਵ ਜੀ ਗੱਲ ਇਹ ਕਹੀ ਆ ਕਿ ਜਿਹੜਾ ਬਜਟ ਆ ਇਹ ਲੋਕਾਂ ਦੇ ਲਈ ਬਣਨਾ, ਸੈਸ਼ਨ ਆ ਲੋਕਾਂ ਦੇ ਲਈ ਕਾਲ ਹੋਣਾ, ਲੋਕਾਂ ਦੀਆਂ ਸਿਹਤ ਸਹੂਲਤਾਂ ਦੇ ਬਾਰੇ ਗੱਲ ਹੋਣੀ ਆ, ਲੋਕਾਂ ਦੀ ਐਜੂਕੇਸ਼ਨ ਬਾਰੇ ਗੱਲ ਹੋਣੀ ਆ, ਤੇ ਪੈਸਾ ਵੀ ਸਟੇਟ ਐਕਸਚੇਕਰ ਚੋਂ ਲੱਗਿਆ। ਇਹਦੇ ਚ ਕੋਈ ਉਹ ਨਹੀਂ ਹੈ ਕਿ ਪੈਸਾ ਅਸੀਂ ਨਹੀਂ ਕੋਈ ਫੜ ਮਾਰਦੇ ਕਿ ਅਸੀਂ ਆਪਣੀ ਜੇਬ ਚੋਂ ਲਾਇਆ। ਦੂਜੀ ਗੱਲ, ਅਸੀਂ ਇਹ ਮੈਂ ਖੜਿਆਲ ਸਾਹਿਬ ਬੜੀ ਡਿੰਗਾ ਮਾਰ ਰਹੇ ਨੇ। ਖੜਿਆਲ ਸਾਹਿਬ ਤਾਂ ਉਹ ਨਹੀਂ ਖੜਿਆਲ ਸਾਹਿਬ ਸੁਰੇਸ਼ ਕੁਮਾਰ ਦੀ ਅਪਾਇੰਟਮੈਂਟ ਲਈ ਪੀ ਚਿਦੰਬਰਮ ਨੂੰ ਦਿੱਲੀ ਤੋਂ ਬੁਲਾਉਂਦੇ ਰਹੇ ਹੋ। ਹੁਣ ਸੁਣ ਲਓ ਯਾਰ, ਹੁਣ ਸੁਣ ਲਓ, ਸੁਣ ਲਓ ਸੁਰੇਸ਼ ਕੁਮਾਰ ਦੀ ਅਪਾਇੰਟਮੈਂਟ ਦੇ ਲਈ ਪੀ ਚਿਦੰਬਰਮ ਨੂੰ ਸਪੈਸ਼ਲ ਦਿੱਲੀ ਤੋਂ ਬੁਲਾਉਂਦੇ ਰਹੇ ਹੋ। ਰੂਸਾ ਆਲਮ ਦੀ ਸਟੇ ਨੂੰ ਕੰਟੀਨਿਊ ਕਰਾਉਂਦੇ ਲਈ ਸਪੈਸ਼ਲ ਬੁਲਾਉਂਦੇ ਰਹੇ ਹੋ ਪੀ ਚਿਦੰਬਰਮ ਨੂੰ। ਇਸ ਕਰਕੇ ਇਹ ਛੱਡਦਾ ਬੋਲੇ, ਛਾਲਣੀ ਕੀ ਬੋਲੇ। ਤੁਸੀਂ ਜੋ ਕੁਝ ਕਰਦੇ ਗਏ ਹੋ ਪੰਜਾਬ ਦੀ ਜਨਤਾ ਨੇ ਤਾਂ ਹੀ ਤੁਹਾਨੂੰ ਹਾਸ਼ੀ ਤੇ ਤੱਕਿਆ। ਤੁਸੀਂ ਗਵਰਨਰ ਦੇ ਪੀੜ ਤੋਂ ਅੱਜ ਤੁਸੀਂ ਗਵਰਨਰ ਦਾ ਪੱਖ ਪੂਰ ਰਹੇ ਹੋ। ਜਨਤਾ ਦੇਖ ਰਹੀ ਹੈ ਤੁਹਾਨੂੰ, ਤੁਹਾਡੀ ਮੋਡਸ ਆਪਰੈਂਡੀ ਜਨਤਾ ਤੈਅ ਕਰ ਰਹੀ ਹੈ। ਹੋਲਡ ਕਰੀਏ ਆਪਾਂ ਦੋਵੇਂ। ਤੁਹਾਡੀ ਮੋਡਸ ਆਪਰੈਂਡੀ ਜਨਤਾ ਤੈਅ ਕਰ ਰਹੀ ਹੈ। ਜਨਤਾ ਦੇਖ ਰਹੀ ਹੈ ਕਿ ਕਾਂਗਰਸ ਦਾ ਕੀ ਰੋਲ ਹੈ। ਕਾਂਗਰਸ ਗਵਰਨਰ ਦੀ ਬੈਕਿੰਗ ਕਰ ਰਹੀ ਹੈ, ਕਿਸ ਤਰੀਕੇ ਨਾਲ ਬੈਕਿੰਗ ਕਰ ਰਹੀ ਹੈ। ਜੇ ਬਹਿਸ ਹੁੰਦੀ ਰਹੇਗੀ ਲੋਕਾਂ ਤੱਕ ਗੱਲ ਨਹੀਂ ਪਹੁੰਚਦੀ। ਤੁਸੀਂ ਖੁਦ ਪੀੜਤ ਹੋ। ਮੈਂ ਤੁਹਾਨੂੰ ਕਹਿ ਰਿਹਾ ਅਰੁਣਾਚਲ ਪ੍ਰਦੇਸ਼ ਸਮਝ ਆਵੇ ਕਿ ਜੇ ਰਾਜਪਾਲ ਤੇ ਸੀਐਮ ਦੇ ਵਿਚਾਲੇ ਵਿਵਾਦ ਸੀ ਤਾਂ ਜਿਹੜਾ ਇਸ ਸਮੇਂ ਆਪਣੀ ਡਿਬੇਟ ਘਰ ਬੈਠ ਕੇ ਦੇਖ ਰਿਹਾ, ਜਿਹੜਾ ਮਿੱਤਲ ਜੀ ਔਰ ਖੜਿਆਲ ਜੀ ਆਪਾਂ ਨੂੰ ਸਾਰਿਆਂ ਨੂੰ ਸੁਣ ਰਿਹਾ ਹੈ, ਉਹਨਾਂ ਨੂੰ ਪਤਾ ਲੱਗੇ ਕਿ ਜੇ ਪੂਰਾ ਵਿਵਾਦ ਹੋਇਆ ਤਾਂ ਕਿਉਂ ਹੋਇਆ, ਤੇ ਜੇ ਨਾ ਹੁੰਦਾ ਤਾਂ ਸਾਡਾ ਕੀ ਫਾਇਦਾ ਸੀ, ਜੇ ਹੋਇਆ ਤਾਂ ਸਾਡਾ ਕੀ ਨੁਕਸਾਨ ਹੈ। ਦੇਖੋ ਲੋਕਾਂ ਦੇ ਲਈ ਆਪਾਂ ਗੱਲਬਾਤ ਕਰ ਰਹੇ ਹਾਂ, ਆਪਾਂ ਕੋਈ ਕਮਰੇ 'ਚ ਬੈਠ ਕੇ ਰੌਲਾ ਪਾ ਨਹੀਂ ਰਹੇ। ਇਸ ਕਰਕੇ ਥੋੜੀ ਇਸ ਤਰੀਕੇ ਨਾਲ ਗੱਲ ਕਰੋ ਕਿ ਲੋਕਾਂ ਨੂੰ ਸਮਝ ਆਵੇ। ਮੈਂ ਇੱਕ ਗੱਲ ਕਹਿ ਰਿਹਾ, ਠੀਕ ਹੈ ਖੜਿਆਲ ਜੀ, ਥੋੜੇ ਵੇਟ ਪਤਾ ਲੱਗਣਾ ਚਾਹੀਦਾ ਨਾ ਵੀ ਕਿੰਨਾ ਪੈਸਾ ਖਰਚਦਾ ਹੈ। ਠੀਕ ਹੈ, ਮੈਂ ਇੱਕ ਗੱਲ ਕਹਿ ਰਿਹਾ ਕਿ ਪੀ ਚਿਦੰਬਰਮ ਨੂੰ ਤੁਸੀਂ ਵੀ ਬੁਲਾਉਂਦੇ ਰਹੇ ਹੋ ਸੁਰੇਸ਼ ਕੁਮਾਰ ਦੀ ਅਪਾਇੰਟਮੈਂਟ ਦੇ ਲਈ। ਸਭ ਨੂੰ ਪਤਾ ਹੈ ਪੀ ਚਿਦੰਬਰਮ ਕਿੰਨੇ ਪੈਸੇ ਲੈਂਦੇ ਸੀ, 25 ਲੱਖ ਤੋਂ 30 ਲੱਖ ਰੁਪਇਆ। ਠੀਕ ਆ, ਇਹ ਤੁਸੀਂ ਇਸ ਕਰਕੇ ਤੁਸੀਂ ਇਹ ਗੱਲ ਨਾ ਕਰੋ। ਛੱਜ ਤਾਂ ਬੋਲੇ, ਛਾਲਣੀ ਕੀ ਬੋਲੇ। ਮੈਂ ਕਹਿੰਦਾ ਜਵਾਬ ਤਾਂ ਦੇ ਦਿਓ। ਪੈਸੇ ਮੈਂ ਦੇਦਾ ਜਵਾਬ, ਮੈਂ ਜਿਹੜਾ ਤੁਹਾਨੂੰ ਸੂਟ ਕਰਦਾ ਜਵਾਬ ਥੋੜੀ ਦੇਣਾ ਯਾਰ। ਮੈਂ ਜਿਹੜਾ ਤੁਹਾਨੂੰ ਸੂਟ ਕਰਦਾ ਜਵਾਬ ਥੋੜੀ ਦੇਣਾ। ਅਭਿਸ਼ੇਕ ਮਨੂ ਸਿੰਘ ਵੀ ਜੀ ਕਿਹਦੇ ਲਈ ਇਸ ਕਰਕੇ ਛੱਜ ਦਾ ਬੋਲੇ। ਦੂਜੀ ਗੱਲ ਨੂੰ ਚੁੱਪ ਕਰਾ ਦਿਓ। ਦੂਜੀ ਗੱਲ ਮੈਂ ਇੰਨੀ ਗੱਲ ਇੱਕ ਜ਼ਰੂਰ ਕਰਦਾ ਕਿ ਤੁਸੀਂ ਗਵਰਨਰ ਦੀ ਬੈਟਿੰਗ ਜਿਸ ਤਰੀਕੇ ਨਾਲ ਕਰ ਰਹੇ ਹੋ, ਇਹ ਬੜੀ ਸ਼ਰਮਨਾਕ ਗੱਲ ਹੈ। ਮੈਂ ਤੁਹਾਨੂੰ ਬਾਰ-ਬਾਰ ਕਹਿ ਰਿਹਾ, ਅਰੁਣਾਚਲ ਪ੍ਰਦੇਸ਼ ਤੋਂ ਲੈ ਕੇ ਅਰੁਣਾਚਲ ਪ੍ਰਦੇਸ਼ ਦਾ ਇਨਸੀਡੈਂਟ ਯਾਦ ਕਰ ਲਓ, ਗੋਆ ਦਾ ਇਨਸੀਡੈਂਟ ਯਾਦ ਕਰ ਲਓ, ਕਰਨਾਟਕਾ ਦਾ ਯਾਦ ਕਰ ਲਓ। ਤੁਹਾਨੂੰ ਤੁਸੀਂ ਵੀ ਪੀੜਤ ਰਹੇ ਹੋ। ਤੁਸੀਂ ਅੱਜ ਸਿਰਫ ਐਸੇ ਕਰਕੇ ਗਵਰਨਰ ਦੀ ਬੈਕਿੰਗ ਕਰ ਰਹੇ ਹੋ। ਤੁਸੀਂ ਕਹਿੰਦੇ ਗਵਰਨਰ ਨੇ ਸਵਾਲ ਪੁੱਛੇ ਜੀ, ਗਵਰਨਰ ਸੁਪਰੀਮ ਹੈ ਜੀ। ਅੱਜ ਮੈਂ ਤੁਹਾਨੂੰ ਇਹ ਗੱਲ ਕਹਿ ਰਿਹਾ ਕਿ ਕਨਸਟੀਟਿਊਸ਼ਨ ਨੂੰ ਅਗਰ ਅਮੈਂਡ ਕਰ ਦਈਏ, ਗਵਰਨਰ ਵਾਲੀ ਮੱਦ ਹਟਾ ਦਈਏ, ਤੇ ਗਵਰਨਰ ਹੋ ਹੀ ਨਹੀਂ ਸਕਦੇ ਹਿੰਦੁਸਤਾਨ ਦੇ ਵਿੱਚ। ਕੀ ਤੁਸੀਂ ਸੀਐਮ ਦੀ ਮੱਦ ਅਮੈਂਡ ਕਰ ਸਕਦੇ ਹੋ? ਕਿਉਂਕਿ ਪ੍ਰੀਐਮਬਲ ਕਹਿੰਦੀ ਹੈ ਕਿ ਹਿੰਦੁਸਤਾਨ ਸ਼ੁੱਡ ਬੀ ਅ ਡੈਮੋਕ੍ਰੈਟਿਕ ਐਂਡ ਰਿਪਬਲਿਕ। ਸੀਐਮ ਪੀਐਮ ਨਾਲ ਬਣਦਾ, ਗਵਰਨਰ ਨਾਲ ਨਹੀਂ ਬਣਦਾ। ਗਵਰਨਰ ਤਾਂ ਹੋਣੀ ਨਹੀਂ ਚਾਹੀਦੀ। ਇਸ ਤਾਂ ਕਹਿੰਦੇ ਅਸੀਂ ਤਾਂ ਕਹਿੰਦੇ ਕਿ ਗਵਰਨਰ ਦੀ ਪੋਸਟ ਖਤਮ ਕਰ ਦਿਓ। ਤੁਹਾਡਾ ਤਰਕ ਆ ਗਿਆ। ਗਵਰਨਰ ਚੁਣੀਆਂ ਹੋਈਆਂ ਸਰਕਾਰਾਂ ਨੂੰ ਡਰੇਲ ਕਰਨ ਦੇ ਲਈ ਵਰਤੇ ਜਾਂਦੇ ਨੇ। ਥੋੜੇ ਹੋਲਡ ਕਰੋ ਸਰ। ਜਿਹੜੇ ਗਵਰਨਰ ਦਾ ਜ਼ਿਕਰ ਹੋ ਰਿਹਾ ਉਹਨਾਂ ਦਾ ਵੀ ਮੈਂਸ਼ਨ ਤਾਂ ਸੰਵਿਧਾਨ ਦੇ ਵਿੱਚ ਹੈ ਨਾ, ਇਹ ਤਾਂ ਮੰਨਦੇ ਹੋ? ਸਰ ਮੈਂਸ਼ਨ ਹੈ, ਇਸ ਤਾਂ ਕੋਈ ਦੋ ਰਾਏ ਨਹੀਂ ਕਿ ਸੰਵਿਧਾਨ ਦੇ ਵਿੱਚ ਨਹੀਂ ਹੈ ਤੇ ਬਾਹਰੋਂ ਲਿਆ ਕੇ ਕਿਸੇ ਨੂੰ ਲਗਾ ਦਿੱਤਾ ਗਿਆ। ਸਰ ਮੈਂ ਗੱਲ ਇਹ ਕਹਿ ਰਿਹਾ ਕਿ ਗਵਰਨਰ ਦੀਆਂ ਪਾਵਰਾਂ ਵਰਸਸ ਸੀਐਮ ਦੀਆਂ ਪਾਵਰਾਂ। ਸੀਐਮ ਦੀਆਂ ਪਾਵਰਾਂ ਬੜੀਆਂ ਸੰਵਿਧਾਨ ਡਿਫਾਈਨ ਕਰਦਾ, ਗਵਰਨਰ ਦੀਆਂ ਪਾਵਰਾਂ ਬੜੀਆਂ ਲਿਮਟਿਡ ਨੇ। ਅਗਰ ਗਵਰਨਰ ਸਾਹਿਬ ਇਹ ਗੱਲ ਕਹਿ ਰਹੇ ਨੇ ਕਿ ਮੇਰੇ ਲਈ ਭਾਸ਼ਾ ਡੈਰੋਗੇਟਰੀ ਵਰਤੀ, ਮੇਰੇ ਲਈ ਭਾਸ਼ਾ ਇਨਸਲਟਿੰਗ ਵਰਤੀ ਸਾਰੇ ਜਿਹੜੇ ਪ੍ਰਵਕਤਾ ਕਹਿ ਰਹੇ ਨੇ। ਇੱਕ ਇਹ ਵੀ ਪੁਆਇੰਟ ਹੈ ਮਿੱਤਲ ਜੀ ਕਿ ਬੜਾ ਆਪਾਂ ਜਦੋਂ ਰਾਜਪਾਲ ਦਾ ਜਾਂ ਜਿਵੇਂ ਚੀਫ ਜਸਟਿਸ ਆਫ ਇੰਡੀਆ ਦਾ ਜ਼ਿਕਰ ਕਰਦੇ ਹਾਂ ਤਾਂ ਬੜਾ ਅਦਬ ਦੇ ਨਾਲ ਨਾਮ ਲਿਆ ਜਾਂਦਾ। ਇਹ ਤੁਸੀਂ ਮੰਨਦੇ ਹੋ ਕਿ ਨਹੀਂ? ਬਿਲਕੁਲ। ਮੈਂ ਇਸ ਦੇ ਉੱਤੇ ਹੀ ਇਸ ਸਮੇਂ ਬੀਜੇਪੀ ਤੇ ਤੁਹਾਡੇ ਵਿਰੋਧੀਆਂ ਨੂੰ ਇਤਰਾਜ਼ ਹੈ ਕਿ ਉਹ ਡੈਰੋਗੇਟਰੀ ਵਰਡ ਦਾ ਇਸਤੇਮਾਲ ਕੀਤਾ ਗਿਆ। ਇਹ ਰਾਜਪਾਲ ਖੁਦ ਆਪਣੀ ਚਿੱਠੀ 'ਚ ਲਿਖਦੇ ਨੇ। ਸਰ ਬਿਲਕੁਲ ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ, ਪਰ ਇਸ ਗੱਲ ਦਾ ਸੈਸ਼ਨ ਬੁਲਾਉਣ ਜਾਂ ਨਾ ਬੁਲਾਉਣ ਨਾਲ ਕੀ ਕੰਸਰਨ ਹੈ? ਇਹ ਗੱਲ ਅਲੱਗ ਹੈ, ਸੈਸ਼ਨ ਬੁਲਾਉਣਾ ਅਲੱਗ ਹੈ। ਸੈਸ਼ਨ ਤੁਸੀਂ ਇਹ ਕਹਿ ਰਹੇ ਹੋ, ਤੁਸੀਂ ਇਹ ਕਹਿ ਰਹੇ ਹੋ ਕਿ ਜੇ ਡੈਰੋਗੇਟਰੀ ਵਰਡਸ ਲੱਗ ਰਹੇ ਸੀ ਤੁਸੀਂ ਉਹ ਕਹਿ ਰਹੇ ਨੇ ਤੁਸੀਂ ਅਦਾਲਤ ਚਲੇ ਜਾਂਦੇ, ਰਾਜਪਾਲ ਚਲੇ ਜਾਂਦੇ। ਤੁਸੀਂ ਉਹਨਾਂ ਨੇ ਕਿਹਾ ਵੀ ਹੈ ਕਿ ਮੈਂ ਲੀਗਲ ਐਡਵਾਈਸ ਲੂੰਗਾ, ਤੁਸੀਂ ਲੈ ਲਓ ਲੀਗਲ ਐਡਵਾਈਸ, ਪਰ ਤੁਸੀਂ ਸੈਸ਼ਨ ਕਿਵੇਂ ਰੋਕ ਸਕਦੇ ਹੋ? ਸੈਸ਼ਨ ਕਿਵੇਂ ਰੋਕ ਸਕਦੇ ਹੋ? ਥੋੜੇ ਵੇਟ ਕਰੋ। ਜੈਬੰਸ਼ ਜੀ ਬਹੁਤ ਦੇਰ ਬਾਅਦ ਤੁਹਾਡੇ ਕੋਲ ਆ ਰਹੇ ਹਾਂ, ਪਰ ਦੇਖੋ ਇਹ ਕਹਿ ਰਹੇ ਨੇ ਕਿ ਦੋ ਅਲੱਗ-ਅਲੱਗ ਇਸ਼ੂ ਨੇ, ਇੱਕ ਭਾਸ਼ਾ ਦੇ ਉੱਤੇ ਇਤਰਾਜ਼ ਤੇ ਦੂਜਾ ਸੈਸ਼ਨ ਨੂੰ ਮਨਜ਼ੂਰੀ। ਕਿ ਸੈਸ਼ਨ ਨੂੰ ਮਨਜ਼ੂਰੀ ਦੇ ਉੱਤੇ ਤਾਂ ਕੋਈ ਕਿੰਤੂ ਪਰੰਤੂ ਨਹੀਂ ਹੋ ਸਕਦਾ, ਤੇ ਜੇਕਰ ਕੋਈ ਭਾਸ਼ਾ ਦੇ ਉੱਤੇ ਇਤਰਾਜ਼ ਸੀ ਤਾਂ ਉਸ ਦੇ ਲਈ ਅਦਾਲਤ ਦੇ ਦਰਵਾਜ਼ੇ ਗਵਰਨਰ ਸਾਹਿਬ ਦੇ ਲਈ ਵੀ ਖੁੱਲੇ ਸੀ, ਤਾਂ ਉਹ ਵੀ ਜਾ ਸਕਦੇ ਨੇ, ਹੁਣ ਵੀ ਜਾ ਸਕਦੇ ਨੇ ਜੇ ਇਤਰਾਜ਼ ਆ ਉਹਨਾਂ ਨੂੰ। ਦੇਖੋ ਗੌਰਵ ਜੀ, ਵਿੱਚ ਕਾਫੀ ਡਿਟੇਲ ਹੋ ਗਈ ਡਿਬੇਟ। ਅੱਜ
ਆਮ ਤੌਰ ਦੇ ਉੱਤੇ ਜਦੋਂ ਅਸੀਂ ਡਿਬੇਟ ਤੋਂ ਜਾਂਦੇ ਆ ਇੱਥੇ ਇੱਕ ਫਾਰਮ ਬਣ ਗਿਆ ਕਿ ਗੁੱਡ ਫੇਥ ਦੇ ਵਿੱਚ ਅਸੀਂ ਆਮ ਆਦਮੀ ਪਾਰਟੀ ਨੂੰ ਕੋਈ ਨਾ ਕੋਈ ਚੰਗੀ ਐਡਵਾਈਸ ਦੇਣ ਦੀ ਕੋਸ਼ਿਸ਼ ਕਰਨੇ ਆ, ਪਰ ਆਮ ਆਦਮੀ ਪਾਰਟੀ ਐਡੀ ਆਬਟਿਊਸ ਹੈ, ਮੋਟੇ ਦਿਮਾਗ ਦੀ ਪਾਰਟੀ ਹੈਗੀ ਹੈ ਕਿ ਉਹ ਕਦੀ ਵੀ ਉਹ ਐਡਵਾਈਸ ਨਹੀਂ ਲੈਂਦੀ। ਅੱਜ ਵੀ ਅਸੀਂ ਇੱਥੇ ਇਹਨਾਂ ਨੂੰ ਐਡਵਾਈਸ ਦੇਣ ਦੀ ਕੋਸ਼ਿਸ਼ ਕਰ ਰਹੇ ਸੀਗੇ ਕਿ ਜੋ ਤੁਸੀਂ ਕੀਤਾ ਉਹ ਗਲਤ ਕੀਤਾ, ਉਹ ਤੁਹਾਨੂੰ ਨਹੀਂ ਕਰਨਾ ਚਾਹੀਦਾ, ਤੇ ਪਰ ਇਹਨਾਂ ਦੇ ਦਿਮਾਗ ਦੇ ਵਿੱਚ ਇਹ ਗੱਲ ਨਹੀਂ ਬੈਠੀ। ਇਹ ਕੀ ਕਰਨਾ ਚਾਹੁੰਦੇ ਨੇ ਕਿ ਇਹ ਹੁਣ ਸਾਰਿਆਂ ਨੂੰ ਮੋਟੀਵੇਟ ਕਰ ਰਹੇ ਨੇ ਕਿ ਸਾਰੇ ਹੁਣ ਗਵਰਨਰ ਦੇ ਪਿੱਛੇ ਪੈ ਜਾਓ। ਉਹ ਬਈ ਸਾਡੇ ਦੇਸ਼ ਦਾ ਕੀ ਹੋਏਗਾ ਅਗਰ ਅਸੀਂ ਇਸ ਤਰੀਕੇ ਨਾਲ ਚੱਲਾਂਗੇ, ਤੇ ਐਸਪੈਸ਼ਲੀ ਪੰਜਾਬ ਦਾ। ਗੌਰਵ ਜੀ, ਮੈਂ ਤੁਹਾਨੂੰ ਦੱਸ ਦੇਵਾਂ, ਜਦੋਂ ਸ਼੍ਰੋਮਣੀ ਅਕਾਲੀ ਦਲ ਤੇ ਬੀਜੇਪੀ ਦੀ ਇੱਥੇ ਗਵਰਨਮੈਂਟ ਸੀਗੀ, ਮਨਮੋਹਨ ਸਿੰਘ ਜੀ ਪ੍ਰਾਈਮ ਮਿਨਿਸਟਰ ਸੀਗੇ, ਪ੍ਰਕਾਸ਼ ਸਿੰਘ ਬਾਦਲ ਸੀਐਮ ਦੀ ਤੇ ਮਨਮੋਹਨ ਸਿੰਘ ਜੀ ਦੀ ਬਹੁਤ ਅੱਛੀ ਬਣਦੀ ਸੀਗੀ। ਬਾਕੀ ਰਾਜਨੀਤਿਕ ਤੌਰ ਦੇ ਉੱਤੇ ਉਹ ਲੜਦੇ ਰਹਿੰਦੇ ਸੀ ਇੱਕ ਦੂਸਰੇ ਨਾਲ, ਠੀਕ ਹੈ, ਉਹਨਾਂ ਦੀਆਂ ਆਈਡੀਓਲੋਜੀਕਲ ਪ੍ਰੋਬਲਮਸ ਹੈਗੀਆਂ ਸੀਗੀਆਂ। ਸੇਮ ਮੈਂ ਤੁਹਾਨੂੰ ਦੱਸਿਆ ਵੀਪੀ ਸਿੰਘ ਬਦਨੌਰ ਦਾ, ਕੈਪਟਨ ਅਮਰਿੰਦਰ ਦੀ ਮੋਦੀ ਸਾਹਿਬ ਦੇ ਨਾਲ ਜਦੋਂ ਕੋਵਿਡ ਹੋਈ ਹੈ, ਉਹਨਾਂ ਦੇ ਮੈਂ ਕਈ ਵੀਡੀਓਜ਼ ਦੇਖੇ ਨੇ ਜਿਹਦੇ ਚ ਉਹ ਵੀਡੀਓ ਕਾਨਫਰੰਸਿੰਗ 'ਚ ਬੈਠੇ ਨੇ, ਬੜੇ ਅਦਬ ਦੇ ਨਾਲ ਉਹ ਗੱਲ ਕਰਦੇ ਸੀਗੇ। ਤੇ ਉਹ ਜਦੋਂ ਸੈਸ਼ਨ ਦੇ ਵਿੱਚ ਉਹਨਾਂ ਨੇ ਬੋਲਿਆ ਤੇ ਉਹਨਾਂ ਨੇ ਜੰਮ ਕੇ ਵਿਰੋਧ ਕੀਤਾ ਸੀਗਾ ਬੀਜੇਪੀ ਦਾ ਸੈਸ਼ਨ ਦੇ ਵਿੱਚ, ਪਰ ਅੱਜ ਤੱਕ ਕਿਸੇ ਵੀ ਇੱਕ ਵੱਡੇ ਚੀਫ ਮਿਨਿਸਟਰ ਨੇ ਪ੍ਰਾਈਮ ਮਿਨਿਸਟਰ ਦੀ, ਗਵਰਨਰ ਦੀ ਇਸ ਤਰੀਕੇ ਨਾਲ ਬੇਇੱਜ਼ਤੀ ਨਹੀਂ ਕੀਤੀ ਜਿਸ ਤਰੀਕੇ ਦੇ ਨਾਲ ਆਮ ਆਦਮੀ ਪਾਰਟੀ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਤੇ ਦੂਸਰਾ ਮੈਂ ਇਹ ਕਹਿ ਦੇਵਾਂ ਕਿ ਵੈਦਰ ਇਟ ਇਜ਼ ਕਾਂਗਰਸ ਔਰ ਐਨੀ ਪਾਰਟੀ, ਸਾਡਾ ਦੇਸ਼ ਹੈ, ਵੀ ਆਰ ਪ੍ਰਾਊਡ ਕਿ ਕਿਸ ਤਰੀਕੇ ਦੇ ਅਸੀਂ ਪ੍ਰੈਜ਼ੀਡੈਂਟਸ ਤੇ ਕਿਸ ਤਰੀਕੇ ਦੇ ਗਵਰਨਰ ਜਿਹੜੇ ਨੇ ਉਹਨਾਂ ਨੂੰ ਚੂਜ਼ ਕੀਤਾ ਹੈ। ਸਾਰੇ ਬੜੇ ਹਾਈਲੀ ਕੁਆਲੀਫਾਈਡ ਹੁੰਦੇ ਨੇ, ਬੜੇ ਐਮੀਨੈਂਟ ਪਰਸਨੈਲਿਟੀਜ਼ ਹੁੰਦੇ ਨੇ, ਕੋਈ ਐਸਾ ਤਰੈਸ਼ ਨਹੀਂ ਹੁੰਦਾ ਜੈਸੀ ਆਮ ਆਦਮੀ ਪਾਰਟੀ ਹੈਗੀ ਹੈ। ਤੇ ਇਹ ਅਗਰ ਬਾਈ ਦ ਵੇ ਕਿਤੇ ਸੱਤਾ 'ਚ ਆ ਜਾਣ ਤੇ ਹੁਣ ਤੇ ਮੈਨੂੰ ਲੱਗਦਾ ਹੈ ਕਿ ਇਹਨਾਂ ਨੇ ਪਹਿਲੀ ਗੱਲ ਆ ਕੇ ਪੂਰੀ ਕਨਸਟੀਟਿਊਸ਼ਨ ਨੂੰ ਚੇਂਜ ਕਰਕੇ, ਅੰਬੇਡਕਰ ਦੀ ਸਾਹਿਬ ਦੀ ਬਣਾਈ ਹੋਈ ਕਨਸਟੀਟਿਊਸ਼ਨ ਨੂੰ ਚੇਂਜ ਕਰਕੇ ਇਹ ਆਪਣੇ ਤਰੀਕੇ ਦੇ ਨਾਲ ਇੱਕ ਹਿਟਲਰ ਟਾਈਪ, ਇੱਕ ਨਾਜ਼ੀ ਟਾਈਪ ਕਨਸਟੀਟਿਊਸ਼ਨ ਲੈ ਕੇ ਆਉਣਗੇ ਜਿਹਦੇ 'ਚ ਗਵਰਨਰ ਹੈ ਨਹੀਂ, ਪ੍ਰੈਜ਼ੀਡੈਂਟ ਹੈ ਨਹੀਂ, ਉਹਦੇ 'ਚ ਸਿਰਫ ਇੱਕ ਕੇਜਰੀਵਾਲ ਹੈਗਾ ਹਿਟਲਰ। ਤੁਸੀਂ ਇਹਨਾਂ ਦੀ ਮਾਨਸਿਕਤਾ ਦੇਖੋ ਕਿਹੜੇ ਪਾਸੇ ਚੱਲ ਰਹੀ ਹੈ। ਬਾਕੀ ਇਹ ਕਹਿੰਦੇ ਨੇ ਕਿ ਗਵਰਨਰ ਜਿਹੜੇ ਨੇ ਉਹ ਸਾਰੇ ਮਤਲਬ ਬੀਜੇਪੀ ਦੇ ਹੁੰਦੇ ਨੇ। ਮੈਨੂੰ ਦੱਸੋ, ਹੁਣ ਅਰੁਣਾਚਲ ਪ੍ਰਦੇਸ਼ ਦੇ ਵਿੱਚ ਜਨਰਲ ਕੇਟੀ ਪਟਨਾਇਕ ਨੂੰ ਗਵਰਨਰ ਬਣਾਇਆ, ਉਹਦਾ ਦੂਰੋਂ ਮੈਨੂੰ ਬੀਜੇਪੀ ਵੱਲ ਦੇ ਨਾਲ ਕੋਈ ਮੈਨੂੰ ਲੈਣਾ ਦੇਣਾ ਦੱਸ ਦਿਓ। ਬ੍ਰਿਗੇਡੀਅਰ ਮਿਸ਼ਰਾ ਨੂੰ ਜਿਹਨੂੰ ਬਣਾਇਆ ਉੱਥੇ ਲਦਾਖ ਦੇ ਵਿੱਚ, ਉਹਦਾ ਦੂਰ ਤੱਕ ਮੈਨੂੰ ਦੱਸੋ if he has any connection with the BJP। ਉੱਤਰਾਖੰਡ ਦੇ ਵਿੱਚ ਬਣਾਇਆ ਆਪਣਾ ਜਨਰਲ ਗੁਰਮੀਤ ਨੂੰ। ਉਸ ਤਰੀਕੇ ਨਾਲ ਬੜੇ ਇੰਟੈਲੈਕਚੁਅਲਸ, ਬੜੇ ਵੱਡੇ ਲੋਕ ਜਿਹੜੇ ਨੇ ਉਹ ਗਵਰਨਰ ਬਣਦੇ ਨੇ, ਉਹਨਾਂ ਨੂੰ ਪਤਾ ਹੁੰਦਾ ਉਹ ਕੀ ਕਰ ਰਹੇ ਨੇ। ਸਾਡੇ ਗਵਰਨਰ ਬਨਵਾਰੀ ਲਾਲ ਪੁਰੋਹਿਤ ਜੀ ਵੀ ਇਹ ਬੜੇ ਇੱਕ ਸੁਲਝੇ ਹੋਏ ਸੋਸ਼ਲ ਵਰਕਰ ਨੇ। ਜੈਵੰਤ ਜੀ, ਛੋਟਾ ਜਿਹਾ ਜਵਾਬ ਦੇ ਦਿਓ ਸਰ। ਉਹਨਾਂ ਦੇ ਨਾਲ ਇਸ ਤਰੀਕੇ ਦੇ ਨਾਲ ਇਹਨਾਂ ਨੇ ਗੱਲ ਕੀਤੀ। ਮੈਂ ਮਿੱਤਲ ਜੀ ਦਾ ਰਿਐਕਸ਼ਨ ਲਵਾਂਗਾ। ਦੇਖੋ, ਆਮ ਆਦਮੀ ਪਾਰਟੀ ਨੂੰ ਜਿਸ ਤਰੀਕੇ ਨਾਲ ਅੱਜ ਮਿੱਤਲ ਜੀ ਬੋਲ ਰਹੇ ਨੇ ਉਹ ਬਹੁਤ ਅਨਫੋਰਚੂਨੇਟ ਹੈ, ਬਹੁਤ ਅਨਫੋਰਚੂਨੇਟ ਹੈ। ਜੈਵੰਤ ਜੀ, ਇੱਕ ਮਿੱਤਲ ਜੀ ਔਰ ਆਮ ਆਦਮੀ ਪਾਰਟੀ ਦਾ ਇਹ ਵੀ ਤਰਕ ਹੈ ਜਾਂ ਕਹੀਏ ਕਿ ਇਤਰਾਜ਼ ਹੈ, ਕਹਿੰਦੇ ਜਿੱਥੇ ਬੀਜੇਪੀ ਦੀ ਸਰਕਾਰ ਹੈ ਉੱਥੇ ਗਵਰਨਰ ਸਾਹਿਬ ਨੂੰ ਯਾਦ ਨਹੀਂ ਆਉਂਦਾ ਕਿ ਅਸੀਂ ਕੋਈ ਜਾਣਕਾਰੀ ਲੈ ਲਈਏ ਜਾਂ ਕੋਈ ਪੁੱਛ ਲਈਏ, ਉੱਥੇ ਕੋਈ ਵਿਵਾਦ ਨਹੀਂ ਹੁੰਦਾ, ਤੇ ਜਿੱਥੇ ਹੋਰ ਸਰਕਾਰਾਂ ਨੇ ਉੱਥੇ ਵਿਵਾਦ ਹੁੰਦਾ। ਬਹੁਤ ਪੁੱਛਦੇ ਨੇ ਗਵਰਨਰ, ਬਹੁਤ ਪੁੱਛਦੇ ਨੇ ਬੀਜੇਪੀ ਦੀਆਂ ਸਰਕਾਰਾਂ ਦੇ ਵਿੱਚ ਵੀ, ਪਰ ਉਹ ਗੱਲ ਜਿਹੜੀ ਉਹ ਬਾਹਰ ਨਹੀਂ ਆਉਂਦੀ ਇਹਨਾਂ ਦੇ ਵਾਂਗੂ, ਉਹ ਮੀਡੀਆ 'ਚ ਨਹੀਂ ਆਉਂਦੀ। ਉੱਥੋਂ ਦੇ ਚੀਫ ਮਿਨਿਸਟਰ ਟਵੀਟ ਨਹੀਂ ਕਰਦੇ। ਜੋ ਵੀ ਗਵਰਨਰ ਪੁੱਛਦਾ ਤੁਹਾਡਾ ਕੀ ਖਿਆਲ ਹੈ, ਉੱਥੇ ਗਵਰਨਰ ਸਿਰਫ ਬਹਿ ਕੇ ਤੇ ਮਜ਼ੇ ਮਾਰਦੇ ਨੇ, ਉਹ ਆਪਣਾ ਕੰਮ ਕਰਦੇ ਨੇ, ਉਹਨਾਂ ਨੂੰ ਪ੍ਰੈਜ਼ੀਡੈਂਟ ਨੂੰ ਜਵਾਬ ਦੇਣਾ ਹੁੰਦਾ। ਠੀਕ ਹੈ, ਆਬਵੀਅਸ ਹੈ ਕਿ ਪੁੱਛਦੇ ਨੇ। ਤੁਹਾਡਾ ਤਰਕ ਹੈ ਕਿ ਅੰਦਰ ਖਾਤੇ ਬਹੁਤ ਸਾਰੀਆਂ ਫਾਈਲਾਂ ਚੱਲਦੀਆਂ ਰਹਿੰਦੀਆਂ। ਮਿੱਤਲ ਸਾਹਿਬ ਜਵਾਬ ਦੇ ਦਿਓ। ਠੀਕ ਹੈ, ਮਿੱਤਲ ਸਾਹਿਬ ਜਵਾਬ ਦੇ ਦਿਓ। ਦੇਖੋ, ਇੱਕ ਪੁਆਇੰਟ ਇਹ ਹੈ ਕਿ ਜੇਕਰ ਤੁਸੀਂ ਚਿੱਠੀ ਦਾ ਜਵਾਬ ਦੇ ਦਿੰਦੇ ਤਾਂ ਸ਼ਾਇਦ ਇਹ ਨੌਬਤ ਹੀ ਨਾ ਆਉਂਦੀ। ਦੇਖੋ, ਇਹ ਸਾਰੇ ਤੁਹਾਡੇ ਵਿਰੋਧੀ ਇਸ ਸਮੇਂ ਇਹੀ ਗੱਲ ਕਹਿ ਰਹੇ। ਗੱਲ ਇਹ ਆ, ਮੈਂ ਤੁਹਾਨੂੰ ਬਾਰ-ਬਾਰ ਕਹਿ ਰਿਹਾ, ਤੁਹਾਡੇ ਦਰਸ਼ਕਾਂ ਨੂੰ ਵੀ ਬਾਰ-ਬਾਰ ਇਹ ਗੱਲ ਦੱਸਣ ਦੀ ਕੋਸ਼ਿਸ਼ ਕਰ ਰਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਕਦੇ ਵੀ ਚਿੱਠੀਆਂ ਦੇ ਜਵਾਬ ਦੇਣ ਤੋਂ ਨਹੀਂ ਭੱਜਦੀ। ਗਵਰਨਰ ਸਾਹਿਬ ਨੂੰ ਜਿਹੜੀ ਜਾਣਕਾਰੀ ਚਾਹੀਦੀ ਆ ਅਸੀਂ ਦੇਵਾਂਗੇ, ਪਰ ਅਗਰ ਗਵਰਨਰ ਸਾਹਿਬ ਆਪਣੇ ਦਿੱਲੀ ਦੇ ਅਕਾਮਾਂ ਤੋਂ ਆਦੇਸ਼ ਲੈਣਗੇ, ਅਗਰ ਗਵਰਨਰ ਸਾਹਿਬ ਆਪਣੇ ਦਿੱਲੀ ਦੇ ਅਕਾਮਾਂ ਤੋਂ ਆਦੇਸ਼ ਲੈਣਗੇ, ਠੀਕ ਹੈ, ਡੇ ਟੂ ਡੇ ਮੈਟਰ ਇੰਟਰਫੇਅਰਸ ਕਰਨਗੇ, ਪੋਲਿਟਿਕਸ ਕਰਨਗੇ, ਜਾ ਕੇ ਬਾਰਡਰ ਤੇ ਪੋਲੀਟੀਕਲ ਸਟੇਟਮੈਂਟ ਦੇਣਗੇ। ਬਾਰਡਰ ਦਾ ਇਲਾਕਾ ਤਾਂ 50 ਕਿਲੋਮੀਟਰ ਤੱਕ ਦਾ BSF ਦੇ ਅੰਦਰ ਹੈ ਨਾ। ਅਗਰ ਤੁਸੀਂ ਉੱਥੇ ਜਾ ਕੇ 50 ਕਿਲੋਮੀਟਰ ਤੱਕ ਦੇ ਦਾਇਰੇ ਦੇ ਵਿੱਚ ਬੈਠ ਕੇ ਸਟੇਟਮੈਂਟ ਦੇ ਰਹੇ ਹੋ ਪੰਜਾਬ ਪੁਲਿਸ ਦੇ ਅਗੇਂਸਟ, DGP ਦੀ ਹਾਜ਼ਰੀ ਦੇ ਵਿੱਚ, ਤੇ ਫਿਰ ਤੁਸੀਂ ਇਹਨੂੰ ਪੋਲਿਟਿਕਸ ਨਹੀਂ ਸਮਝਾਂਗੇ ਤੇ ਅਸੀਂ ਹੋਰ ਕੀ ਸਮਝਾਂਗੇ। ਤੁਸੀਂ ਹਰਿਆਣਾ ਦੇ ਬਾਰੇ ਕਿਉਂ ਨਹੀਂ ਗੱਲ ਕਰਦੇ? ਹਰਿਆਣਾ ਦੇ ਗਵਰਨਰ ਕੌਣ ਨੇ? ਅੱਜ ਹਰਿਆਣਾ ਦੇ ਕਿਤੇ ਡੇ ਟੂ ਡੇ ਇੰਟਰਫੇਰੈਂਸ ਬਾਰੇ ਜਾਣਕਾਰੀ ਮੰਗੀ ਹੈ? ਤੁਸੀਂ ਇਹ ਕਹਿਣਾ ਚਾਹ ਰਹੇ ਹੋ ਕਿ ਗਵਰਨਰ ਜੇਕਰ ਕੋਈ ਸਵਾਲ ਪੁੱਛ ਰਹੇ ਹੈ ਤਾਂ ਉਸ ਦੇ ਉੱਪਰ ਕੁਐਸਚਨ ਮਾਰਕ ਹੈ,
ਕਿਉਂ ਪੁੱਛ ਰਹੇ ਨੇ? ਜੇ ਉਹ ਬਾਰਡਰ ਏਰੀਆ 'ਚ ਚਲੇ ਗਏ ਤਾਂ ਉਹ ਕਿਉਂ ਚਲੇ ਗਏ? ਅਸੀਂ ਇਹ ਗੱਲ ਕਰ ਰਹੇ ਹਾਂ ਕਿ ਗਵਰਨਰ ਸਾਹਿਬ ਪੋਲਿਟਿਕਸ ਨਾ ਕਰਨ, ਗਵਰਨਰ ਹਾਊਸ ਨੂੰ ਪੋਲੀਟੀਕਲ ਅਖਾੜਾ ਨਾ ਬਣਾਇਆ ਜਾਵੇ। ਗਵਰਨਰ ਹਾਊਸ ਆਪਣੀਆਂ ਪਾਵਰਾਂ ਆਪਣੇ ਦਾਇਰੇ ਦੇ ਵਿੱਚ ਰਹਿਣ। ਅਗਰ ਆਪਣਾ ਦਾਇਰਾ ਕ੍ਰਾਸ ਕਰਨਗੇ ਤੇ ਫਿਰ ਉਹਨਾਂ ਨੂੰ ਇਹ ਯਾਦ ਰੱਖਣਾ ਪਏਗਾ ਕਿ ਇੱਥੇ 92 ਸੀਟਾਂ ਵਾਲੀ ਚੁਣੀ ਹੋਈ ਲੋਕਾਂ ਦੀ ਸਰਕਾਰ ਹੈ, ਜਿਹੜੀ ਕਿ ਪੰਜਾਬ ਦੇ 3 ਕਰੋੜ ਲੋਕਾਂ ਨੂੰ ਜਵਾਬ ਦੇ ਆ। ਗਵਰਨਰ ਇਜ਼ ਅ ਨੋਮੀਨਲ ਹੈਡ, ਨਾਟ ਇਲੈਕਟਡ ਹੈਡ। ਗਵਰਨਰ ਸਿਰਫ ਕੰਸਟੀਟਿਊਸ਼ਨਲ ਹੈਡ ਹੈ, ਸੁਪਰੀਮ ਕੋਰਟ ਨੇ ਕਿਹਾ। ਚਲੋ ਸਮਾਂ ਬਹੁਤ ਪੂਰਾ ਮੈਂ ਇੱਕ ਰਿਐਕਸ਼ਨ ਲਵਾਂਗਾ। ਟਾਂਡਾ ਸਾਹਿਬ, ਸ਼ੁਰੂਆਤ ਤੁਹਾਡੇ ਤੋਂ ਕਰਦੇ ਹਾਂ। ਦਖਲਅੰਦਾਜ਼ੀ ਨਜ਼ਰ ਆਉਂਦੀ ਹੈ ਕਿ ਨਹੀਂ? ਦੇਖੋ, ਫੈਡਰਲ ਸਿਸਟਮ ਦਾ ਬਹੁਤ ਜ਼ਿਕਰ ਹੁੰਦਾ ਹੈ। ਮੈਂ ਬਹੁਤ ਸਾਰੇ ਇਨਫੈਕਟ ਗ੍ਰਾਫਿਕਸ ਵੀ ਅਸੀਂ ਚਲਾ ਰਹੇ ਹਾਂ ਕਿ ਪਿਛਲੇ 10 ਮਹੀਨਿਆਂ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਸੁਪਰੀਮ ਕੋਰਟ ਦਾ ਜਿਹੜਾ ਰੁਖ ਕੀਤਾ ਗਿਆ, ਬਜਟ ਇਜਲਾਸ ਦਾ ਰੌਲਾ ਪਿਆ, ਉਸ ਤੋਂ ਬਾਅਦ 1 ਦਿਨ ਦਾ ਇਜਲਾਸ ਸੀ, PAU ਦੇ VC ਦੀ ਨਿਯੁਕਤੀ ਸੀ, ਬਾਰਡਰ ਏਰੀਆ ਦੇ ਵਿੱਚ ਜਾਣਾ, ਬਹੁਤ ਲੰਬੀ ਲਿਸਟ ਹੈ। ਕੀ ਅਕਾਲੀ ਦਲ ਨੂੰ ਇਹ ਦਖਲਅੰਦਾਜ਼ੀ ਰਾਜਪਾਲ ਦੀ ਨਜ਼ਰ ਆਉਂਦੀ ਹੈ ਜਾਂ ਨਹੀਂ? ਰਾਜਪਾਲ ਜੀ ਨੇ ਜਿਹੜੇ ਬਾਰਡਰ ਤੇ ਜਾ ਕੇ ਨਸ਼ਿਆਂ ਬਾਰੇ ਜਿਹੜੀ ਸਟੇਟਮੈਂਟ ਦਿੱਤੀ ਹੈ ਉਹ ਨਹੀਂ ਦੇਣੀ ਚਾਹੀਦੀ। ਠੀਕ ਹੈ, ਉਸ ਪੁਆਇੰਟ ਤੇ ਦਖਲਅੰਦਾਜ਼ੀ ਬਿਲਕੁਲ। ਪਰ ਜਿਹੜੀ ਉਹਨਾਂ ਨੇ ਚਿੱਠੀ ਲਿਖ ਕੇ ਮੰਗੀ ਹੈ ਉਹਨਾਂ ਦੀ ਮੈਂ ਇੱਕ ਕਹੂੰਗਾ ਮਿੱਤਲ ਸਾਹਿਬ, ਬਾਵਜੂਦ ਸੁਪਰੀਮ ਕੋਰਟ ਦੀ ਐਡਵਾਈਸ ਦੇ ਤੁਸੀਂ ਇਹ ਕਹਿਣਾ ਚਾਹੁੰਦੇ ਹੋ ਜੋ ਤੁਸੀਂ ਚਿੱਠੀਆਂ 'ਚ ਸ਼ਬਦ ਯੂਜ਼ ਕੀਤੇ ਹੈ ਉਹ ਕਰਦੇ ਰਹੋਗੇ? ਮੈਂ ਸਵਾਲ ਪੁੱਛਣਾ ਚਾਹੁੰਦਾ, ਤੁਸੀਂ ਉਹਨੂੰ ਐਪਰੀਸ਼ੀਏਟ ਕਰਦੇ ਹੋ? ਤੁਸੀਂ ਬੜੇ ਨਹੀਂ ਤੁਸੀਂ ਯੂ ਵਿਲ ਰਿਪੀਟ ਇਟ, ਯੂ ਵਿਲ ਡੂ ਇਟ ਅਗੇਨ। ਸਰ ਗੱਲ ਇਹ ਆ, ਅਗਰ ਤੁਸੀਂ ਚੁਣੀ ਹੋਈ ਸਰਕਾਰ ਨੂੰ ਇਨਸਲਟ ਕਰੋਗੇ, ਚੁਣੀ ਹੋਈ ਸਰਕਾਰ ਨੂੰ ਡਿਫੇਮ ਕਰਨ ਦੀ ਕੋਸ਼ਿਸ਼ ਕਰੋਗੇ, ਚੁਣੀ ਹੋਈ ਸਰਕਾਰ ਦੀਆਂ ਪਾਵਰਾਂ 'ਚ ਦਖਲਅੰਦਾਜ਼ੀ ਕਰਨ ਦੀ ਕੋਸ਼ਿਸ਼ ਕਰੋਗੇ, ਆਪਣੀਆਂ ਇਕੱਠੇ ਜਵਾਬ ਦੇ ਦਿਓ। ਆਪਣੀਆਂ ਸੰਵਿਧਾਨਕ ਪਾਵਰਾਂ ਤੋਂ ਬਾਹਰ ਜਾਓਗੇ, ਮੇਰੇ ਕੋਲ ਇੱਕ ਫਿਰ ਤੁਹਾਨੂੰ ਉਹਦਾ ਰਿਟੈਲੀਏਸ਼ਨ ਤਾਂ ਮਿਲੇਗਾ ਹੀ ਮਿਲੇਗਾ। ਨਹੀਂ ਦੇਖੋ, ਫਿਰ ਵੀ ਜਸਟੀਫਾਈ ਨਹੀਂ ਨਾ ਹੋ ਸਕਦਾ ਕਿ ਇੱਕ ਬੰਦੇ ਨੇ ਕੁਝ ਗਲਤ ਕਹਿ ਦਿੱਤਾ, ਮੈਂ ਵੀ ਗਲਤ ਕਹੂੰਗਾ ਤਾਂ ਮੈਂ ਮਾਫ ਹੋ ਗਿਆ, ਮੇਰਾ ਬਰਾਬਰ ਹੋ ਗਿਆ ਹਿਸਾਬ। ਇਹ ਨਹੀਂ ਹੋ ਸਕਦਾ ਨਾ। ਤੁਸੀਂ ਇਕੱਠੇ ਜਵਾਬ ਦਿਓ। ਟਾਂਡਾ ਸਾਹਿਬ ਕੰਪਲੀਟ ਕਰ ਲਓ ਤੁਸੀਂ। ਸਰ ਮੈਂ ਇਹੀ ਕਹਿਣਾ ਚਾਹੁੰਦਾ ਸੀ ਕਿ ਇਹਨਾਂ ਦੀ ਕਿੰਨੀ ਡਿਫਾਈਂਸ ਹੈ। ਹਲੇ ਵੀ ਸੁਪਰੀਮ ਕੋਰਟ ਦੇ ਐਡਵਾਈਸ ਦੇ ਬਾਅਦ ਵੀ ਇਹ ਰਿਅਲਾਈਜ਼ ਨਹੀਂ ਕਰਦੇ that they have used foul words and foul language. They should not do it. ਇੱਥੇ ਡਿਫੈਂਡ ਕਰ ਰਹੇ ਆ ਮਿੱਤਲ ਸਾਹਿਬ ਬੈਠ ਕੇ। ਮਿੱਤਲ ਸਾਹਿਬ, I'm not ashamed, I'm anguished. ਮੈਂ ਤੁਹਾਡੇ ਵਾਂਗੂ ਸ਼ਰਮ ਨਹੀਂ ਆਉਂਦੀ, ਮੈਨੂੰ ਐਂਗੁਇਸ਼ ਆ ਰਹੀ ਹੈ ਤੁਹਾਡੇ ਤੇ ਕਿ ਕੀ ਕਰ ਰਹੇ ਹੋ ਤੁਸੀਂ। You are so immature. You don't even understand niceties of the relationship of governor and CM. Very sad. ਸਰ ਅਗਰ ਗਵਰਨਰ ਪੋਲਿਟਿਕਸ ਕਰੇਗਾ ਤੇ ਜਵਾਬ ਮੂਹਰੋਂ ਇਦਾਂ ਹੀ ਮਿਲੇਗਾ। ਚਲੋ ਠੀਕ ਹੈ, ਮੈਂ ਇੱਕ ਰਿਐਕਸ਼ਨ ਲੈ ਲਵਾਂ। ਮੈਂ ਰੁਕ ਕਰਦਾ ਇੱਕ ਵਾਰ। ਖੜਿਆਲ ਸਾਹਿਬ, ਤੁਹਾਡੇ ਨਾਲ ਜੁੱਤੀਆਂ ਮਾਰ ਕੇ ਕੱਢਣਾ ਲੋਕਾਂ ਨੇ ਬਾਹਰ, ਜਿਹੇ ਤੁਹਾਡੇ ਐਟੀਟਿਊਡ ਹੈ। ਖੜਿਆਲ ਸਾਹਿਬ, ਇਹ ਅਕਾਲੀ ਦਲ ਨਹੀਂ ਹੈ, ਇਹ ਆਮ ਆਦਮੀ ਪਾਰਟੀ ਹੈ। ਖੜਿਆਲ ਸਾਹਿਬ, 125 ਸਾਲ ਚ ਅਕਾਲੀ ਦਲ ਦਾ ਕੀ ਹਾਲ ਹੋਇਆ ਤੁਹਾਡੇ ਸਾਹਮਣੇ। ਮਿੱਤਲ ਸਾਹਿਬ ਇੱਕ ਸੈਕਿੰਡ, ਆਪਾਂ ਸਭ ਦਾ ਜਿਹੜਾ ਪੱਖ ਆ ਉਹ ਜਾਣਨਾ ਤੇ ਜ਼ਰੂਰੀ ਹੈ, ਇਸ ਕਰਕੇ ਮੈਂ ਕੋਸ਼ਿਸ਼ ਕਰ ਰਿਹਾ ਕਿ ਤੁਹਾਨੂੰ ਵੀ ਪੂਰਾ ਸਮਾਂ ਦੇਵਾਂ, ਬਾਕੀਆਂ ਨੂੰ ਵੀ। ਖੜਿਆਲ ਸਾਹਿਬ, ਪੁਆਇੰਟ ਇਹ ਹੈ ਕਿ ਦਖਲਅੰਦਾਜ਼ੀ ਲੱਗਦੀ ਹੈ ਜਾਂ ਨਹੀਂ? ਦੇਖੋ, ਆਮ ਆਦਮੀ ਪਾਰਟੀ ਨੂੰ ਇਹ ਵੱਖ-ਵੱਖ ਮੁੱਦਿਆਂ ਦੇ ਉੱਤੇ ਕਾਂਗਰਸ ਤੋਂ ਇਹ ਬੜਾ ਤੁਸੀਂ ਕਹਿ ਸਕਦੇ ਹੋ ਕਿ ਗਿਲਾ ਰਿਹਾ ਹੈ ਕਿ ਕਾਂਗਰਸ ਜਿਹੜੇ ਬਾਕੀ ਸੂਬਿਆਂ ਦੇ ਵਿੱਚ ਖੁਦ ਚੱਲਦੀ ਹੈ, ਪੰਜਾਬ ਦੇ ਵਿੱਚ ਆ ਕੇ ਉਸ ਨੂੰ ਉਹ ਨਜ਼ਰ ਨਹੀਂ ਆਉਂਦਾ। ਹੁਣ ਅਰੁਣਾਚਲ ਪ੍ਰਦੇਸ਼, ਕਰਨਾਟਕ ਦਾ ਜ਼ਿਕਰ ਕਰ ਦਿੱਤਾ, ਆਪਰੇਸ਼ਨ ਲੋਟਸ ਦਾ ਜ਼ਿਕਰ ਸੀ, ਉਸ ਸਮੇਂ ਵੀ ਆਮ ਆਦਮੀ ਪਾਰਟੀ ਇਹੀ ਜ਼ਿਕਰ ਕਰਦੀ ਸੀ। ਅੱਜ ਉਹੀ ਗੱਲ ਕਹਿ ਰਹੇ ਨੇ ਕਿ ਜਦੋਂ ਤੁਸੀਂ ਫੈਡਰਲ ਦੀ ਗੱਲ ਕਰਦੇ ਹੋ ਫਿਰ ਤੁਸੀਂ ਕਰਨਾਟਕ, ਅਰੁਣਾਚਲ ਪ੍ਰਦੇਸ਼ ਦੇ ਵਿੱਚ ਖੁਦ ਭੁਗਤ ਭੋਗੀ ਹੋ ਤੇ ਤੁਹਾਨੂੰ ਪੰਜਾਬ ਦੇ ਵਿੱਚ ਆ ਕੇ ਕੁਝ ਨਜ਼ਰ ਨਹੀਂ ਆਉਂਦਾ। ਇਹ ਜੋ ਉਦਾਹਰਨ ਦਿੱਤਾ ਹੈ 100% ਇਰਰੈਲੇਵੈਂਟ ਹੈ। ਕਾਰਨ ਉੱਥੇ ਗਵਰਨਰ ਸਾਹਿਬ ਐਕਟ ਕਰ ਰਹੇ ਹੈ, ਇੱਥੇ ਗਵਰਨਰ ਸਾਹਿਬ ਸਵਾਲ ਪੁੱਛ ਰਹੇ ਹੈ। ਇਹਨਾਂ ਨੇ ਕਿਹਾ ਨਾ ਵੀ ਆਪੋਜੀਸ਼ਨ ਰੂਲ ਸਟੇਟਸ ਦੇ ਵਿੱਚ ਕਿਉਂ ਹੁੰਦਾ ਜੀ, ਐ ਜੀ ਕਿਉਂ ਐ ਜੀ। ਇਹ ਕਹਿੰਦੇ ਹੋਰ ਕਿਤੇ ਤਾਂ ਹੁੰਦਾ ਨਹੀਂ। ਆ ਮਹਾਰਾਸ਼ਟਰ ਦੇ ਵਿੱਚ ਵੀ ਗਵਰਨਰ ਸਾਹਿਬ ਨੇ ਦੇਖੋ ਸਵਾਲ ਪੁੱਛੇ ਹੈ ਵੀ ਸਰਕਾਰ ਨੇ ਆਰਡਰਸ ਜਿਹੜੇ ਜੂਨ 22 ਤੋਂ 24 ਤੱਕ ਇਸ਼ੂ ਕੀਤੇ, ਉਹਦੇ ਬਾਰੇ ਡਿਟੇਲਸ ਮੰਗੀਆਂ ਗਈਆਂ ਸਟੇਟ ਦੇ ਚੀਫ ਸੈਕਟਰੀ ਤੋਂ, ਤੇ ਸੁਪਰੀਮ ਕੋਰਟ ਨੇ ਵੀ ਇਹ ਗੱਲ ਕਹੀ ਇਹਨਾਂ ਨੂੰ ਵੀ ਤੁਸੀਂ ਨਹੀਂ ਦੇਣਾ ਜਵਾਬ, ਤੁਹਾਡੇ ਕੋਲ ਸੈਕਟਰੀਜ਼ ਹੈਗੇ, ਉਹਨਾਂ ਤੋਂ ਜਵਾਬ ਦਵਾ ਦਿਓ। ਜਵਾਬ ਦੇਣਾ ਪਊਗਾ। ਉਹ ਤੋਂ ਬਾਅਦ ਆਮ ਆਦਮੀ ਪਾਰਟੀ ਕੀ ਕਹਿੰਦੀ, ਗੌਰਵ ਜੀ, ਗਵਰਨਰਸ ਹੋਣੇ ਨਹੀਂ ਚਾਹੀਦੇ, ਰਾਸ਼ਟਰਪਤੀ ਨਹੀਂ ਹੋਣਾ ਚਾਹੀਦਾ। ਇਹ ਲੋਕਤੰਤਰ ਨੂੰ ਡੰਡਾ ਤੰਤਰ, ਭੈ ਤੰਤਰ ਬਣਾਉਣ ਦੇ ਵਿੱਚ ਬਿਜ਼ੀ ਹੋਏ ਹੈ, ਚਾਹੁੰਦੇ ਹੈ। ਤੇ ਜ਼ਰੂਰੀ ਗੱਲ ਇਹ ਹੈ ਕਿ ਇਹ ਬਲੰਡਰ ਵਾਲੀ ਸਟੇਟਮੈਂਟ ਹੈ। ਮੈਂ ਇਹਨਾਂ ਨੂੰ ਪੁੱਛਦਾ ਕਿ ਆਮ ਆਦਮੀ ਪਾਰਟੀ ਦੀ ਆਫੀਸ਼ੀਅਲ ਸਟੈਂਸ ਹੈ ਵੀ ਇਹ ਗੱਲ ਹੋਣੀ ਚਾਹੀਦੀ ਹੈ, ਤੇ ਜੇ ਇਹ ਕਰਨਗੇ ਇਹ ਸਾਰੇ ਆਰਟੀਕਲਸ ਅਮੈਂਡ ਕਰ ਦੇਣਗੇ ਜਿਹਦੇ ਵਿੱਚ ਐਮਰਜੈਂਸੀ ਬਾਰੇ ਲਿਖਿਆ ਹੋਇਆ ਹੈ, ਜਿਹਦੇ ਵਿੱਚ ਜਦੋਂ ਨਾ ਬਿੱਲ ਪਾਸ ਹੁੰਦਾ ਹੈ ਪਾਰਲੀਮੈਂਟ ਦੇ ਵਿੱਚ, ਉਹ ਪ੍ਰੈਜ਼ੀਡੈਂਟ ਜਦੋਂ ਸਾਈਨ ਕਰਦੇ ਆ ਉਦੋਂ ਲਾਗੂ ਹੁੰਦਾ ਹੈ। ਜਦੋਂ ਲੈਜਿਸਲੇਟਿਵ ਅਸੈਂਬਲੀ ਦੇ ਵਿੱਚ ਬਿੱਲ ਪਾਸ ਹੁੰਦਾ ਹੈ, ਜਦੋਂ ਗਵਰਨਰ ਸਾਈਨ ਕਰਦੇ ਆ ਉਦੋਂ ਲਾਅ ਬਣਦਾ ਹੈ। ਤੇ ਆਮ ਆਦਮੀ ਪਾਰਟੀ ਕਰੇ ਸਾਰੇ ਚੱਕ ਦਾਂਗੇ ਜੀ। ਇੱਥੋਂ ਇਨਕੰਪੀਟੈਂਸ, ਇਨਐਕਸਪੀਰੀਅੰਸ ਤੇ ਇਨਮੈਚੁਰਿਟੀ ਸ਼ਰੇਆਮ ਖੁੱਲ੍ਹੇਆਮ ਨਜ਼ਰ ਆ ਰਹੀ ਹੈ। ਦੂਜੀ ਗੱਲ ਕਹਿੰਦੇ ਸਾਡੀ ਸਰਕਾਰ ਹੈ ਜੀ, ਸਮਾਂ ਪੂਰਾ ਸਰ, ਹਾਂਜੀ ਪਲੀਜ਼। ਮੈਂ ਲਾਸਟ ਪੁਆਇੰਟ ਹੈ ਜੀ, ਕਹਿੰਦੇ ਸਾਡੀ ਸਰਕਾਰ ਹੈ, ਅਸੀਂ ਗਵਰਨ ਕਰਨਾ ਹੈ। ਨੋ ਡਾਊਟ ਤੁਸੀਂ ਕਰਨਾ ਹੈ, ਲੇਕਿਨ ਐਜ਼ ਪਰ ਕਨਸਟੀਟਿਊਸ਼ਨ ਕਰਨਾ ਹੈ।
ਤੇ ਆਮ ਆਦਮੀ ਪਾਰਟੀ ਐਸ ਪਰ ਕਨਸਟੀਟਿਊਸ਼ਨ ਚੱਲ ਨਹੀਂ ਰਹੀ, ਜਿਹੜੀਆਂ ਗੱਲਾਂ ਇਹ ਕਰ ਰਹੇ ਹੈ। ਤੇ ਇਹਨਾਂ ਨੇ ਇੱਕ ਹੋਰ ਗੱਲ ਕਹੀ, ਆਮ ਆਦਮੀ ਪਾਰਟੀ ਬੜਾ ਹੰਕਾਰ ਕਰਦੀ ਸੀ, ਇੱਕ ਵੀ ਆਮ ਆਦਮੀ ਪਾਰਟੀ ਦਾ ਲੀਡਰ ਨਹੀਂ, ਇਹਨਾਂ ਨੇ ਲਾਇਰ ਨਹੀਂ ਯੂਜ਼ ਕੀਤਾ ਇਹ ਕੇਸ ਲਈ, ਇਹਨਾਂ ਨੇ ਇੰਗੇਜ ਕੀਤਾ ਕਾਂਗਰਸ ਪਾਰਟੀ ਦਾ ਲਾਇਰ ਮਨੂ ਸਿੰਘਵੀ ਜੀ ਨੂੰ। ਆਮ ਆਦਮੀ ਪਾਰਟੀ ਚਲੋ ਥੋੜਾ ਇੰਤਜ਼ਾਰ ਕਰੋ ਕਾਂਗਰਸ ਤੇ। ਮੈਂ ਬਿਲਕੁਲ ਵਾਈਂਡ ਅਪ ਵਾਲੇ ਪਾਸੇ ਜਾ ਰਿਹਾ, ਕਨਕਲੂਡ ਕਰੀਏ ਆਪਾਂ ਇਸ ਡਿਬੇਟ ਨੂੰ, ਪਰ ਮੈਂ ਜੈਬੰਸ ਜੀ ਉਸ ਤੋਂ ਪਹਿਲਾਂ ਤੁਹਾਡਾ ਰਿਐਕਸ਼ਨ ਚਾਹੂੰਗਾ। ਉਮੀਦ ਕਰਦੇ ਹੋ ਕਿ ਹੁਣ ਇਹ ਤਕਰਾਰ ਇੱਥੇ ਹੀ ਫੁੱਲ ਸਟਾਪ ਲੱਗ ਜਾਏਗਾ? ਨਹੀਂ ਜੀ, ਮੈਨੂੰ ਨਹੀਂ ਲੱਗਦਾ ਕਿ ਇਹ ਟਕਰਾਰ ਜਿਹੜੇ ਤਰੀਕੇ ਨਾਲ ਹੁਣ ਬੋਲ ਰਹੇ ਸੀਗੇ ਮਿੱਤਲ ਸਾਹਿਬ, ਤੇ ਇਹਦੋਂ ਇਹ ਪਤਾ ਲੱਗਦਾ ਹੈ ਕਿ ਸੁਪਰੀਮ ਕੋਰਟ ਦੇ ਕੋਲੋਂ ਇਸ ਤਰੀਕੇ ਦੇ ਨਾਲ ਇਹਨਾਂ ਨੂੰ ਕਹਿਣ ਦੇ ਬਾਅਦ ਵੀ ਇਹਨਾਂ ਦੇ ਦਿਲ ਦੇ ਵਿੱਚ ਕੋਈ ਸ਼ਰਮਿੰਦਗੀ ਨਹੀਂ ਹੈ। ਇਹਨਾਂ ਨੇ ਆਪਣੀ ਜਿਹੜੀ ਗਟਰ ਲੈਂਗੁਏਜ ਹੈ ਤੇ ਇੱਕ ਗਟਰ ਪੋਲਿਟਿਕਸ ਨੇ ਉਹਨਾਂ ਨੂੰ ਕੈਰੀ ਔਨ ਕਰਨਾ ਹੈ, ਇਹਨਾਂ ਨੇ ਗਵਰਨਰ ਦੀ ਬੇਇੱਜ਼ਤੀ ਕਰਦੇ ਰਹਿਣਾ ਹੈ, ਇਹਨਾਂ ਨੇ ਇਸ ਤਰੀਕੇ ਦੇ ਨਾਲ ਚੱਲਦੇ ਰਹਿਣਾ। ਸੋ ਇਹ ਟਕਰਾਰ ਮੈਨੂੰ ਨਹੀਂ ਲੱਗਦਾ, ਇਹ ਤੇ ਹੁਣ ਭੁਗਤਾਵ ਜਿਹੜਾ ਹੈ ਇਹਦਾ ਪੰਜਾਬ ਨੂੰ ਇਹ ਲੈਣਾ ਹੀ ਪਏਗਾ, ਕਿਉਂਕਿ ਇਹਨਾਂ ਦੀ ਪਾਲਿਸੀ ਹੈ ਕਿ ਗਵਰਨਰ ਦੇ ਨਾਲ ਟਕਰਾਰ ਕਰਕੇ ਸੈਂਸੇਸ਼ਨਲਿਜ਼ਮ ਕਰਕੇ ਦਿਖਾਓ ਕਿ ਅਸੀਂ ਕਿੰਨੇ ਸਾਫ਼ ਹੈਗੇ ਹਾਂ। ਜਦੋਂ ਤੱਕ ਇਹ ਆਪਣੀ ਮਾਨਸਿਕਤਾ ਨਹੀਂ ਚੇਂਜ ਕਰਦੇ ਉਦੋਂ ਤੱਕ ਕੋਈ ਫਰਕ ਨਹੀਂ ਆਉਣਾ ਚਾਹੀਦਾ। ਤੇ ਬਾਕੀ ਇਹਨਾਂ ਨੇ ਗੱਲਾਂ ਦੇ ਵਿੱਚ ਕਹਿ ਵੀ ਦਿੱਤਾ ਕਿ ਅਗਰ ਚਿੰਦਾਮਰਮ ਲੈਂਦਾ ਸੀਗਾ 25-30 ਲੱਖ ਤੇ ਸੰਘਵੀ ਨੇ ਇਹਦੋਂ ਘੱਟ ਤੇ ਨਹੀਂ ਲਏ ਹੋਣਗੇ, ਤੇ ਚੂਨਾ ਲੱਗ ਗਿਆ ਪੰਜਾਬ ਨੂੰ 25-30 ਲੱਖ ਰੁਪਏ ਦਾ ਫॉर ਨਥਿੰਗ, ਫॉर नो ਰੀਜ਼ਨ। ਤੇ ਮੈਂ ਤੇ ਇਹੋ ਹੀ ਸਮਝਾਂਗਾ ਕਿ ਇਹ ਕਿਸੇ ਨਾ ਕਿਸੇ ਤਰ੍ਹਾਂ ਦੇ ਨਾਲ ਇਹਨਾਂ ਨੂੰ ਰੱਬ ਸਮਤ ਬਖਸ਼ੇ, ਅਦਰਵਾਈਜ਼ ਕੁਝ ਨਹੀਂ ਹੋ ਸਕਦਾ। ਤੁਹਾਨੂੰ ਲੱਗਦਾ ਕਿ ਵਿਵਾਦ ਜਾਰੀ ਰਹੇਗਾ? ਮਿੱਤਲ ਸਾਹਿਬ ਤੁਹਾਡਾ ਫਾਈਨਲ ਕਮੈਂਟ। ਦੇਖੋ, ਲੋਕ ਪੰਜਾਬ ਦੇ ਇਸ ਸਮੇਂ ਜਾਣਨਾ ਚਾਹੁੰਦੇ ਨੇ ਕਿ ਜਿਹੜੀਆਂ ਡਿਬੇਟਸ ਹੁੰਦੀਆਂ ਨੇ ਜਾਂ ਫਿਰ ਜਿਹੜੀਆਂ ਚਿੱਠੀਆਂ ਦੇ ਜ਼ਰੀਏ ਤਕਰਾਰ ਹੁੰਦੇ ਨੇ, ਉਸ ਦੇ ਨਾਲ ਫਾਇਦਾ ਪੰਜਾਬ ਦਾ ਕੋਈ ਨਹੀਂ ਹੋ ਰਿਹਾ, ਕਿ ਇੱਥੇ ਹੀ ਉਮੀਦ ਕਰੀਏ ਕਿ ਸਭ ਕੁਝ ਆਲ ਇਜ਼ ਵੈਲ ਹੋ ਜਾਏਗਾ। ਇਸ ਤੋਂ ਬਾਅਦ ਘੱਟੋ ਘੱਟ ਸੁਖਾਵਾਂ ਮਾਹੌਲ ਹੋਵੇ ਸਰਕਾਰ ਤੇ ਗਵਰਨਰ ਦੇ ਵਿਚਾਲੇ। ਦੇਖੋ, ਗੱਲ ਇਹ ਆ, ਸਾਡੀ ਮਨਸ਼ਾ ਕਦੇ ਵੀ ਇਹ ਨਹੀਂ ਹੈ ਕਿ ਕਦੇ ਗਵਰਨਰ ਨੂੰ ਜਾਂ ਕਿਸੇ ਹੋਰ ਇੰਸਟੀਟਿਊਸ਼ਨ ਨੂੰ ਡੈਰੋਗੇਟ ਕੀਤਾ ਜਾਵੇ, ਉਹਨਾਂ ਦੀ ਇਨਸਲਟ ਕੀਤੀ ਜਾਵੇ। ਅਸੀਂ ਕਹਿ ਰਹੇ ਹਾਂ ਕਿ ਪੰਜਾਬ ਦੇ ਲੋਕਾਂ ਦੇ ਲਈ ਅਸੀਂ ਗਵਰਨਰ ਸਾਹਿਬ ਦੇ ਕੋਲ ਨੰਗੇ ਪੈਰੀਂ ਜਾਣ ਨੂੰ ਵੀ ਤਿਆਰ ਹਾਂ। ਦੂਜੀ ਗੱਲ, ਅਗਰ ਗਵਰਨਰ ਸਾਹਿਬ ਪੋਲਿਟਿਕਸ ਕਰਨਗੇ, ਦਿੱਲੀ ਤੋਂ ਆਦੇਸ਼ ਲੈਣਗੇ, ਸਰਕਾਰ ਨੂੰ ਡਰੇਲ ਕਰਨ ਦੀ ਕੋਸ਼ਿਸ਼ ਕਰਨਗੇ, ਚੁਣੀ ਹੋਈ ਸਰਕਾਰ ਦੀ ਇਨਸਲਟ ਕਰਨਗੇ, ਅਮਿਤ ਸ਼ਾਹ ਦੇ ਇਸ਼ਾਰੇ ਤੇ ਚੱਲਣਗੇ, ਨਰਿੰਦਰ ਮੋਦੀ ਦੇ ਇਸ਼ਾਰੇ ਤੇ ਚੱਲਣਗੇ, ਫਿਰ ਆਮ ਆਦਮੀ ਪਾਰਟੀ ਦੀ ਸਰਕਾਰ ਉਹਨਾਂ ਨੂੰ ਜਵਾਬ ਦੇਗੀ, ਕਿਉਂਕਿ 92 ਸੀਟਾਂ ਵਾਲੀ ਸਰਕਾਰ ਪੰਜਾਬ ਦੇ ਲੋਕਾਂ ਨੂੰ ਜਵਾਬ ਦੇ, 3 ਕਰੋੜ ਜਨਤਾ ਨੂੰ ਜਵਾਬ ਦੇ। ਦੂਜੀ ਗੱਲ, ਟਾਂਡਾ ਸਾਹਿਬ ਬੜਾ ਬੋਲ ਰਹੇ ਸੀਗੇ ਜੀ, ਇਨਸਲਟ ਕਰਤੀ। ਟਾਂਡਾ ਸਾਹਿਬ ਦੀ ਮੈਂ ਕੱਲ ਵੀਡੀਓ ਦੇਖ ਰਿਹਾ ਸੀ, ਹਿੰਦੁਸਤਾਨ ਦੀਆਂ ਅਦਾਲਤਾਂ ਬਾਰੇ ਕਿੱਦਾਂ ਬੋਲ ਰਹੇ ਸੀਗੇ। ਬਲਜੀਤ ਜਿਹੜਾ ਬਲਵਿੰਦਰ ਸੇਖੋਂ ਜਿਹੜਾ ਡੀਐਸਪੀ ਗਿਆ ਅੰਦਰ, ਉਹਨੂੰ ਕਿਵੇਂ ਬੈਕਿੰਗ ਕਰ ਰਹੇ ਸੀਗੇ ਕਿ ਅਦਾਲਤਾਂ ਦੀ ਕਹੀ ਨਹੀਂ ਹੈ। ਪਰਸਨਲ ਹੋ ਜਾਈਏ ਆਪਾਂ। ਹਾਂ, ਉਦੋਂ ਤੁਸੀਂ ਕਿਉਂ ਭੁੱਲ ਗਏ? ਪਾਰਟੀ ਪੱਧਰ ਤੇ ਗੱਲ ਟਾਂਡਾ ਸਾਹਿਬ ਉਦੋਂ ਕਿਉਂ ਨਾ ਬੋਲੇ ਤੁਸੀਂ? ਚਲੋ, ਤੁਸੀਂ ਪੰਜਾਬ ਦੇ ਲੋਕਾਂ ਨੂੰ ਉਮੀਦ ਦਿਵਾਉਂਦੇ ਹੋ ਕਿ ਤੁਹਾਡੇ ਵਾਲੇ ਪਾਸੇ ਤੋਂ ਅਗਲੀ ਵਾਰ ਕੋਈ ਤਕਰਾਰ ਨਹੀਂ ਹੋਏਗੀ, ਘੱਟੋ ਘੱਟ ਦੋਵੇਂ ਪਾਸੇ ਤੋਂ ਇੱਕ ਰਿਐਕਸ਼ਨ ਮਿਲ ਜਾਵੇ, ਲੋਕਾਂ ਨੂੰ ਥੋੜਾ ਜਿਹਾ ਭਰੋਸਾ ਹੋ ਜਾਏ ਕਿ ਕੋਈ ਗੱਲ ਨਹੀਂ, ਸਾਡੀ ਗੱਲ ਹੋਏਗੀ, ਹੋਰ ਕੋਈ ਗੱਲ ਨਹੀਂ। ਪੰਜਾਬ ਦੇ ਲੋਕਾਂ ਦੀ ਗੱਲ ਹੋਏਗੀ ਹਮੇਸ਼ਾ ਬਜਟ ਸੈਸ਼ਨ ਦੇ ਜ਼ਰੀਏ ਹੋਏਗੀ। ਬਜਟ ਆਏਗਾ, ਲੋਕਾਂ ਦੇ ਹਿੱਤ ਦਾ ਬਜਟ ਆਏਗਾ, ਲੋਕਾਂ ਦੇ ਲਈ ਜਿਹੜਾ ਹੈਗਾ ਸਿਹਤ ਸਹੂਲਤਾਂ ਵਾਸਤੇ ਤੇ ਸਿੱਖਿਆ ਵਾਸਤੇ ਬਜਟ ਦੇ ਵਿੱਚ ਕੰਮ ਹੋਏਗਾ। ਚਲੋ ਠੀਕ ਹੈ, ਬਹੁਤ ਬਹੁਤ ਧੰਨਵਾਦ ਸਾਰੇ ਮਹਿਮਾਨਾਂ ਦਾ ਸਾਡੇ ਨਾਲ ਜੁੜਨ ਦੇ ਲਈ, ਇਸ ਪੂਰੀ ਗੱਲਬਾਤ ਦੇ ਵਿੱਚ ਸ਼ਾਮਲ ਹੋਣ ਦੇ ਲਈ। ਖੜਿਆਲ ਸਾਹਿਬ ਮਾਫੀ ਚਾਹੂੰਗਾ, ਫਾਈਨਲ ਕਮੈਂਟ ਦੇ ਲਈ ਨਹੀਂ ਆ ਪਾਊਂਗਾ। ਕਹਿ ਰਹੇ ਪੂਰੀ ਤਕਰਾਰ ਜਿਸ ਤਰੀਕੇ ਨਾਲ ਸ਼ੁਰੂਆਤ ਹੋਈ ਸੀ, ਸੁਪਰੀਮ ਕੋਰਟ ਪਹੁੰਚਣ ਤੋਂ ਬਾਅਦ ਇੱਕ ਚੀਜ਼ ਬਹੁਤ ਕਲੀਅਰ ਹੋ ਰਹੀ ਹੈ ਕਿ ਸੈਸ਼ਨ ਤਾਂ ਹੋਏਗਾ, ਪਰ ਸੁਪਰੀਮ ਕੋਰਟ ਦੀ ਇੱਕ ਟਿੱਪਣੀ ਵੀ ਹੈ ਜਿਸ ਦੇ ਵਿੱਚ ਉਹ ਕਹਿੰਦੇ ਨੇ ਕਿ ਸੂਬਿਆਂ ਦੀ ਜ਼ਿੰਮੇਵਾਰੀ ਹੈ ਲੋਕਤੰਤਰਿਕ ਤੌਰ ਦੇ ਉੱਤੇ ਚੁਣੀ ਹੋਈ ਸਰਕਾਰ ਦੇ ਉੱਤੇ, ਨਾਲ ਹੀ ਰਾਸ਼ਟਰਪਤੀ ਦੇ ਨਿਯੁਕਤ ਕੀਤੇ ਗਏ ਰਾਜਪਾਲ ਦੀ ਮਾਰਗਦਰਸ਼ਨ ਦੀ ਜ਼ਿੰਮੇਵਾਰੀ ਵੀ ਹੈ। ਤਾਂ ਇਹ ਟਿੱਪਣੀ ਦੱਸਣ ਦੇ ਲਈ ਕਾਫੀ ਹੈ ਕਿ ਦੋਵੇਂ ਅਹੁਦੇ, ਸਰਕਾਰ ਜੋ ਚੁਣੀ ਹੋਈ ਹੈ ਤੇ ਦੂਜੇ ਪਾਸੇ ਜੋ ਰਾਜਪਾਲ, ਦੋਵੇਂ ਮਹੱਤਵਪੂਰਨ ਨੇ ਆਪੋ ਆਪਣੀ ਥਾਂ ਦੇ ਉੱਤੇ। ਪਰ ਉਮੀਦ ਕਰਦੇ ਹਾਂ ਕਿ ਦੋਵਾਂ ਦੇ ਵਿਚਾਲੇ ਤਕਰਾਰ ਨਾ ਹੋਵੇ, ਟਸਲ ਵਾਲੀ ਕੋਈ ਸਥਿਤੀ ਨਾ ਬਣੇ, ਸੁਪਰੀਮ ਕੋਰਟ ਜਾਣਾ ਨਾ ਪਵੇ ਤੇ ਗੱਲ ਪੰਜਾਬ ਦੇ ਵਿੱਚ ਨਿਬੜ ਜਾਵੇ, ਇਨਫੈਕਟ ਕੋਈ ਤਕਰਾਰ ਹੀ ਨਾ ਹੋਵੇ। ਪ੍ਰਾਈਮ ਟਾਈਮ 'ਚ ਅੱਜ ਦੇ ਲਈ ਇੰਨਾ ਹੀ।